ਤੁਹਾਡਾ ਦਾਸ ਬਲਿਹਾਰ ਸਿੰਘ ਰਾਮੇਵਾਲ ਹਰ ਹਫਤੇ ਦੀ ਤਰ੍ਹਾਂ ਸਿੱਖ ਚੈਨਲ ਦੇ ਜਰੀਏ ਤੁਹਾਡਾ ਆਪਣਾ ਪ੍ਰੋਗਰਾਮ ਗੱਲ ਪੰਜਾਬ ਦੀ ਲੈ ਕੇ ਅੱਜ ਫਿਰ ਹਾਜ਼ਰ ਹੋਇਆ, ਜਿੱਥੇ ਗੱਲ ਪੰਜਾਬ ਦੀ ਵਿੱਚ ਅਸੀਂ ਵੱਖ-ਵੱਖ ਪਹਿਲੂਆਂ ਤੇ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ। ਚਾਹੇ ਉਹ ਪੰਜਾਬ ਦੀ ਧਰਤੀ ਤੋਂ ਹੋਵੇ, ਚਾਹੇ ਉਹ ਭਾਰਤ ਦੇ ਕਿਸੇ ਕੋਨੇ ਤੋਂ ਹੋਵੇ, ਚਾਹੇ ਦੁਨੀਆ ਦੇ ਕਿਸੇ ਕੋਨੇ ਤੋਂ ਹੋਵੇ, ਕਿਉਂਕਿ ਦੁਨੀਆ ਦੇ ਕੋਨੇ-ਕੋਨੇ ਤੇ ਵੱਸਦੇ ਨੇ ਪੰਜਾਬੀ। ਤੇ ਪੰਜਾਬੀ ਜਿੱਥੇ ਵੀ ਗਏ ਨੇ ਇਹਨਾਂ ਨੇ ਮੱਲਾਂ ਮਾਰੀਆਂ ਹਰ ਪਾਸੇ, ਚਾਹੇ ਉਹ ਬਿਜ਼ਨਸ ਦਾ ਖੇਤਰ ਹੋਵੇ, ਚਾਹੇ ਉਹ ਕੋਈ ਕੰਮਕਾਰ ਹੀ ਹੋਵੇ, ਚਾਹੇ ਕੋਈ ਕਿਸੇ ਦੀ ਮਦਦ ਕਰਨ ਦੀ ਗੱਲ ਹੋਵੇ, ਚਾਹੇ ਪਿੱਛੇ ਆਪਣੇ ਪੰਜਾਬ ਦੇ ਵਿੱਚ ਵੱਸਦੇ ਰਿਸ਼ਤੇਦਾਰਾਂ ਦਾ ਕੋਈ ਮਸਲਾ ਹੱਲ ਕਰਨ ਦੀ ਗੱਲ ਹੋਵੇ, ਜਾਂ ਪਿੱਛੇ ਪੰਜਾਬ ਦੇ ਵਿੱਚ ਆਪਣੇ ਵੱਲੋਂ ਕੋਈ ਚੈਰਿਟੀ ਦੇ ਤੌਰ ਤੇ ਕੰਮ ਕਰਨ ਦੀ ਗੱਲ ਹੋਵੇ, ਜਾਂ ਆਪਣੇ ਵੱਲੋਂ ਜ਼ਮੀਨਾਂ ਜਾਇਦਾਦਾਂ ਕੋਠੀਆਂ ਕਾਰਾਂ ਖਰੀਦਣ ਦੀ ਗੱਲ ਹੋਵੇ, ਤੇ ਪੰਜਾਬੀ ਕਦੀ ਕਿਸੇ ਤੋਂ ਪਿੱਛੇ ਨਹੀਂ ਰਹਿੰਦੇ। ਹਮੇਸ਼ਾ ਪੰਜਾਬੀ ਪਹਿਲ ਦੇ ਆਧਾਰ ਤੇ ਚੜ੍ਹਦੀ ਕਲਾ ਵਿੱਚ ਜੀਂਦੇ ਨੇ ਤੇ ਚੜ੍ਹਦੀ ਕਲਾ ਵਿੱਚ ਰਹਿੰਦੇ ਨੇ। ਜਿੱਥੇ ਆਪਣੇ ਲਈ ਅਰਦਾਸ ਕਰਦੇ ਨੇ ਉੱਥੇ ਹਮੇਸ਼ਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਦੂਸਰਿਆਂ ਲਈ ਵੀ ਅਰਦਾਸ ਕਰਦੇ ਨੇ। ਪਰ ਅੱਜ ਕਿਉਂਕਿ ਜੇ ਗੱਲ ਕੀਤੀ ਜਾਵੇ, ਅੱਜ ਅਸੀਂ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਵਾਂਗੇ ਕਿ ਜਿੱਥੇ ਕਰੋਨਾ ਦਾ ਦੁਬਾਰਾ ਕਹਿਰ ਸ਼ੁਰੂ ਹੋ ਗਿਆ, ਕਿਉਂਕਿ ਪੂਰੀ ਦੁਨੀਆ ਦੇ ਮਾਹਰ ਕਹਿ ਰਹੇ ਨੇ ਕਿ ਇਹ ਸੈਕੰਡ ਵੇਵ ਜੋ ਆਈ ਹੈ, ਦੂਜਾ ਪੜਾਅ ਜੋ ਕਰੋਨੇ ਦਾ ਜਿਹਨੂੰ ਆਪਾਂ ਕਹਿੰਦੇ ਪੰਜਾਬੀ 'ਚ, ਉਹ ਸ਼ੁਰੂ ਹੋਇਆ। ਤੇ ਉਹਦੇ ਵਿੱਚ ਇੰਗਲੈਂਡ ਵਿੱਚ ਵੀ ਕਈਆਂ ਸ਼ਹਿਰਾਂ 'ਚ, ਛੋਟੇ ਛੋਟੇ ਸ਼ਹਿਰਾਂ ਨੂੰ ਕਰਫਿਊ ਲਗਾ ਦਿੱਤੇ ਗਏ। ਕਈਆਂ 'ਚ ਉਹਨਾਂ ਨੇ 15 ਤਰੀਕ ਤੱਕ ਉਹਨਾਂ ਨੂੰ ਛੋਟ ਦਿੱਤੀ, ਉਸ ਤੋਂ ਬਾਅਦ ਕਰਫਿਊ ਲਗਾ ਦਿੱਤੇ ਜਾਣਗੇ। ਲੇਕਿਨ ਇਸੇ ਤਰ੍ਹਾਂ ਦੁਨੀਆ ਦੇ ਜੋ ਹਾਲਾਤ ਬਣੇ ਹੋਏ ਨੇ ਉਹ ਕਰੋਨੇ ਵਿੱਚ ਤੁਹਾਡੇ ਕੋਲੋਂ ਲੁਕੇ ਛਿਪੇ ਨਹੀਂ, ਕਿਉਂਕਿ ਤੁਸੀਂ ਹਰ ਹਫਤੇ, ਹਰ ਰੋਜ਼, ਹਰ ਪਲ ਟੈਲੀਵਿਜ਼ਨਾਂ ਤੇ, ਪੇਪਰਾਂ ਰਾਹੀਂ, ਟੈਲੀਫੋਨਾਂ ਰਾਹੀਂ, ਵਟਸਐਪ ਰਾਹੀਂ ਜਾਂ ਹੋਰ ਕਿਸੇ ਜਰੀਏ ਤੁਸੀਂ ਹਰ ਖਬਰ ਨੂੰ ਵੇਖ ਰਹੇ ਹੋ, ਸੁਣ ਰਹੇ ਹੋ। ਲੇਕਿਨ ਦੂਸਰੀ ਅਸੀਂ ਗੱਲ ਕਰਾਂਗੇ ਅੱਜ ਜੋ ਪੰਜਾਬ ਦੀ ਧਰਤੀ ਤੇ ਜੋ ਪਿੱਛੇ ਆਪਾਂ ਤੇ ਪਿਛਲੇ 3-4 ਦਿਨ ਤੋਂ ਜਾਂ ਹਫ਼ਤੇ ਖੰਡ ਤੋਂ ਜੋ ਆਪਾਂ ਵੇਖ ਰਹੇ ਹਾਂ ਕਿ ਕਿਸ ਤਰ੍ਹਾਂ ਅੰਮ੍ਰਿਤਸਰ, ਤਰਨਤਾਰਨ ਅਤੇ ਬਟਾਲੇ ਦੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਜੋ ਕਿਸੇ ਵੱਲੋਂ ਨਜਾਇਜ਼ ਸ਼ਰਾਬ ਕੱਢ ਕੇ ਜਿਹਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਪਾ ਦਿੱਤੀਆਂ ਕਿ ਜਿਹੜੇ ਨਾਲ ਉਹ ਪੀਣ ਦੇ ਨਾਲ ਕੋਈ ਇਨਸਾਨ ਹੀ ਕਰਮਾਂ ਵਾਲਾ ਬਚਦਾ, ਲੇਕਿਨ ਨਹੀਂ ਤਾਂ ਇਸ ਦੁਨੀਆ ਨੂੰ ਅਲਵਿਦਾ ਆਖ ਜਾਂਦਾ। ਜਿਨ੍ਹਾਂ ਦੀ ਗਿਣਤੀ 100 ਤੋਂ ਉੱਪਰ ਹੋ ਗਈ। ਉਹ ਕੀ ਕਾਰਨ ਨੇ, ਉਹ ਕਿਉਂ ਇਸ ਤਰ੍ਹਾਂ ਹੋਈ, ਕਿਉਂ ਪੁਲਿਸ ਨੇ ਹਜੇ ਤੱਕ ਉਹਨਾਂ ਨੂੰ ਨੱਥ ਨਹੀਂ ਪਾ ਰਹੀ ਜੋ ਸ਼ਰਾਬ ਇਹ ਵੇਚ ਰਹੇ ਨੇ, ਕਿਉਂ ਇਹ ਨਜਾਇਜ਼ ਸ਼ਰਾਬ ਦਾ ਜੋ ਧੰਦਾ, ਜੇ ਮੈਂ ਗਲਤ ਨਾ ਹੋਵਾਂ ਤੇ ਪਹਿਲੀ ਵਾਰੀ ਇੰਨੇ ਲੋਕ ਨਜਾਇਜ਼ ਸ਼ਰਾਬ ਦੇ ਨਾਲ ਮਰੇ ਨੇ ਤੇ ਹਜੇ ਤੱਕ ਸਰਕਾਰ ਦੇ ਕੰਨਾਂ ਤੇ ਜੂੰ ਸਰਕੀ ਜਾਂ ਨਹੀਂ ਸਰਕੀ। ਇਹਨਾਂ ਸਾਰੀਆਂ ਵਿਚਾਰਾਂ ਦੀ ਸਾਂਝ ਪਾਉਣ ਦੇ ਲਈ ਜਿੱਥੇ ਆਪੋ ਆਪਣੇ ਘਰਾਂ ਤੋਂ, ਇੰਗਲੈਂਡ ਦੀ ਧਰਤੀ ਤੋਂ ਮੇਰੇ ਨਾਲ ਜੁੜੇ ਨੇ ਸਰਦਾਰ ਸੰਤੋਖ ਸਿੰਘ ਜੀ ਰੰਧਾਵਾ ਸਾਹਿਬ, ਸਰਦਾਰ ਜਸਵਿੰਦਰ ਸਿੰਘ ਜੀ ਕਾਲਾ ਜੋ ਗੁਰਦੁਆਰਾ ਬਾਬੇ ਕੇ ਦੇ ਮੁੱਖ ਸੇਵਾਦਾਰ ਨੇ, ਅਤੇ ਪੰਜਾਬ ਦੀ ਧਰਤੀ ਤੋਂ ਅਚੇਚੇ ਤੌਰ ਤੇ ਇਹ ਸਾਰੀਆਂ ਜੋ ਸ਼ਰਾਬ ਦੇ ਨਾਲ ਸੰਬੰਧਿਤ ਗੱਲਾਂ ਨੇ ਉਹਨਾਂ ਦਾ ਨਾਲ ਵਿਸਤਾਰ ਸਹਿਤ ਚਾਨਣਾ ਪਾਉਣ ਦੇ ਲਈ ਮੇਰੇ ਨਾਲ ਪੰਜਾਬ ਦੀ ਧਰਤੀ ਅੰਮ੍ਰਿਤਸਰ ਤੋਂ ਜੁੜੇ ਨੇ ਸਰਦਾਰ ਜਸਵੀਰ ਸਿੰਘ ਜੀ ਪੱਟੀ ਸਾਹਿਬ। ਇਹਨਾਂ ਤਿੰਨਾਂ ਦਾ ਸਿੱਖ ਚੈਨਲ ਦੇ ਸਟੂਡੀਓ ਤੇ ਆਉਣ ਤੇ, ਸਿੱਖ ਚੈਨਲ ਦੇ ਨਾਲ ਜੁੜਨ ਤੇ ਮੈਂ ਜੀ ਆਇਆਂ ਆਖਦਾ ਹੋਇਆ ਫਤਿਹ ਬੁਲਾਉਣਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪੱਟੀ ਸਾਹਿਬ, ਜੋ ਆ ਸ਼ਰਾਬ, ਨਜਾਇਜ਼ ਸ਼ਰਾਬ ਦਾ ਜੋ ਕਾਰੋਬਾਰ ਸੀ ਜਿਨ੍ਹਾਂ ਨੇ ਕੀਤਾ, ਪਹਿਲੇ ਤਾਂ ਬਹੁਤ ਮਾੜੀ ਗੱਲ ਹੈ ਕਿ ਉਹਨਾਂ ਨੇ ਇਸ ਤਰ੍ਹਾਂ ਕਿਉਂ ਕੀਤਾ, ਲੇਕਿਨ ਜਿਹੜੇ ਲੋਕ ਇਹਨਾਂ ਦੇ ਨਾਲ ਮਰ ਗਏ ਨੇ, ਤੁਸੀਂ ਕੀ ਕਹਿਣਾ ਚਾਹੁੰਦੇ? ਵਿਸਤਾਰ ਸਾਹਿਬ ਇਹਦੇ ਬਾਰੇ ਥੋੜਾ ਚਾਨਣਾ ਪਾਓ। ਵੇਖੋ ਜੀ, ਜਿੱਥੋਂ ਤੱਕ ਅਲਕੋਹਲ ਦੀ ਗੱਲ ਕਰਦੇ, ਇਹ ਨਜਾਇਜ਼ ਸ਼ਰਾਬ ਦੀ ਗੱਲ ਕਰਦੇ, ਇਹ ਕੋਈ ਨਵਾਂ ਧੰਦਾ ਨਹੀਂ। ਹੁਣੇ ਮੈਂ ਇਸ ਤੋਂ ਪਹਿਲਾਂ ਇੱਕ ਪ੍ਰੋਗਰਾਮ ਕਰਕੇ ਹਟਿਆ ਸਿੱਖ ਚੈਨਲ ਦੇ ਉੱਤੇ, ਤੇ ਮੁੱਛਲ ਪਿੰਡ ਦੇ ਵਿਅਕਤੀ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਵੀ ਨੇ, ਹਾਂਜੀ, ਉਹ ਕਹਿੰਦੇ ਪਿਛਲੇ 13 ਸਾਲਾਂ ਤੋਂ ਅਸੀਂ ਪੰਜਾਬ ਸਰਕਾਰ ਨੂੰ, ਪੰਜਾਬ ਦੇ ਅਫਸਰਾਂ ਨੂੰ, IG ਨੂੰ, SHO ਨੂੰ, DSP ਨੂੰ ਜਾ ਕੇ ਨਾ ਦਿੰਦੇ ਰਹੇ ਜੀ, ਫਲਾਣੇ ਬੰਦੇ ਨਸ਼ਾ ਵੇਚਦੇ ਨੇ, ਇਹ ਅਲਕੋਹਲ ਵੇਚਦੇ ਨੇ, ਬੰਦ ਕਰੋ ਇਹਨਾਂ ਨੂੰ। ਅਜੇ ਤੱਕ ਕੋਈ ਬੰਦ ਕਰਾਉਣ ਨਹੀਂ ਆਇਆ। ਅੱਜ ਕਹਿੰਦਾ ਸਾਡੇ ਪਿੰਡ ਵਿੱਚ 12 ਬੰਦੇ ਮਰ ਗਏ ਤੇ ਇਹਨਾਂ ਅਫਸਰਾਂ ਨੂੰ ਚੇਤਾ ਆ ਗਿਆ, ਸਰਕਾਰ ਨੂੰ ਚੇਤਾ ਆ ਗਿਆ ਵੀ ਜਾਣਾ ਉੱਥੇ, ਪੋਲੀਟੀਕਲ ਲੀਡਰ ਨੂੰ ਚੇਤਾ ਆ ਗਿਆ। ਕਹਿੰਦਾ ਐਕਸਾਈਜ਼ ਡਿਪਾਰਟਮੈਂਟ ਨੇ ਛਾਪਾ ਮਾਰਿਆ ਤੇ ਸਾਡੇ ਵਿਧਾਇਕ ਨੇ ਉਲਟਾ ਜਿਹੜਾ ਉਹਨਾਂ ਦੇ ਪਰਚਾ ਕਰਾਤਾ ਐਕਸਾਈਜ਼ ਵਾਲੇ ਵੀ ਤੁਸੀਂ ਗਏ ਕਿਉਂ। ਉਹਨਾਂ ਨੂੰ ਇੱਟੇ ਵੀ ਲੋਕਾਂ ਨੇ ਮਾਰੇ ਵੀ ਤੁਸੀਂ ਸਾਡੀ ਸ਼ਰਾਬ ਫੜਨ ਕਿਉਂ ਆਏ ਹੋ। ਸਿਰਫ ਵੋਟਾਂ ਦਾ ਮਾਮਲਾ, ਉਹ ਕਹਿੰਦੇ ਜੀ ਵੋਟਾਂ ਤਦ ਮਿਲਣੀਆਂ ਜੇ ਸ਼ਰਾਬ ਵੇਚਦੀ ਜਾਂਦੀ ਹੋਵੇ। ਤੇ ਜਦੋਂ ਰਾਮੇਵਾਲ ਜੀ ਇਲੈਕਸ਼ਨ ਹੋਈ ਹੈ 2017 ਦੀ, ਮਾਝੇ ਦੇ ਇੱਕ MLA, ਅੱਜ ਕੱਲ੍ਹ MLA, ਉਹਨੇ ਸਟੇਜ ਤੇ ਖਲੋ ਕੇ ਕਿਹਾ ਸੀ, ਕੈਪਟਨ ਸਾਹਿਬ ਜੇ ਸਾਡੇ ਲੋਕਾਂ ਨੂੰ ਘਰ ਦੀ ਸ਼ਰਾਬ ਕੱਢਣ ਦੀ ਇਜਾਜ਼ਤ ਦੇ ਦਿਓ ਤੇ ਵੋਟਾਂ ਸਾਰੀਆਂ ਢਾਡੀਆਂ ਨੇ।
ਬਾਅਦ ਦੇ ਵਿੱਚ ਇਹਨੇ ਕਹਿ ਕੇ YouTube ਤੋਂ ਉਹ ਗੱਲ ਜਿਹੜੀ ਚੁਕਵਾ ਦਿੱਤੀ ਗਈ। ਇਸ ਕਰਕੇ ਇਹ ਗੋਰਖ ਧੰਦਾ ਜਿਹੜਾ ਵਾ ਇੱਕ ਨਹੀਂ, ਉੱਪਰ ਤੱਕ ਸਾਰੇ ਸ਼ਾਮਲ ਨੇ। ਅੱਜ ਵੀ ਸਰਹੱਦੀ ਖੇਤਰ ਦੇ ਕੁਝ ਇਹੋ ਜਿਹੇ ਥਾਣੇ ਜਿਹੜੇ ਵਿਕਦੇ ਨੇ, SHO ਲੱਗਣਾ ਕਿੰਨੇ ਲੱਖ ਦਿੰਦਾ ਵਾ, ਫਿਰ ਤੈਨੂੰ SHO ਲਾਵਾਂਗੇ। ਉਹ ਲੱਖਾਂ ਰੁਪਏ ਦੇ ਕੇ ਤੇ ਉਹ ਫਿਰ SHO ਲੱਗਦਾ, ਕਿਉਂਕਿ 2 ਨੰਬਰ ਦਾ ਧੰਦਾ ਕਰਾਉਣਾ ਹੁੰਦਾ ਵਾ। ਹੁਣ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁਖੀ ਭਾਈ ਬਲਬੀਰ ਸਿੰਘ ਇਹ ਗੱਲ ਕਹਿ ਰਿਹਾ, ਅਸੀਂ IG ਨੂੰ ਮਿਲੇ ਆ, 4 SSP ਬਦਲ ਗਏ ਉਹਨਾਂ ਨੂੰ ਮਿਲੇ ਆ, DSP ਕਿੰਨੇ ਬਦਲ ਗਏ ਉਹਨਾਂ ਨੂੰ ਮਿਲੇ ਆ, SHO ਨੂੰ ਮਿਲੇ ਆ, ਪਰ ਸਾਡੀ ਸੁਣਵਾਈ ਕਿਉਂ ਨਹੀਂ ਕੀਤੀ। ਸਾਡੇ ਪਿੰਡ ਦੇ ਵਿੱਚ 12 ਮੌਤਾਂ ਹੋ ਗਈਆਂ, ਹਾਂਜੀ, ਜਿਨ੍ਹਾਂ ਦਾ ਸਮੇਂ ਸਿਰ ਇਲਾਜ ਨਹੀਂ ਕਰਾਇਆ ਗਿਆ। ਕਹਿੰਦਾ ਅਸੀਂ ਆਪਣੀਆਂ ਗੱਡੀਆਂ ਤੇ ਪਾ ਕੇ ਉਹਨਾਂ ਨੂੰ ਹਸਪੀਟਲ ਪਹੁੰਚਾਇਆ, ਮਾੜਾ ਮੋਟਾ ਜਿੰਨੇ ਹੈਗੇ ਜਿੰਨ ਜੋਗੇ ਅਸੀਂ ਹੈਗੇ ਸੀਗੇ, ਅਸੀਂ ਬੰਦੇ ਫੜ ਕੇ ਫੜਾਏ ਇਹਨਾਂ ਨੂੰ, ਪਿਆ ਬੰਦੇ ਨਸ਼ਾ ਵੇਚਦੇ ਆ, ਇਹਨਾਂ ਨੇ ਪੈਸੇ ਲੈ ਕੇ ਫਿਰ ਛੱਡ ਦਿੱਤੇ। ਇਹ ਹਾਲਤ ਆ ਸਾਡੀ। ਉਹ ਕਹਿੰਦੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੰਬਰ ਦਿੱਤੇ ਸੀਗੇ ਵੀ ਇਹ ਨੰਬਰ ਤੇ ਕੀ ਪ੍ਰੋਬਲਮ ਹੈ ਕਿਉਂਕਿ ਨਸ਼ਾ ਵੇਚਦਾ, ਦੱਸੋ, ਉਹ ਨੰਬਰ ਹੀ ਨਹੀਂ ਮਿਲਦੇ। ਇਸ ਕਰਕੇ ਪੰਜਾਬ ਦੇ ਵਿੱਚ ਨਸ਼ਿਆਂ ਲਈ ਕੋਈ ਹੋਰ ਨਹੀਂ, ਇਹ ਸਿਆਸੀ ਆਗੂ ਭਾਵੇਂ ਉਹ ਅਕਾਲੀ ਆ, ਭਾਵੇਂ ਉਹ ਕਾਂਗਰਸੀ ਆ, ਤੇ ਭਾਵੇਂ ਕੋਈ ਹੋਰ, ਉਹ ਜ਼ਿੰਮੇਵਾਰ, ਇਹਨਾਂ ਮੌਤਾਂ ਦੇ ਉਹ ਜ਼ਿੰਮੇਵਾਰ ਨੇ। ਅੱਜ ED ਨੇ ਇਨਕੁਆਇਰੀ ਸ਼ੁਰੂ ਕਰ ਦਿੱਤੀ ਹੈ। ਜੇ ED ਨੇ ਬਿਲਕੁਲ ਕੀਤੀ, ਨਿਰਪੱਖ ਇਨਕੁਆਇਰੀ ਕੀਤੀ, ਤੇ ਮੈਂ ਤੁਹਾਨੂੰ ਦੱਸ ਦਿਆਂ ਇਸ ਗੋਰਖ ਧੰਦੇ ਦੇ ਵਿੱਚ ਕਈ MLA ਤੇ ਕਈ ਮਿਨਿਸਟਰ ਵੀ ਫਸਣਗੇ ਜੀ। ਬਿਲਕੁਲ ਬਿਲਕੁਲ। ਲੇਕਿਨ ਇਹਦੇ ਨਾਲ ਹੁਣ ਤੱਕ ਪੱਟੀ ਸਾਹਿਬ ਕਿੰਨੀਆਂ ਮੌਤਾਂ ਹੋਈਆਂ ਆ ਸ਼ਰਾਬ ਦੇ ਨਾਲ? ਜਿਹੜੀ ਮੇਰੀ ਇਨਫੋਰਮੇਸ਼ਨ ਦੇ ਮੁਤਾਬਕ ਜੀ ਦੁਪਹਿਰ ਤੱਕ 119 ਮੌਤਾਂ ਹੋ ਚੁੱਕੀਆਂ ਸੀ। ਅਜੇ ਵੀ ਕੁਝ ਮਰੀਜ਼ ਜਿਹੜੇ ਸੀਰੀਅਸ ਪਏ ਨੇ ਆਪਣੇ ਹਸਪਤਾਲਾਂ ਦੇ ਵਿੱਚ, ਜਿਨ੍ਹਾਂ ਦੀ ਹਾਲਤ ਪਤਲੀ ਹੈ। ਹੁਣ ਇਹ ਅਲਕੋਹਲ ਹੈ ਕੀ ਹੈ? ਅਲਕੋਹਲ ਨਾਲ ਬੰਦਾ ਸ਼ਾਇਦ ਨਾ ਮਰੇ, ਈਥੋਨ ਤੇ ਮੀਥੋਨ ਜਿਹੜੀ 2 ਗੈਸਾਂ ਹੈਗੀਆਂ ਉਹਦੇ ਤੋਂ ਮਰਦੇ ਬੰਦੇ, ਜਿਹੜੇ ਅੰਨੇ ਹੁੰਦੇ ਉਹਨਾਂ ਨੂੰ ਹੁੰਦੇ ਨੇ। ਇਹ ਜਿਹੜੀ ਅਲਕੋਹਲ ਆ ਇਹਦੇ ਵਿੱਚ ਯੂਰੀਆ ਪਾਤਾ, ਚ ਧਤੂਰਾ ਪਾਤਾ, ਇਹਦੇ ਵਿੱਚ ਕੋਈ ਹੋਰ ਕੈਮੀਕਲ ਪਾ ਕੇ ਉਹਦੀ ਸ਼ਰਾਬ ਬਣਾਤੀ। ਜੇ ਕਿਤੇ ਤੁਸੀਂ ਘਰ ਦੀ ਸ਼ਰਾਬ ਕੱਢੀ ਬਣਾ ਕੇ ਵੇਚੋ ਤੇ ਉਹ ਇੰਨਾ ਨੁਕਸਾਨ ਨਹੀਂ ਕਰਦੀ। ਹਾਂਜੀ, ਆ ਜਿਹੜੀ ਨਾ ਕਿਸੇ ਨੂੰ ਹਜਮ ਹੁੰਦੀ, ਇਹ ਹੁੰਦੀ ਆ ਜਿਆਦੀ ਪੈਣ ਕਰਕੇ ਜਿਹੜਾ ਵਾ ਇਹ ਜ਼ਹਿਰ ਬਣ ਗਈ ਹੈ, ਤੇ ਜ਼ਹਿਰ ਬਣਨ ਤੋਂ ਬਾਅਦ ਜਿਹੜਾ ਵਾ ਲੋਕ ਮਰੇ ਨੇ। ਪਿਛਲੇ ਬਿਲਕੁਲ 10 ਸਾਲਾਂ ਦੇ 11,830 ਲੋਕ ਮਰੇ ਨੇ ਜੀ। ਅੱਛਾ, 10 ਸਾਲਾਂ ਦੇ ਵਿੱਚ ਜਿਹੜੀ ਜ਼ਹਿਰੀਲੀ ਸ਼ਰਾਬ ਪੀ ਕੇ, ਜਿਹਦੇ ਵਿੱਚੋਂ 9,000 ਮਰਦ ਤੇ 2,830 ਔਰਤਾਂ ਨੇ। ਕੀ ਕਰੋਗੇ ਤੁਸੀਂ ਉੱਥੇ? ਕਿਹਨੂੰ ਕਹੋਗੇ ਵੀ ਇਹ ਮਾੜਾ ਕੰਮ ਕਰ ਰਿਹਾ? ਕੱਲਾ ਪੰਜਾਬ ਨਹੀਂ, ਰਾਜਸਥਾਨ 'ਚ ਵੀ ਮਰੇ ਨੇ, ਤੁਹਾਡੇ ਬਿਹਾਰ 'ਚ ਵੀ ਮਰੇ ਨੇ, ਬੰਗਾਲ 'ਚ ਵੀ ਮਰੇ, ਗੁਜਰਾਤ ਡਰਾਈ ਏਰੀਆ ਵਾ ਜਿੱਥੇ ਸ਼ਰਾਬ ਨਹੀਂ ਮਿਲਦੀ, ਉੱਥੇ ਵੀ ਮਰੇ ਨੇ। ਜਿਹੜੇ 5 ਸੂਬੇ ਸਾਡੇ ਅੱਜ ਸਭ ਤੋਂ ਵੱਧ ਸ਼ਰਾਬ ਦਾ ਧੰਦਾ ਕਰਦੇ ਨੇ, ਜਿੱਥੇ ਵੱਧ ਤੋਂ ਵੱਧ ਜਿਹੜੀ ਸ਼ਰਾਬ ਕੰਜ਼ਿਊਮ ਹੁੰਦੀ ਹੈ ਉਹਨਾਂ 5 ਦੇ ਵਿੱਚੋਂ, ਉਹਨਾਂ ਦੇ ਵਿੱਚੋਂ ਗੁਜਰਾਤ ਦਾ ਜਿਹੜਾ ਡਰਾਈ ਏਰੀਆ, ਜਿਹੜਾ ਮੋਦੀ ਸਾਹਿਬ ਦਾ ਆਪਣਾ ਏਰੀਆ, ਉੱਥੇ ਵੀ ਜਿਹੜੀ ਸ਼ਰਾਬ ਤੁਹਾਨੂੰ ਕਿਸੇ ਵੀ ਫੰਕਸ਼ਨ ਜਾਓ ਸ਼ਰਾਬ ਮਿਲ ਜਾਂਦੀ ਆ। ਜਦੋਂ ਕਿਤੇ ਰੇਡ ਹੁੰਦੀ ਆ 2-3 ਹਜ਼ਾਰ ਬੋਤਲ ਮਿਲ ਜਾਂਦੀ ਹੈ, ਉੱਤੇ ਬਲਡੋਜ਼ਰ ਫੇਰ ਦਿੰਦੇ ਆ, ਉਹ ਤੋੜ ਦਿੰਦੇ ਆ, ਭੰਨ ਦਿੰਦੇ ਆ, ਵਗਾ ਦਿੰਦੇ, ਲੇਕਿਨ ਕੰਮ ਫਿਰ ਚੱਲਦਾ। ਤੇ ਜੇ ਪਹਿਲੇ 5 ਸੂਬਿਆਂ 'ਚ ਗੁਜਰਾਤ ਵਰਗੀ ਸਟੇਟ ਹੈਗੀ ਆ ਸ਼ਰਾਬ ਪੀਣ ਵਾਲਿਆਂ, ਤੇ ਬਾਕੀ ਕੀ ਰਹਿ ਗਿਆ? ਪੱਟੀ ਸਾਹਿਬ ਤੁਸੀਂ ਇੱਕ ਵਿੱਚ ਕਮਾਲ ਦੀ ਗੱਲ ਕੀਤੀ ਆ ਕਿ ਤਕਰੀਬਨ 250 ਜੋ ਔਰਤਾਂ ਸ਼ਰਾਬ ਦੇ ਨਾਲ ਮਰੀਆਂ, ਇਹ ਨਜਾਇਜ਼ ਸ਼ਰਾਬ ਦੇ ਨਾਲ। ਲੇਕਿਨ ਜੇ ਮੈਂ ਗਲਤ ਨਾ ਹੋਵਾਂ ਤੇ ਦਰਿਆ ਦੇ ਲਾਗੇ ਜਿੱਥੇ ਨਜਾਇਜ਼ ਸ਼ਰਾਬਾਂ ਦਾ ਧੰਦਾ ਚੱਲਦਾ, ਉੱਥੇ ਕਈਆਂ ਥਾਵਾਂ ਤੇ ਬੁੜੀਆਂ ਹੀ ਸ਼ਰਾਬ ਕੱਢਦੀਆਂ, ਬੁੜੀਆਂ ਹੀ ਸ਼ਰਾਬ ਵੇਚਦੀਆਂ। ਕੀ ਇਹ ਗਲਤ ਆ? ਨਹੀਂ, ਬਿਲਕੁਲ ਠੀਕ ਆ ਜੀ। ਗੁਰਦਾਸਪੁਰ ਜ਼ਿਲ੍ਹੇ 'ਚ ਇੱਕ ਡੀਡਾ ਪਿੰਡ ਹੈ, ਡੀਡਾ ਪਿੰਡ। ਅੱਛਾ ਜੀ, ਡੀਡਾ ਪਿੰਡ ਦਰਿਆ ਪਾਰ ਕੇ ਅੱਗੇ ਜਾਈਦਾ, ਫਿਰ ਡੀਡਾ ਪਿੰਡ ਹੁੰਦਾ ਵਾ। ਕਿਉਂ ਕਿਸ਼ਤੀ ਰਾਹੀਂ ਬੇੜੀ ਨੂੰ ਜਾਣਾ ਪੈਂਦਾ ਵਾ। ਉਹ ਸਾਰਾ ਪਿੰਡ ਹੀ, ਬੀੜੀਆਂ ਵੀ ਸਭ ਜਿਹੜੀ ਉਹ ਸ਼ਰਾਬ ਕੱਢਦੇ ਤੇ ਸ਼ਰਾਬ ਵੇਚਦੇ ਨੇ। ਤੇ ਜਿਹੜੀ ਉੱਥੋਂ ਦੇਸੀ ਲਾਹਣ ਸ਼ਰਾਬ ਆਉਂਦੀ ਆ, ਉਹਨੂੰ ਇਹ ਕਿਹਾ ਜਾਂਦਾ ਵੀ ਇਹ ਡੀਡਾ ਵਿਸਕੀ ਆ ਜੀ। ਅੱਛਾ, ਉਹਦਾ ਨਾਂ ਹੀ ਡੀਡਾ ਵਿਸਕੀ ਰੱਖਿਆ। ਉਹ ਬੀਬੀਆਂ ਜਿਹੜੀਆਂ ਕਿ ਬੀਬੀਆਂ ਝੋਲੇ 'ਚ ਪਾ ਕੇ ਜੇ ਸ਼ਰਾਬ ਵੇਚਦੇ ਨੇ, ਕੋਈ ਸ਼ੱਕ ਨਹੀਂ ਕਰਦਾ। ਦੂਸਰੀ ਚੀਜ਼, ਆਮ ਬੰਦਾ ਪੁਲਿਸ ਵਾਲਾ ਨੂੰ ਹੱਥ ਪਾਉਣ ਲੱਗਾ 10 ਵਾਰੀ, ਮੈਨੂੰ ਹੱਥ ਕਿਵੇਂ ਪਾਵਾਂ, ਨਹੀਂ ਤੇ ਕੱਲ ਨੂੰ ਮੇਰੇ ਕੋਲ ਲੱਗ ਜੂਗਾ। ਅੱਜ ਬੀਬੀਆਂ ਨਸ਼ੇ ਦਾ ਧੰਦਾ ਬੰਦਿਆਂ ਨੂੰ ਵੱਧ ਕਰ ਰਹੀਆਂ ਨੇ, ਇਹਨਾਂ ਦੀ ਆਹ ਜਿੱਥੇ ਕਰ ਰਹੀ ਹੈ। ਤੁਸੀਂ ਵੇਖੋ ਨਾ, ਜਿਹੜਾ ਪਿੱਛੇ ਜਿਹਾ ਇਹ ਕੇਸ ਹੀ ਫੜੇਗਾ, ਉਹਦਾ ਮੁੰਡਾ ਫੜਿਆ ਗਿਆ ਤੇ ਘਰ ਵਾਲੀ ਕੋ ਬਰਾਮਦ ਹੋਇਆ।
ਨਸ਼ਾ ਦੀ ਘੜੀ ਤੋਂ ਅੱਛਾ ਜੀ। ਬਰਾਮਦ ਹੋਇਆ ਵਾ। ਇਹ ਤੇ ਹਾਂਜੀ ਜਿਹੜੀ ਬੀਬੀ ਫੜੀ ਗਈ ਬਲਵਿੰਦਰ ਕੌਰ ਪਟਿਆਂ ਵਾਲੀ ਮੁੱਛਲ ਪਿੰਡ ਹਾਂਜੀ ਦੇ ਵਿੱਚ, ਜਿਹੜੀ ਉਹ ਗਲਾਸੀ ਵਾਲੀ ਮੈਡੀ ਹੈ ਤੁਹਾਡੇ ਬਟਾਲੇ ਦੇ ਵਿੱਚੋਂ, ਇਹ ਔਰਤਾਂ ਨਸ਼ਾ ਵੇਚਦੀਆਂ ਸੀ, ਬੜੀਆਂ ਬਦਨਾਮ ਹੈਗੀਆਂ ਸੀ, ਇਹਨਾਂ ਦੇ ਪਰਚੇ ਕਈ ਹੋਏ ਆ, ਲੇਕਿਨ ਜਵਾਨਤ ਕਰਾ ਕੇ ਆ ਗਈਆਂ ਪੁਲਿਸ ਨਾਲ ਮਿਲ ਕੇ, ਫਿਰ ਉਹੀ ਗੁਰਖ ਧੰਦਾ ਫਿਰ ਬਿਲਕੁਲ ਇਹ ਸਭ ਮਿਲੀ ਭੁਗਤ ਹੋ ਜੀ ਰਹੀ ਆ। ਰੰਧਾਵਾ ਸਾਹਿਬ ਜੀ, ਮੈਂ ਤੁਹਾਡੇ ਵੱਲ ਜਾਣਾ ਚਾਹਾਂਗਾ ਕਿਉਂਕਿ ਆਪਾਂ ਭਲੀ ਵਾਰ ਜਾਣਦੇ ਆ ਕਿ ਪਿੰਡਾਂ 'ਚ ਜਾਂ ਖਾਸ ਕਰ ਦਰਿਆਵਾਂ ਦੇ ਲਾਗੇ, ਜਿੱਥੇ ਆਪਾਂ ਕਹਿੰਦੇ ਆ ਕਿ ਉਹ ਮੰਡ ਦਾ ਇਲਾਕਾ ਕਹਿ ਲਓ, ਜਿੱਥੇ ਨਜਾਇਜ਼ ਸ਼ਰਾਬ ਕੱਢੀ ਜਾਂਦੀ ਹੈ ਤੇ ਉੱਥੇ ਖਾਸ ਕਰ ਔਰਤਾਂ ਵੇਚਦੀਆਂ। ਲੇਕਿਨ ਜੋ ਆ ਹੁਣ 119 ਮੌਤਾਂ ਜੋ ਪੱਟੀ ਸਾਹਿਬ ਨੇ ਦੱਸਿਆ ਕਿ ਹੋ ਗਈਆਂ, ਤੇ ਤੁਸੀਂ ਕੀ ਕਹਿਣਾ ਚਾਹੁੰਦੇ? ਇਹ ਜਿਹੜੀ ਸ਼ਰਾਬ ਦੇ ਨਾਲ ਇਸ ਤਰ੍ਹਾਂ ਮੌਤਾਂ ਹੋਈਆਂ ਤੇ ਨਜਾਇਜ਼ ਸ਼ਰਾਬ ਧੜਾ ਵਿਕ ਰਹੀ ਹੈ ਜੀ। ਦੇਖੋ ਜੀ, ਸਭ ਤੋਂ ਪਹਿਲਾਂ ਸਿੱਖ ਚੈਨਲ ਦੇਖਣ ਵਾਲੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਹਾਂ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਗੱਲ ਏਦਾਂ, ਬਲਿਹਾਰ ਸਿੰਘ ਜੀ, ਪਹਿਲਾਂ ਤਾਂ ਲੋਕ ਜਿਹੜੇ ਆ ਨਾ, ਉਹ ਕਰੋਨਾ ਦੀ ਬਿਮਾਰੀ ਨਾਲ ਬੜੇ ਦੱਬੇ ਹੋ ਆ ਹਾਲੇ ਤੱਕ, ਜਿਹੜੇ ਹਾਲੇ ਤੱਕ ਉਹ ਸਾਫ਼ ਨਹੀਂ ਹੋ ਸਕੇ, ਨਾ ਕੋਈ ਵੈਕਸੀਨ ਚੱਲੀ, ਨਾ ਕੋਈ ਗੱਲ। ਜਿਹੜੀ ਕਰੋਨਾ ਦੀ ਬਿਮਾਰੀ ਆ, ਉਹੀ ਬਿਮਾਰੀ ਜਿਹੜੀ ਭਿਆਨਕ ਬਿਮਾਰੀ ਆ, ਉਹਦੇ ਨਾਲ ਦੂਜੇ ਪਾਸੇ ਹੁਣ ਜਿਹੜੀ ਜ਼ਹਿਰੀਲੀ ਸ਼ਰਾਬ ਵਿਕ ਰਹੀ ਆ ਪੰਜਾਬ ਦੇ ਵਿੱਚ। ਪੰਜਾਬ ਦੀ ਜਵਾਨੀ ਖਤਮ ਕਰਨ ਲਈ ਪਹਿਲਾਂ ਚਿੱਟਾ ਵੇਚਿਆ ਗਿਆ, ਫਿਰ ਆ ਦੇਖੋ ਜੀ ਹੁਣ ਆਹ ਸ਼ਰਾਬਾਂ ਚੱਲਣ ਡਈਆਂ, ਹਾਲੇ ਤੱਕ ਚਿੱਟਾ ਬੰਦ ਨਹੀਂ ਹੋ ਰਿਹਾ, ਥੈਂ ਥੈਂ ਤੋਂ ਨਸ਼ੇ ਵਿਕ ਰਹੇ ਆ। ਕਈਆਂ ਪਿੰਡਾਂ ਦੇ ਵਿੱਚ ਤਾਂ ਇਦਾਂ ਆ ਵੀ ਕਹਿੰਦੇ ਤੁਰੇ ਜਾਂਦੇ ਭਾਵੇਂ ਜਿੰਨੀਆਂ ਮਰਜ਼ੀ ਪੁੜੀਆਂ ਇਕੱਠੀਆਂ ਕਰ ਲਓ। ਭੱਟੀ ਸਾਹਿਬ ਤਾਂ ਹੁਣ ਜਿੱਦਾਂ ਉੱਥੋਂ ਬੋਲਦੇ ਅੰਮ੍ਰਿਤਸਰ ਤੋਂ, ਇਹਨਾਂ ਨੂੰ ਤਾਂ ਜ਼ਿਆਦਾ ਪਤਾ ਹੋਣਾ, ਕਿਉਂਕਿ ਰੋਜ਼ ਇਹਨਾਂ ਪਿੰਡਾਂ ਦੇ ਵਿੱਚ ਵਿਚਰਦੇ ਆ, ਇਹਨਾਂ ਨੂੰ ਜ਼ਿਆਦਾ ਪਤਾ ਇਸ ਬਾਰੇ। ਗੱਲ ਏਦਾਂ ਵੀ ਜਿੱਥੇ ਹੁਣ 119 ਮੌਤਾਂ ਹੋ ਗਈਆਂ, ਜਿੱਥੇ ਹੁਣ ਅੱਜ ਰੱਖੜੀ ਦਾ ਤਿਉਹਾਰ ਸੀ, ਕਿੰਨੀਆਂ ਭੈਣਾਂ ਦੇ ਵੀਰ ਚਲੇ ਗਏ ਵਿੱਚੋਂ, ਜਿਹੜੀਆਂ ਰੱਖੜੀਆਂ ਲੈ ਕੇ ਘਰਾਂ ਨੂੰ ਆਈਆਂ ਹੋਣਗੀਆਂ ਜਾਂ ਕੱਲ ਆਈਆਂ ਹੋਣਗੀਆਂ, ਉਹਨਾਂ ਦੇ ਦਿਲਾਂ ਤੇ ਕੀ ਬੀਤੀ ਹੋਊਗੀ। ਸ਼ਰਾਬ ਵੇਚਣ ਵਾਲੇ ਤਾਂ ਆਪਣਾ ਧੰਦਾ ਕਰਕੇ ਚਲੇ ਗਏ। ਫਿਰ ਇੱਕ ਪਿੰਡ ਆ, ਉੱਥੇ ਦੱਸਿਆ ਉਹਨਾਂ ਨੇ ਕੋਟ ਹੈਗਾ ਆ ਪੰਡੋਰੀ ਗੋਲਾ, ਉਹਦੇ ਵਿੱਚ ਉਹ ਪਿੰਡ ਘੱਟ ਤੋਂ ਘੱਟ ਮੇਰਾ ਖਿਆਲ ਆ ਵੀ ਇਹ ਤਰਨਤਾਰਨ ਜ਼ਿਲ੍ਹੇ ਦਾ ਕਈ ਪਿੰਡ ਆ ਇਹਦੇ ਵਿੱਚ ਆਉਂਦੇ, ਜਿੱਦਾਂ ਅੰਮ੍ਰਿਤਸਰ ਸਾਹਿਬ, ਖਡੂਰ ਸਾਹਿਬ, ਇਹਨਾਂ ਹਲਕਿਆਂ 'ਚ, ਜੰਡਿਆਲਾ, ਬਟਾਲਾ, ਇਹਨਾਂ ਦੇ ਵਿੱਚ ਆਉਂਦਾ ਪੰਡੋਰੀ ਗੋਲਾ। ਜਿਹੜਾ ਪੰਡੋਰੀ ਗੋਲਾ ਦੇ ਬੰਦੇ ਜਿਹੜੇ ਉੱਥੇ 11 ਬੰਦਿਆਂ ਦੀਆਂ ਡੈਥਾਂ ਹੋਈਆਂ, ਜਾਣੀ ਸ਼ਰਾਬ ਪੀ ਕੇ, ਜ਼ਹਿਰੀਲੀ ਸ਼ਰਾਬ ਦੇ ਨਾਲ। ਉੱਥੇ ਦੀ ਉਹ ਪਿੰਡ ਦੀ ਘੱਟ ਤੋਂ ਘੱਟ 3500 ਦੀ ਆਬਾਦੀ ਆ, 3500 ਦੀ ਵੋਟ ਦਾ ਉਹ ਵੋਟ ਵਾਲਾ ਪਿੰਡ ਆ, ਉਹ ਕਾਫੀ ਵੱਡਾ ਪਿੰਡ ਆ। ਉਹ ਕਹਿੰਦੇ ਸ਼ਾਮ ਨੂੰ ਇਦਾਂ ਆ ਜਾਂਦੇ ਜਿੱਦਾਂ ਨਾ ਸ਼ਹਿਰਾਂ ਦੇ ਵਿੱਚ, ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਗੋਲ ਗੱਪਿਆਂ ਦੀਆਂ ਰੇਹੜੀਆਂ ਲੱਗੀਆਂ, ਇਦਾਂ ਸਟੋਰ ਲੱਗਦੇ ਆਣ ਕੇ ਸ਼ਰਾਬ ਦੇ, ਗਲਾਸੀਆਂ ਦੇ ਵਿੱਚ ਸ਼ਰਾਬ ਦਿੰਦੇ ਆ, ਕੋਈ ਬੋਤਲ 'ਚ ਨਹੀਂ ਪਾ ਕੇ ਦਿੰਦੇ। ਜ਼ਹਿਰੀਲੀ ਸ਼ਰਾਬ ਜਿਹੜੀ ਵੀ ਉਹ ਇਸੇ ਤਰ੍ਹਾਂ ਗਲਾਸੀਆਂ ਦੇ ਵਿੱਚ, ਇੱਕ ਤਾਂ ਕੱਲ ਬੀਬੀ ਵਿਚਾਰੀ ਇੰਟਰਵਿਊ ਦੇਣ ਡਈ ਸੀ, ਉਹ ਕਹਿੰਦੀ ਗਲਾਸੀ ਦੇ ਵਿੱਚ ਲੈ ਕੇ ਆਇਆ ਘਰ, ਤਾਂ ਜਦੋਂ ਰਾਤ ਦਾ 12-1 ਦਾ ਟਾਈਮ ਹੋਇਆ ਤਾਂ ਕਹਿੰਦਾ ਮੈਨੂੰ ਦਿਸਣੋਂ ਹਟ ਗਿਆ। ਜਦੋਂ ਕਹਿੰਦੀ ਫੜ ਕੇ ਪੌੜੀ ਤੋਂ ਥੱਲੇ ਲਾਇਆ ਤਾਂ ਮੁੜ ਕੇ ਉਹ ਕਹਿੰਦੀ ਮੇਰਾ ਤਾਂ ਬਸ, ਕਹਿੰਦੀ ਹੱਥਾਂ 'ਚ ਮੇਰੇ ਪੂਰਾ ਹੋ ਗਿਆ। ਸਮਝ ਨਹੀਂ ਆਉਂਦਾ। ਜਿੱਦਾਂ ਹੁਣ ਭੱਟੀ ਸਾਹਿਬ ਨੇ ਦੱਸਿਆ, ਅਲਕੋਹਲ, ਯੂਰੀਆ ਤੇ ਧਤੂਰਾ, ਇਹ ਆਮ ਜਿਹੜੀਆਂ ਚੀਜ਼ਾਂ, ਇਹ ਬੜੀਆਂ ਖਤਰਨਾਕ ਚੀਜ਼ਾਂ ਬਣ ਜਾਂਦੀਆਂ। ਜਦੋਂ ਅਲਕੋਹਲ ਦੇ ਵਿੱਚ ਤੁਸੀਂ ਯੂਰੀਆ ਪਾ ਦਿੰਦੇ ਆ, ਵਿੱਚ ਧਤੂਰਾ ਪਾ ਦਿਓ, ਤਾਂ ਇਹ ਇੱਕ ਕਿਸਮ ਦੀ ਐਡੀ ਵੱਡੀ ਜ਼ਹਿਰ ਬਣ ਜਾਂਦੀ ਆ, ਬੰਦੇ ਨੂੰ ਇੱਕ ਪਲ ਵੀ ਜਾਣੀ ਫਰਕਣ ਨਹੀਂ ਦਿੰਦੀ। ਤਾਂ ਇਹ ਜਿਹੜੀਆਂ ਗੱਲਾਂ ਆ, ਇਹ ਚੀਜ਼ਾਂ ਰਲਾ ਕੇ ਜਦੋਂ ਇਦਾਂ ਦੀਆਂ ਵੇਚੀਆਂ ਜਾਂਦੀਆਂ, ਕਿਉਂ ਇਹ ਸਿਰਫ ਜਿੱਦਾਂ ਹੁਣ ਤੁਸੀਂ ਮੰਡ ਦੇ ਏਰੀਏ ਦੀ ਗੱਲ ਕੀਤੀ ਆ, ਮੰਡ ਦੇ ਏਰੀਏ ਦਰਿਆ ਦੇ ਨਾਲ ਸਾਰੇ ਲੋਕ ਤਕਰੀਬਨ ਕੱਢਦੇ ਆ। ਉੱਥੇ ਤੱਕ ਵੀ ਮੈਂ ਤਾਂ ਇਦਾਂ ਲੋਕ ਦੇਖੇ, ਜਦੋਂ ਮੈਂ ਉੱਥੇ, ਅਸੀਂ ਇੰਡੀਆ ਰਹੇ ਆ, ਕਈ ਵਾਰੀ ਉੱਥੇ ਹੁਣ ਸਾਡੇ ਕੋਲ ਆਪਣੇ ਟਰੱਕ ਹੁੰਦੇ, ਕਈ ਵਾਰੀ ਰੇਤਾ ਲੈਣ ਵੀ ਸਤਲੁਜ ਦਰਿਆ ਚਲ ਜਾਈਦਾ, ਤੇ ਜਦੋਂ ਟਰੱਕ ਲੈ ਕੇ ਉੱਥੋਂ ਨਿਕਲੀਦਾ ਸੀ ਤਾਂ ਮੈਂ ਦੇਖਿਆ ਵੀ ਕਈਆਂ ਨੇ ਤਾਂ ਭੱਠੀ ਜਿਹੜੀ ਹੁੰਦੀ ਸੀ, ਉਹ ਕੜਾਹੇ ਦੇ ਵਿੱਚ ਭੱਠੀ ਲਾ ਲੈਂਦੇ ਹੁੰਦੇ, ਉਹਦੇ ਵਿੱਚ ਚੱਲਦੀ ਰੱਖਦੇ। ਜੇ ਪੁਲਿਸ ਆ ਜਾਂਦੀ ਸੀ ਤਾਂ ਦੂਜੇ ਪਾਸੇ ਨੂੰ ਚਲ ਜਾਂਦੇ ਸੀ ਕੜਾਹਾ ਲੈ ਕੇ, ਜੇ ਦੂਜੇ ਪਾਸਿਓਂ ਆਉਂਦੀ ਤਾਂ ਦੂਏ ਪਾਸੇ ਨੂੰ ਚਲ ਜਾਂਦੇ ਸੀ। ਇਦਾਂ ਦੇ ਧੰਦੇ ਵੀ ਬਹੁਤ ਚੱਲਦੇ ਰਹੇ ਸ਼ਰਾਬ ਦੇ ਉੱਥੇ। ਤੇ ਕਿਉਂਕਿ ਆਹ ਜਿਹੜਾ ਬਹੁਤ ਜ਼ਿਆਦਾ ਮਾੜਾ ਕੰਮ ਹੋਇਆ ਜਿਹੜਾ ਪੰਜਾਬ ਦੇ ਵਿੱਚ, ਇਸ ਵੇਲੇ ਕਾਂਗਰਸ ਸਰਕਾਰ ਨੇ, ਦੇਖੋ ਜੀ ਇਹਦੇ ਵਿੱਚ ਜਿੱਦਾਂ ਭੱਟੀ ਸਾਹਿਬ ਨੇ ਵੀ ਦੱਸਿਆ, ਪੂਰੇ MLA ਦੀ ਜਾਂ ਪੂਰਾ ਪ੍ਰਸ਼ਾਸਨ, ਜਿਹੜੇ ਬੰਦੇ ਹੈਗੇ ਆ, ਇਹ ਵਿੱਚ ਪੂਰੀ ਗਿਣਤੀ ਦੇ ਵਿੱਚ, ਜਦੋਂ ਵੀ ਇਹ ਜਿੱਦਾਂ ਹੁਣ ਈਡੀ ਦੀ ਇਹਨਾਂ ਨੇ ਕਿਹਾ ਵੀ ਹੋਊਗੀ ਇਹਦੀ ਜਾਂਚ, ਜੇ ਜਾਂਚ ਹੋਈ ਹੈ, ਨਿਰਪੱਖ ਜਾਂਚ ਹੋਈ, ਤਾਂ ਤੁਸੀਂ ਦੇਖਿਓ ਆਉਣ ਵਾਲੇ ਸਮੇਂ ਲਈ ਇਹਦੇ ਰਿਜ਼ਲਟ ਜਿਹੜੇ ਹੋਰ ਨਿਕਲਣਗੇ, ਕਿਉਂਕਿ ਬਹੁਤ ਵੱਡੇ ਵੱਡੇ ਮੰਤਰੀ, ਲੀਡਰ, ਇਦਾਂ ਦੇ ਬੰਦੇ ਆਉਣੇ ਆ। ਰੰਧਾਵਾ ਸਾਹਿਬ, ਇੱਕ ਤਾਂ ਤੁਸੀਂ ਕਿਹਾ ਯੂਰੀਆ, ਜਿਹੜੀ ਦੂਜੀ ਚੀਜ਼ ਕਹੀ ਆ ਉਹ ਕੀ ਸੀਗੀ ਜਿਹੜੀ ਵਿੱਚ ਪਾਉਂਦੇ? ਧਤੂਰਾ ਜੀ, ਧਤੂਰਾ ਕੀ ਹੁੰਦਾ? ਉਹ ਕੀ ਚੀਜ਼ ਕੀ ਆ? ਉਹ ਕੀ ਚੀਜ਼? ਜ਼ਹਿਰ ਆ, ਉਹ ਵੀ ਇੱਕ ਜ਼ਹਿਰ ਹੈ, ਜ਼ਹਿਰੀਲਾ ਪਦਾਰਥ ਹੈ। ਅੱਛਾ ਜੀ।
ਉਹ ਵੀ ਇੱਕ ਹਾਂਜੀ ਉਹ ਹਾਂਜੀ ਵੀ ਇੱਕ ਪਦਾਰਥ ਹੀ ਆ। ਜਿੱਦਾਂ ਹੁਣ ਕਈ ਵਾਰੀ ਅੱਗੇ ਕਈ ਪਾਉਂਦੇ ਆ ਧਤੂਰਾ, ਜਿਹੜਾ ਕਈ ਵਾਰੀ ਕਈਆਂ ਚੀਜ਼ਾਂ 'ਚ ਵੀ ਰਲਾਉਂਦੇ ਆ, ਫੀਮ 'ਚ ਵੀ ਧਤੂਰਾ ਰਲਾਉਂਦੇ ਕਈ ਵਾਰੀ, ਇਦਾਂ ਦੀਆਂ ਚੀਜ਼ਾਂ। ਉਹ ਇੱਕ ਕਿਸਮ ਦਾ ਉਹ ਜਿਹੜੀ ਰਾਮੇਵਾਲ ਦੀ ਇਹਦੀ ਡੋਜ਼ ਵਧਾਉਣ ਵਾਲੀ ਗੱਲ ਜਿਹੜੀ ਇਹ ਚੀਜ਼ ਹੁੰਦੀ ਆ, ਹੋਰ ਕੋਈ ਗੱਲ ਨਹੀਂ। ਹਾਂਜੀ ਜਿਹੜੀ ਭੱਟੀ ਸਾਹਿਬ। ਅੰਨੇਪਨ ਦੀ ਗੱਲ ਆ ਨਾ, ਜਿਹੜੀ ਅੰਨੇਪਨ ਦੀ ਗੱਲ ਹਾਂ, ਕਰਦੇ ਚ ਮਿਥੌਲ ਤੇ ਥੌਲ ਜਿਹੜੀ ਉਹ ਬਣਾਉਂਦੇ ਆ ਨਾ, ਜੋ ਕੈਮੀਕਲ ਮੰਗਾਉਂਦੇ ਆ, ਉਹ ਅੰਨਾ ਬੰਦੇ ਨੂੰ ਕਰਦਾ ਵਾ। ਅੱਛਾ ਜੀ, ਉਹਦਾ ਬੰਦਾ ਅੰਨਾ ਨਹੀਂ ਹੁੰਦਾ, ਅੰਨਾ ਨਹੀਂ ਹੁੰਦਾ। ਉਹ ਸਿਰਫ ਜਿਹੜੀ ਬਿਲਕੁਲ। ਮਿਥੌਲ ਤੇ ਥੌਲ ਜਦੋਂ ਲੋੜ ਤੋਂ ਵੱਧ, ਮਾਤਰਾ ਤੋਂ ਵੱਧ ਪੈ ਜਾਂਦੀ, ਉਹ ਤੋਂ ਬੰਦਾ ਅੰਨਾ ਵੀ ਹੁੰਦਾ, ਤੇ ਉਹਨੂੰ ਫਿਰ ਉਹਦੀਆਂ ਕਿਡਨੀਆਂ ਵੀ ਖਰਾਬ ਹੁੰਦੀਆਂ, ਹਾਰਟ ਵੀ ਫੇਲ ਹੁੰਦਾ, ਸਭ ਕੁਝ ਫੇਲ ਹੁੰਦਾ ਉਹਦਾ ਮੁੜ ਕੇ। ਹਾਂਜੀ ਕਾਲੇ ਭਾ, ਮੇਰੇ ਜੇ ਕੀਤੀ ਆਪਾਂ ਗੱਲ ਡਿਗਰੀ ਕਿਉਂ ਉਹਦਾ ਮੈਂ ਗੱਲ, ਚਲੋ ਦੱਸ ਰਿਹਾ ਸੀ। ਹਾਂਜੀ ਜੀ ਜੀ ਚਲੋ ਠੀਕ ਆ। ਇਹ ਕਾਲੇ ਭਾ ਜਿਹੜੀ ਗੱਲ ਕਰਦੇ ਆ ਆਪਾਂ, ਜੇ ਆਪਾਂ ਗੱਲ ਕਰਦੇ ਆ ਸ਼ਰਾਬ ਦੀ, ਕਿਉਂਕਿ ਸ਼ਰਾਬ ਤੇ ਜੇ ਆਪਾਂ ਕਹੀਏ ਆਜ਼ਾਦੀ ਤਕਰੀਬਨ ਦੁਨੀਆ ਬਣੀ ਉਦੋਂ ਦੀ ਸ਼ਰਾਬ ਬਣੀ ਹੈ ਨਾਲ, ਹੈਨਾ। ਲੇਕਿਨ ਜੇ ਗੱਲ ਕੀਤੀ ਜਾਵੇ, ਹਾਂਜੀ ਪਹਿਲਾਂ ਵੀ ਇੰਨੇ ਅਨੇਕਾਂ ਬੰਦੇ ਸ਼ਰਾਬ ਦੇ ਨਾਲ ਮਰੇ ਆ। ਜਾਂ 2 ਨੰਬਰ ਦੀ ਵਿੱਚ ਕੋਈ ਕਿਸੇ ਨੇ ਕੁਛ ਮਿਲਾਤਾ ਵੀ ਸਾਡੀ ਸ਼ਰਾਬ ਖਰੀ ਲੱਗੇ ਪੀਣ ਨੂੰ, ਸਾਡੀ ਸ਼ਰਾਬ ਖਰੀ ਲੱਗੇ। ਲੇਕਿਨ ਜੇ ਪੰਜਾਬ ਸਰਕਾਰ ਬਣੀ ਸੀ, ਕੈਪਟਨ ਅਮਰਿੰਦਰ ਸਿੰਘ ਨੇ ਹੱਥ 'ਚ ਗੁਟਕਾ ਫੜ ਕੇ ਸਹੁੰ ਖਾਧੀ ਸੀ ਕਿ ਮੈਂ 4 ਹਫ਼ਤਿਆਂ 'ਚ ਪੰਜਾਬ 'ਚੋਂ ਨਸ਼ਾ ਖਤਮ ਕਰ ਦੂੰ। ਲੇਕਿਨ ਅੱਜ ਉਹਦੇ ਰਾਜ 'ਚ ਹੋਣ ਡਿਆ, ਤੇ ਉਹਨਾਂ ਦੇ ਮਿਨਿਸਟਰ ਕਹਿ ਰਹੇ ਆ, ਰਵਨੀਤ ਬਿੱਟੂ ਵਰਗੇ, ਕਿ ਇਹ ਪੰਚਾਇਤਾਂ ਦਾ ਕੰਮ ਆ। ਕੀ ਤੁਹਾਨੂੰ ਲੱਗਦਾ ਵੀ ਇਹ ਇਸ ਪ੍ਰਸ਼ਾਸਨ ਨੂੰ ਰੋਕਣਾ ਚਾਹੀਦਾ, ਜਾਂ ਪਿੰਡ ਦੀਆਂ ਪੰਚਾਇਤਾਂ ਨੂੰ ਰੋਕਣਾ ਚਾਹੀਦਾ? ਦੇਖੋ ਬਲਿਹਾਰ ਸਿੰਘ ਜੀ, ਆਪਣੇ ਦੂਰ ਦਰੇਡੇ ਦੇਸ਼ ਵਿਦੇਸ਼ਾਂ ਦੇ ਵਿੱਚ ਸੁਣ ਰਹੀਆਂ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਤੋ ਪੱਟੀ ਸਾਹਿਬ ਉਸ ਏਰੀਏ 'ਚ ਰਹਿੰਦੇ ਆ, ਤੇ ਵੈਸੇ ਸਵੇਰੇ ਮੈਂ ਅੱਜ ਇੰਟਰਵਿਊ ਸੁਣ ਲਿਆ ਸੀ ਸੁਖਪਾਲ ਸਿੰਘ ਖਹਿਰਾ, ਉਹ ਗਏ ਆ, ਤੇ ਮੈਂ ਲੋਕਾਂ ਦੀ ਇੰਟਰਵਿਊ ਸਵੇਰੇ ਸੁਣੀ ਆ। ਉਹ ਪਿੰਡ 'ਚ ਸ਼ਰਾਬ ਨਹੀਂ ਨਿਕਲਦੀ, ਇਹ ਜਿਹੜੀ ਸ਼ਰਾਬ ਆ ਇਹਨੂੰ ਕੋਈ ਬੰਦਾ ਨਹੀਂ ਕੱਢ ਰਿਹਾ, ਇਹ ਡਰਮੀਆਂ ਦੇ ਵਿੱਚ ਪੈਕ ਆਉਂਦੀ ਆ, ਪੈਕ ਆਣ ਕੇ ਪਿੰਡ ਦੇ ਵਿੱਚ ਸਪਲਾਈ ਹੁੰਦੀ ਆ। ਜਿਸ ਤਰ੍ਹਾਂ ਪੱਟੀ ਸਾਹਿਬ ਨੇ ਪਹਿਲੋਂ ਦੱਸਿਆ ਕਿ ਉਹ ਲੋਕੀ ਕੰਪਲੇਂਟਾਂ ਕਰ ਚੁੱਕੇ ਆ ਇਸ ਦੇ ਉੱਤੇ। ਪਿੱਛੇ ਜੇ ਵੀ ਆਪਾਂ ਇੱਕ, ਮੇਰਾ ਖਿਆਲ ਚਿਰ ਹੋਇਆ, ਸ਼ਾਇਦ ਪ੍ਰੋਗਰਾਮ ਵੀ ਕੀਤਾ ਸੀ, ਉੱਤੇ ਇੱਕ ਬੰਦੇ ਨੂੰ ਪਿੰਡ 'ਚ ਚਿੱਟਾ ਰੋਕਣ ਤੋਂ, ਵੇਚਣ ਤੋਂ ਰੋਕਿਆ ਗਿਆ। ਉਹਨਾਂ ਨੇ ਉਹ ਬੰਦੇ ਦਾ, ਸਰਪੰਚ ਦਾ ਕਤਲ ਕਰਤਾ ਸੀਗਾ। ਇਹ ਜਿਹੜੀਆਂ ਇਹ ਸ਼ਕਤੀਆਂ ਕੰਮ ਕਰਦੀਆਂ, ਇਹ ਆਮ ਲੋਕ, ਜਿਹੜੇ ਲੋਕ ਪੁਲਿਸ ਨਾਲ, ਚਾਹੇ ਉਹ ਬੰਦੇ ਆ ਚਾਹੇ ਉਹ ਬੁੜੀਆਂ, ਜਿਹੜੀ ਹੁਣ ਰਾਮੇਵਾਲ ਸਾਹਿਬ ਦਰਿਆ ਤੇ ਸ਼ਰਾਬ ਨਿਕਲਦੀ ਸੀ, ਉਹਦੇ ਵਿੱਚ ਇੰਨਾ ਗੰਦਮੰਦ ਨਹੀਂ ਹੁੰਦਾ ਸੀਗਾ, ਕਿਉਂਕਿ ਉਹ ਸ਼ਰਾਬਾਂ ਹੁਣ ਦਰਿਆ ਵਾਲੀਆਂ ਸ਼ਰਾਬਾਂ ਨਹੀਂ ਗੀਆਂ। ਇਹ ਸ਼ਰਾਬਾਂ ਦਰਿਆ ਵਾਲੀਆਂ ਬਹੁਤ ਘੱਟ ਨੇ। ਇਹ ਸ਼ਰਾਬਾਂ ਕੈਮੀਕਲ ਦੇ ਨਾਲ ਬਣਾਉਂਦੇ ਆ, ਇਹ ਫੈਕਟਰੀਆਂ ਦੇ ਵਿੱਚ ਬਣਦੀ ਆ। ਇਹ ਬਣਦੀ ਆ ਵੱਡੇ ਮਿਨਿਸਟਰਾਂ ਦੀਆਂ ਸ਼ਹਿਰ ਦੇ ਉੱਤੇ, ਜਾਂ ਉਹਨਾਂ ਦੀਆਂ ਫੈਕਟਰੀਆਂ ਦੇ ਵਿੱਚ ਇਹਨਾਂ ਨੂੰ ਗਾਂ ਵਿਕਾਉਂਦੇ, ਇਹਨੂੰ ਪੁਲਿਸ ਵਾਲੇ ਆ। ਇਹ ਕੋਈ ਆਮ ਬੰਦਾ ਨਹੀਂ, ਇਹਨੂੰ ਬੁੜੀਆਂ ਨਹੀਂ ਕੱਢ ਰਹੀਆਂ। ਹੁਣ ਇਹ ਬੰਦੇ ਵੀ ਤਾਂ ਹੀ ਮਰਦੇ ਆ ਜਦੋਂ ਵੀ ਇਹ ਜ਼ਿਆਦੀ ਮਾਤਰਾ ਦੇ ਵਿੱਚ ਗੱਡੀਆਂ ਦੇ ਵਿੱਚ ਲੋਡ ਹੋ ਕੇ, ਡਰਮੀਆਂ ਦੇ ਵਿੱਚ ਪੈਕ ਹੋ ਕੇ ਇਹ ਪਿੰਡਾਂ ਦੇ ਵਿੱਚ ਸਪਲਾਈ ਹੁੰਦੀ ਆ, ਤੇ ਵਕਾ ਇਹਨੂੰ ਪੁਲਿਸ ਰਹੀ ਆ, ਤੇ ਵੇਚਦੀ ਉਹ ਗੌਰਮੈਂਟ ਦੇ ਸਿਰ ਤੇ ਆ। ਇਹ ਜਿੰਨੀਆਂ ਮਰਜ਼ੀ ਝੂਠੇ ਵਾਅਦੇ ਕਰੀ ਜਾਣ ਲੋਕਾਂ ਨੇ, ਚਾਹੇ ਕੋਈ ਚਿੱਟਾ, ਚਾਹੇ ਕੋਈ ਦਾਰੂ ਆ। ਚਿੱਟਾ ਅੱਗੇ ਰੱਜ ਕੇ ਅਕਾਲੀਆਂ ਦੀਆਂ ਸਰਕਾਰਾਂ ਵੇਲੇ ਵੀ ਵਿਕਿਆ, ਹੁਣ ਵੀ ਵਿਕਦਾ। ਹੁਣ ਤਾਂ ਚਿੱਟੇ ਦੀ ਸੈਚੂਏਸ਼ਨ ਇਹ ਆ ਕਿ ਆਮ ਪਿੰਡਾਂ ਦੇ ਵਿੱਚ ਇਹ ਮਿਲਦਾ, ਤੇ ਇਹਨੂੰ ਵੇਚ ਵੀ ਉਹ ਗਰੀਬ ਲੋਕ ਰਹੇ ਆ, ਜਿਹੜੇ ਮਹੀਂ ਰੋਟੀ ਖਾਂਦੇ ਆ। ਤੇ ਜਿੱਥੋਂ ਮਰਜ਼ੀ ਚਿੱਟਾ ਲੈ ਲਓ, 400 ਦੀ ਇੱਕ ਪੁੜੀ ਉਹ ਪਿੰਡਾਂ ਦੇ ਵਿੱਚ ਵਿਕਦੀ ਆ। ਤੇ ਇਹ ਸਾਰੀ ਇਹ ਸਾਰਾ ਜਿੰਨਾ ਵੀ ਇਹ ਖਿਲਾਰਿਆ ਹੈਗਾ, ਇਹ ਨਸ਼ੇ ਦਾ ਜਾਲ, ਇਹ ਗੌਰਮੈਂਟਾਂ ਨੇ ਖਿਲਾਰਿਆ ਹੈਗਾ, ਤੇ ਇਹਨੂੰ ਗੌਰਮੈਂਟਾਂ ਹੀ ਡੱਕ ਸਕਦੀਆਂ। ਤੇ ਮੈਂ ਹਮੇਸ਼ਾ ਕਹਿੰਦਾ ਹੁੰਦਾ, ਕਸੂਰ ਸਾਡੇ ਲੋਕਾਂ ਦਾ, ਕਸੂਰ ਸਾਡੇ ਲੋਕਾਂ ਦਾ। ਅਸੀਂ ਉਦੋਂ ਜਿਹੜੀ ਸਰਕਾਰ ਲਿਆਉਨੇ ਆ, ਕਦੀ ਅਕਾਲੀ ਫੜ ਲਿਆਉਨੇ ਆ, ਕਦੀ ਕਾਂਗਰਸ ਫੜ ਲਿਆਉਨੇ ਆ, ਤੇ ਉਹ ਫਿਰ ਇਹ ਕੁਛ ਹੀ ਹੁੰਦਾ। ਕਿਉਂਕਿ ਜਦੋਂ ਅਸੀਂ ਵੋਟ ਦਾ ਅਧਿਕਾਰ ਵੇਚ ਦਿੰਦੇ ਆ, ਵੇਚ ਕੇ ਅਸੀਂ ਵੋਟਾਂ ਪਾਉਨੇ ਆ, ਜ਼ਿਆਦਾਤਰ ਜਿਹੜੀਆਂ ਵੋਟਾਂ ਹੈਗੀਆਂ ਉਹ ਵੋਟਾਂ ਗਰੀਬ ਲੋਕਾਂ ਦੀਆਂ ਜ਼ਿਆਦੇ ਆ। ਉਹ ਲੋਕੀ ਕੰਮ ਨਾ ਕਰਨਾ ਪਵੇ, ਈਜੀ ਮਨੀ ਬਣੇ, ਤੇ ਉਹ ਫੇ ਮੰਤਰੀ ਈਜੀ ਮਨੀ ਉਹਨਾਂ ਦੀ ਬਣਾਉਂਦੇ ਆ, ਤੇ ਵੋਟਾਂ ਆਪਦੀਆਂ ਕਾਇਮ ਰੱਖਦੇ ਆ। ਇਸ ਤਰੀਕੇ ਦੇ ਨਾਲ ਇਹ ਨਸ਼ਾ ਵਿਕ ਰਿਹਾ, ਨਾ ਕਿ ਇਹ ਦਾਰੂ ਪਿੰਡ ਵਾਲੇ ਕੱਢ ਰਹੇ ਆ। ਉੱਥੇ ਅੱਜ ਮੈਂ ਇੰਟਰਵਿਊ ਸੁਣਦਾ ਸੀ, 12 ਬੰਦੇ ਉਹਨਾਂ ਦੇ ਮਰ ਗਏ ਆ, 12 ਬੰਦੇ ਉਹਨਾਂ ਦੇ ਮਰ ਗਏ ਆ, ਤੇ 3-4 ਬੰਦੇ ਜਿਹੜੇ ਆ ਉਹ ਹਸਪੀਟਲ ਪਏ ਆ।
ਮੈਂ ਅੱਜ ਸਵੇਰੇ ਇੰਟਰਵਿਊ ਸੁਣੀ ਆ ਜਿਹੜੀ ਕਿ ਸੁਖਪਾਲ ਖਹਿਰਾ ਨੇ ਉੱਥੇ ਜਾ ਕੇ ਪਿੰਡ 'ਚ ਲੋਕਾਂ ਦੇ ਨਾਲ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੇ ਲੰਗਰ ਹਾਲ ਦੇ ਵਿੱਚ ਬਹਿ ਕੇ ਉਹ ਮੀਟਿੰਗ ਹੋ ਰਹੀ ਸੀਗੀ। ਬਿਲਕੁਲ ਮੈਂ ਰਿਣੀਆ ਕਾਲੇਪਾ, ਕਿਉਂਕਿ ਜੇ ਆਪਾਂ ਗੱਲ ਕੀਤੀ ਜਾਵੇ, ਜਦੋਂ ਆਪਾਂ ਵੇਖਦੇ ਹਾਂ ਪੱਟੀ ਸਾਹਿਬ ਜੀ, ਕਿਉਂਕਿ ਪੰਜਾਬ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਆਫਤ ਆਈ ਰਹਿੰਦੀ ਆ, ਪਰ ਆਪਾਂ ਗੱਲ ਕਰਦੇ ਹਾਂ ਪੰਜਾਬ ਦੀ ਧਰਤੀ ਦੀ ਅੱਜ, ਕਿਉਂਕਿ ਪੰਜਾਬ ਦੇ ਵਿੱਚ ਜੇ ਪਿੱਛੇ ਜਿਹਾ ਕਰੋਨਾ ਦਾ ਕਹਿਰ ਚੱਲ ਰਿਹਾ, ਉਦੋਂ ਪਹਿਲਾਂ ਵੀ ਕਿੰਨੀਆਂ ਆਫਤਾਂ ਆਉਂਦੀਆਂ, ਕਦੀ ਹੜ੍ਹ ਆ ਗਿਆ, ਕਦੀ ਕੁਛ ਆ ਗਿਆ। ਜੇ ਹੜ੍ਹਾਂ ਦੀ ਵੀ ਗੱਲ ਕਰਦੇ ਆ ਤੇ ਉਹ ਸਰਕਾਰਾਂ ਨੂੰ ਉਦੋਂ ਹੀ ਚੇਤਾ ਆਉਂਦਾ ਜਦੋਂ ਹੜ੍ਹ ਆ ਜਾਂਦੇ ਆ, ਲੇਕਿਨ ਪਹਿਲਾਂ ਕੋਈ ਰੋਕਥਾਮ ਨਹੀਂ ਹੁੰਦੀ। ਪੱਟੀ ਸਾਹਿਬ, ਕੀ ਇਹਦੇ ਤੇ ਜਿਹੜੀ ਹੁਣ ਪਿੰਡਾਂ 'ਚ ਇੰਨੀਆਂ ਮੌਤਾਂ ਹੋਈਆਂ ਸ਼ਰਾਬ ਦੇ ਕਾਰਨ, ਪਤਾ ਲੱਗਾ ਈਡੀ ਬਿਠਾਲ ਦਿੱਤੀ, ਈਡੀ ਦਾ ਗਠਨ ਕਰ ਦਿੱਤਾ, ਲੇਕਿਨ ਪ੍ਰਸ਼ਾਸਨ ਨੇ ਉਹ ਬੰਦਿਆਂ ਨੂੰ ਫੜਿਆ ਜਾਂ ਪ੍ਰਸ਼ਾਸਨ ਨੇ ਫੜਨ ਦੀ ਕੋਈ ਗੱਲ ਕੀਤੀ ਜਾਂ ਨਹੀਂ? ਇੱਕੋ ਹੀ ਬੰਦਾ ਬਲਿਹਾਰ ਜੀ ਫੜ ਹੋਇਆ, ਸਿਰਫ ਉਹ ਵੀ ਅਕਾਲੀ ਪਾਰਟੀ ਦਾ ਸੰਬੰਧਤ ਆ। ਮੈਂ ਦੱਸ ਪੱਟੀ ਸਾਹਿਬ ਨੂੰ ਇਹਦੇ ਵਿੱਚ ਜੀ ਹੁਣ ਜਦੋਂ 119 ਬੰਦੇ ਮਰ ਗਏ ਤੇ ਸਰਕਾਰ ਦੀਆਂ ਅੱਖਾਂ ਕੁੜੀਆਂ ਨੇ। ਅੱਜ ਤੋਂ 11 ਮਹੀਨੇ ਪਹਿਲਾਂ ਸਾਡੀ ਏਜੰਸੀ ਨੇ ਪੰਜਾਬ ਪੁਲਿਸ ਦੇ ਡੀਜੀਪੀ ਤੇ ਪੰਜਾਬ ਸਰਕਾਰ ਨੂੰ ਦੱਸ ਦਿੱਤਾ, ਪੰਜਾਬ ਦੇ ਵਿੱਚ ਜਿਹੜੀ ਮਾੜੀ ਸ਼ਰਾਬ, ਅਲਕੋਹਲ ਦੀ ਬਣੀ ਹੋਈ ਸ਼ਰਾਬ, ਰਸਾਇਣਕ ਜਿਹੜੀ ਸ਼ਰਾਬ ਬਣੀ ਹੋਈ ਆ, ਉਹ ਵਿਕ ਰਹੀ ਆ ਤੇ 500 ਬੰਦੇ ਵੇਚ ਰਹੇ ਨੇ। ਬਕਾਇਦਾ ਤੌਰ ਤੇ ਉਹਨਾਂ ਦੀ ਲਿਸਟ, ਉਹਨਾਂ ਦਾ ਨਾਂ, ਉਹਨਾਂ ਦੇ ਟੈਲੀਫੋਨ ਨੰਬਰ ਦਿੱਤੇ ਸੀ ਪੁਲਿਸ ਨੂੰ, ਤੇ ਆਪਣੀ ਸਰਕਾਰ ਨੇ ਕੋਈ ਕਾਰਵਾਈ ਨਹੀਂ ਹੋਈ। ਅੱਜ ਰੇਡ ਤੇ ਰੇਡ ਹੋ ਰਿਹਾ, ਸਭ ਜਗ੍ਹਾ ਜਿਹੜੀ ਉਹ ਤਪਾਸ਼ ਹੋ ਰਹੀ ਹੈ, ਸਭ ਜਗ੍ਹਾ ਜਾ ਕੇ ਇਨਕੁਆਇਰੀ ਹੋ ਰਹੀ ਹੈ, ਰਿਸਰਚ ਹੋ ਰਹੀ ਹੈ, ਪੁਲਿਸ ਭੱਜੀ ਫਿਰਦੀ ਆ ਤੇ ਹੁਣ ਤੱਕ 38 ਬੰਦੇ ਗ੍ਰਿਫਤਾਰ ਕੀਤੇ ਗਏ ਨੇ। ਅੱਛਾ ਜੀ। ਜਿਨ੍ਹਾਂ ਵਿੱਚ ਜਿਹੜਾ ਕਬੀਰ ਜੀ ਨੇ ਕਿਹਾ ਵੀ ਅਕਾਲੀ ਵੀ ਹੈਗਾ, ਉਹ ਚਲੋ ਅਕਾਲੀ ਕਾਂਗਰਸੀ ਸਾਰੇ ਵੱਡੇ, ਇੱਕ ਕਾਂਗਰਸੀ ਫੜਿਆ ਗਿਆ ਮੇਜਰਾ ਬਲਟੋਏ ਤੋਂ, ਉਹਦੇ ਕੋਲੋਂ ਸ਼ਰਾਬ ਵੀ ਫੜੀ ਗਈ, ਲਾਣ ਵੀ ਫੜੀ ਗਈ। ਉਹ ਕਹਿੰਦਾ ਜੀ ਮੈਂ ਐਮਐਲਏ ਦਾ ਬੰਦਾ ਵਾਂ, ਐਮਐਲਏ ਮੁੱਕਰ ਗਿਆ, ਮੇਰਾ ਬੰਦਾ ਹੀ ਨਹੀਂ ਜੇ। ਕੱਲ ਤੱਕ ਜਦੋਂ ਤੇਰੀ ਜੇਬ ਭਰਦਾ ਸੀ ਉਦੋਂ ਤੇਰਾ ਬੰਦਾ ਸੀ, ਅੱਜ ਤੇਰਾ ਬੰਦਾ ਨਹੀਂ ਹੈਗਾ। ਇਹ ਜਿਹੜਾ ਗੋਰਖ ਧੰਦਾ ਨਹੀਂ ਜੀ, ਇਹ 2000 ਕਰੋੜ ਦਾ ਗੋਰਖ ਧੰਦਾ ਵਾ। ਇਹਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ 2017 ਚ ਆਇਆ, ਉਦੋਂ ਇਹਨਾਂ ਦਾ ਰੈਵਨਿਊ ਮਿਲਿਆ ਇਹਨਾਂ ਨੂੰ 4406 ਦਾ ਮਾਰਚ ਤੱਕ। ਜਦੋਂ 2018 ਦੀ ਮਾਰਚ ਦੀ ਗੱਲ ਆਈ ਤੇ 5135 ਕਰੋੜ। ਜਦੋਂ 2019 ਦੀ ਗੱਲ ਆਈ, ਇਹਨਾਂ 6000 ਟੀਚਾ ਰੱਖਿਆ ਸੀ, ਮਿਲਿਆ ਕਿੰਨਾ? 75 ਕਰੋੜ। ਹੁਣ 2020 ਚ ਇਹ ਹੋਰ ਘਟੇਗਾ, ਕਿਉਂਕਿ ਸਾਡੀ ਇੱਕ ਸਟੋਰੀ ਆ, ਜਿਹੜੀਆਂ ਡਿਸਟਿਲਰੀਆਂ ਉੱਥੋਂ ਸ਼ਰਾਬ ਜਿਹੜੀ ਉਹ ਸਿੱਧੀ ਬਿਲ ਨਹੀਂ ਕੱਟੇ ਜਾ, ਸਾਰੀ ਬਾਹਰ ਵੇਚੀ ਜਾ ਰਹੀ ਹੈ, ਸਮਗਲਿੰਗ ਕੀਤੀ ਜਾ ਰਹੀ ਹੈ। ਉਹਦੇ ਵਿੱਚ ਇਕੱਲਾ ਇੱਕ ਬੰਦਾ, ਦੋ ਨਹੀਂ, ਮੁੱਖ ਮੰਤਰੀ ਲੈ ਕੇ ਸਭ ਸ਼ਾਮਲ ਨੇ ਇਸ ਗੋਰਖ ਧੰਦੇ ਵਿੱਚ, ਕਿਉਂਕਿ ਕਮਾਈ ਵਾਲਾ ਮਾਮਲਾ ਜੀ। ਲੇਕਿਨ ਜੇ ਜਿੱਦਾਂ ਪੱਟੀ ਸਾਹਿਬ ਤੁਸੀਂ ਗੱਲ ਕੀਤੀ ਆ ਵੀ ਬੰਦਾ ਕਹਿੰਦਾ ਮੈਂ ਐਮਐਲਏ ਦਾ ਬੰਦਾ ਖਾਸ ਆ, ਲੇਕਿਨ ਮੁੱਕਰ ਗਿਆ, ਇਹ ਕੋਈ ਨਵੀਂ ਗੱਲ ਨਹੀਂ, ਇਹ ਪਹਿਲਾਂ ਵੀ ਚੱਲਦਾ ਆ, ਚਾਹੇ ਉਹ ਸ਼ਰਾਬ ਦਾ ਗੱਲ ਹੋਵੇ, ਚਾਹੇ ਉਹ ਚਿੱਟੇ ਦੀ ਗੱਲ ਹੋਵੇ, ਜਾਂ ਕੋਈ ਹੋਰ ਮਸਲਾ ਹੋਵੇ, ਜਾਂ ਰੇਤੇ ਦੀ ਮਾਈਨਿੰਗ, ਰੇਤਾ ਕੱਢਣ ਦੀ ਗੱਲ ਹੋਵੇ, ਜਾਂ ਹੋਰ ਕੋਈ ਬਜਰੀ ਦੀ ਗੱਲ ਹੋਵੇ, ਜਾਂ ਕਿਸੇ ਹੋਰ ਚੀਜ਼ ਦੀ ਗੱਲ ਹੋਵੇ, ਹਮੇਸ਼ਾ ਹੀ ਐਮਐਲਏ ਮੁੱਕਰ ਜਾਂਦੇ ਕਿ ਮੇਰਾ ਨਹੀਂ, ਲੇਕਿਨ ਫਿਰ ਬੈਕ ਪਿੱਛੋਂ ਦੀ ਆਣ ਕੇ ਉਹਦੀ ਬੰਦੇ ਦੀ ਮਦਦ ਕਰਕੇ ਉਹਨੂੰ ਲੋਕਾਂ ਦੇ ਸਾਹਮਣੇ ਮੁੜ ਕੇ 6 ਮਹੀਨੇ ਬਾਅਦ ਉਹੀ ਬੰਦਾ ਤੁਰਿਆ ਫਿਰਦਾ ਹੁੰਦਾ। ਰੰਧਾਵਾ ਸਾਹਿਬ, ਇਹੋ ਜਿਹੇ ਮਿਨਿਸਟਰਾਂ ਬਾਰੇ, ਇਹੋ ਜਿਹੇ ਐਮਐਲਏ ਬਾਰੇ ਕੀ ਕਹਿਣਾ ਚਾਹੁੰਦੇ, ਭਾਵੇਂ ਕਿਸੇ ਪਾਰਟੀ ਨਾਲ ਸੰਬੰਧ ਰੱਖਦੇ ਹੋਣ? ਹਾਂਜੀ ਰੰਧਾਵਾ ਸਾਹਿਬ, ਮੈਨੂੰ ਇਹ ਕਾਲੇ ਪਾ ਤੁਸੀਂ ਜੇ ਸੁਣਦੇ, ਤੁਸੀਂ ਦੱਸ ਦਿਓ ਇਹ ਜਵਾਬ ਇਸ ਗੱਲ ਦਾ। ਕਿਹੜਾ ਜੀ? ਆਪਣੇ ਬਈ ਜਿਹੜੀ ਇਹ ਰਾਮੇਵਾਲ ਸਾਹਿਬ, ਜਦੋਂ ਵੀ ਸਾਨੂੰ ਪੰਜਾਬ ਦੇ ਵਿੱਚ ਪ੍ਰੋਬਲਮ ਆਈ ਆ, ਉਹ ਪ੍ਰੋਬਲਮ ਐਮਐਲਏ ਵਾਲੇ ਹੀ ਕਰਾ ਰਹੇ ਆ। ਕਿਉਂ? ਜਿਹੜਾ ਆਪਣੇ ਮਹਿਦਪੁਰ ਏਰੀਆ ਹੈਗਾ ਆਪਣਾ, ਤੁਹਾਡੇ ਲਾਗੇ ਆ, ਤਕਰੀਬਨ ਉੱਥੇ ਵੀ 200-250 ਬੰਦਾ ਜਿਹੜਾ ਹੈਗਾ ਉਹ ਇਹੋ ਜਿਹਾ ਕੰਮ ਕਰਦਾ ਹੈ। ਤੇ ਉਹ ਪੱਕੀਆਂ ਵੋਟਾਂ ਆਪਣੇ ਏਰੀਏ 'ਚ ਵੀ ਜਿਹੜੇ 2 ਨੰਬਰ ਦਾ ਕੰਮ ਕਰਦੇ ਆ, ਉਹ ਪੱਕੀਆਂ ਵੋਟਾਂ ਐਮਐਲਏ ਦੀਆਂ ਹੁੰਦੀਆਂ। ਉਹ ਪੱਕੀਆਂ ਤਾਂ ਹੁੰਦੀਆਂ ਕਿ ਉਹਨਾਂ ਦੀ ਦੁਕਾਨਦਾਰੀ ਚੱਲਦੀ ਆ ਤੇ ਉਹ ਮਹੀਨਾ ਦਿੰਦੇ ਆ। ਮੈਂ ਤੁਹਾਨੂੰ ਸਾਡੇ ਛੋਟਾ ਜਿਹਾ ਪਿੰਡ, ਕੋਠਾ ਪਿੰਡ, ਜਦੋਂ ਆਪਣੇ ਘਰ ਨੂੰ ਜਾਂਦੇ, ਕਿੱਡਾ ਕੁ ਪਿੰਡ ਆ,
ਬਿਲਕੁਲ ਬਿਲकुल ਬਿਲकुल ਛੋਟਾ ਹੀ ਆ। ਉੱਥੇ ਵੀ ਕੈਮੀਕਲ ਦੀ ਕੱਢੀ ਸ਼ਰਾਬ ਰਾਤ ਨੂੰ ਘੋਲਦੀ ਆ ਮਸਾਲਾ ਤੇ ਕਮਾਈ ਸ਼ਰਾਬ ਵੇਚਦੀ ਆ, ਉਹ ਵਿਕੀ ਜਾਂਦੀ ਆ। ਉਹ ਵਿਕਾਉਂਦੇ ਕੌਣ ਆ? ਵਿਕਾਉਂਦੇ ਇਦਾਂ ਵੀ ਮੈਨੂੰ, ਅਸੀਂ ਜਦੋਂ ਛੋਟੇ ਹੁੰਦੇ ਸੀ ਨਾ, ਮੈਨੂੰ ਯਾਦ ਆ ਇੱਕ, ਤੇ ਸਾਡੇ ਉੱਥੋਂ ਪਿੰਡਾਂ ਦਾ ਬੰਦਾ ਸ਼ਰਾਬ ਵੇਚਦਾ ਹੁੰਦਾ ਸੀ ਤੇ ਨਵਾਂ HSO ਆਇਆ ਤੇ ਉਹਨੇ ਰਾਹ ਫੜ ਲਿਆਂਦੇ 3-4 ਤੇ ਇੱਕੋ ਸਾਡੇ ਬੰਦੇ ਨੂੰ ਫੜ ਕੇ ਲੈ ਗਏ। ਤੇ ਉਹ ਕਹਿੰਦਾ, ਉਹ ਰਾਹ ਉਹਨੇ ਢਾ ਲਿਆ, ਰਾਹ ਨੂੰ ਕਹਿੰਦਾ ਉਹ ਸ਼ਰਾਬ ਵੇਚਣੀ ਆ। ਉਹ ਕਹਿੰਦਾ ਨਹੀਂ ਮਹਾਰਾਜ ਮੈਂ ਨਹੀਂ ਵੇਚਦਾ। ਉਹ ਕਹਿੰਦੇ ਪਾਰੋ ਲੰਮਾ ਇਹਨੂੰ ਕੁੱਟੋ। ਬਈ ਸਾਲਾ ਜੇ ਤੂੰ ਸ਼ਰਾਬ ਨਹੀਂ ਵੇਚੇਗਾ ਤਾਂ ਪੈਸੇ ਤੇਰਾ ਪਿਓ ਦਊ ਸਾਨੂੰ। ਤੇ ਜਦੋਂ ਸਾਡੇ ਉਹ ਪਿੰਡੂ ਬੰਦੇ ਦੀ ਵਾਰੀ ਆਈ, ਉਹ ਕਹਿੰਦੇ ਉਹ ਤੂੰ ਸ਼ਰਾਬ ਵੇਚੇਗਾ? ਉਹ ਹਾਂਜੀ। ਉਹ ਕਹਿੰਦਾ ਮਹਾਰਾਜ ਜੇ ਸ਼ਰਾਬ ਨਹੀਂ ਵੇਚਣੀ ਮੈਂ ਭੁੱਖੇ ਮਰਨਾ। ਉਹ ਕਹਿੰਦੇ ਛੱਡ ਦਿਓ ਇਹਨੂੰ, ਚਾਹ ਪਿਆਓ, ਦੁੱਧ ਪਿਆਓ ਇਹਨੂੰ। ਇਹੋ ਜਿਹਾ ਤਾਂ ਚੱਕਰ ਆ। ਜਿੰਨੇ ਵੀ ਕੰਮ ਹੁੰਦੇ ਆ ਇਹ ਮਿਨਿਸਟਰ MLA ਇਹੋ ਜਿਹੇ ਕੰਮ ਏਰੀਏ ਦੇ ਵਿੱਚ MLA ਕਰਾ ਰਿਹਾ, ਉਹ ਕਰਾ ਰਿਹਾ ਪੁਲਿਸ ਰਾਹੀਂ। ਪੁਲਿਸ ਉਹਨਾਂ ਤੋਂ ਮਹੀਨਾ ਲੈਂਦੀ ਆ, ਮਹੀਨਾ ਲੈ ਕੇ ਇਹ ਸਾਰੇ ਕੰਮ ਹੋ ਰਹੇ ਆ। ਇਹ ਕੋਈ ਚੋਰੀ ਛੁਪੀ ਕੰਮ ਨਹੀਂ ਹੋ ਰਿਹਾ। ਜਿਹੜੇ ਕੇਸ, ਹਾਂਜੀ। ਲੇਕਿਨ ਇਹਨਾਂ ਦੇ ਕਾਲੇ ਭਾ, ਇਹਨਾਂ ਦੀ ਰੋਕਥਾਮ ਕਿੱਦਾਂ ਕੀਤੀ ਜਾਵੇ? ਰੋਕ ਬਲਿਹਾਰ ਪਾ ਤੁਸੀਂ ਥੋੜੀ ਕਰ ਸਕਦੇ ਆ, ਨਾ ਮੈਂ ਕਰ ਸਕਦਾ। ਇਹ ਤਾਂ ਗੌਰਮੈਂਟ ਨੇ, ਭੱਟੀ ਸਾਹਿਬ ਸਿਆਣੇ ਸੂਝਵਾਨ ਪੱਤਰਕਾਰ ਬੈਠੇ ਪੁਰਾਣੇ, ਇਹ ਤਾਂ ਗੌਰਮੈਂਟਾਂ ਦੇ ਕੰਮ ਆ ਤੇ ਗੌਰਮੈਂਟਾਂ ਨੇ ਬੰਦ ਕਰਨੇ ਆ। ਜਿਵੇਂ ਦੁਨੀਆ ਦੇ ਹੁੰਦਾ ਏਰੀਏ ਦੇ ਵਿੱਚ ਹੁੰਦੇ ਆ ਆਹ ਆਪਣੇ ਗੈਂਗਸਟਰ ਮੁੰਡੇ ਹੁੰਦੇ ਆ, ਇਹ ਕਿੱਦਾਂ ਫੇ ਫੜ ਲੈਂਦੇ ਆ ਮੁੜ ਕੇ? ਜਦੋਂ ਇਹ ਗੌਰਮੈਂਟ ਨੂੰ ਅੱਖਾਂ ਦਿਖਾਉਣ ਲੱਗ ਪੈਂਦੇ ਆ, ਉਦੋਂ ਕਿਤੇ ਨਾ ਕਿਤੇ ਇਹਨਾਂ ਨੂੰ ਕਾਊਂਟਰ ਕਰਕੇ ਮਾਰ ਦਿੱਤਾ ਜਾਂਦਾ। ਉਦੋਂ ਕਿੱਦਾਂ ਕੰਟਰੋਲ ਕਰਦੇ? ਗੌਰਮੈਂਟਾਂ ਕੰਟਰੋਲ ਕਰ ਸਕਦੀਆਂ, ਪਰ ਗੌਰਮੈਂਟ ਜਿੱਦਾਂ ਭੱਟੀ ਸਾਹਿਬ ਨੇ ਦੱਸਿਆ ਕਰੋੜਾਂ ਰੁਪਈਆ ਬਣਾ ਰਹੀ ਆ। ਉਹ ਸਾਰੇ ਪਤਾ ਨਹੀਂ ਮੁੜ ਕੇ ਕੈਪਟਨ ਸਾਹਿਬ ਜੀ ਨੇ ਆਉਣਾ ਕਿ ਨਹੀਂ, ਪਰ ਫਿਰ ਉਮਰਾਂ ਦੀਆਂ ਰੋਟੀਆਂ ਇਕੱਠੀਆਂ ਕਰਦੇ ਆ। ਇਹ ਨਹੀਂ ਪਤਾ ਵੀ ਖਾਣੀਆਂ ਵੀ ਮਿਲਣੀਆਂ ਕਿ ਨਹੀਂ ਮਿਲਣੀਆਂ। ਬਿਲਕੁਲ ਬਿਲकुल ਬਿਲकुल ਇਹ ਚੱਕਰ ਆ ਜੀ। ਹਾਂਜੀ ਪੱਟੀ ਸਾਹਿਬ, ਜੇ ਇਹ ਜਿਸ ਤਰ੍ਹਾਂ ਮੈਂ ਕਾਲੇ ਭਾ ਨਾਲ ਗੱਲ ਕੀਤੀ, ਮੈਨੂੰ ਲੱਗਦਾ ਆਪਣੇ ਨਾਲ ਕਰੇ ਰੰਧਾਵਾ ਸਾਹਿਬ ਦਾ ਲਿੰਕ ਟੁੱਟ ਗਿਆ। ਜੇ ਰੰਧਾਵਾ ਸਾਹਿਬ ਤੁਸੀਂ ਸੁਣਦੇ ਹੋਵੋ ਤਾਂ ਤੁਸੀਂ ਸਾਨੂੰ ਕਹਿ ਸਕਦੇ ਕਿ ਮੈਂ ਨਾਲ ਹੀ ਆ ਤੁਹਾਡੇ। ਪੱਟੀ ਸਾਹਿਬ, ਮੈਂ ਤੁਹਾਡੇ ਕੋਲੋਂ ਜਾਣਨਾ ਚਾਹਾਂਗਾ, ਕਿਉਂਕਿ ਜੇ ਆਪਾਂ ਗੱਲ ਕਰੀਏ ਮੰਡ ਦੇ ਇਲਾਕਿਆਂ ਦੀ, ਪਰ ਅੱਜ ਪੰਜਾਬ ਉਹੋ ਜਿਹਾ ਨਹੀਂ ਰਿਹਾ ਕਿ ਮੰਡ ਦੇ ਇਲਾਕਿਆਂ 'ਚੋਂ ਸ਼ਰਾਬ ਕੱਢੀ ਜਾਵੇ, ਮੰਡ ਦੇ ਇਲਾਕਿਆਂ 'ਚੋਂ ਵੇਚੀ ਜਾਵੇ। ਅੱਜ ਤੇ ਸਾਰੇ ਪਿੰਡਾਂ 'ਚ ਹੀ ਇਹ ਕੰਮ ਹੋ ਰਿਹਾ। ਲੇਕਿਨ ਜਿਸ ਤਰ੍ਹਾਂ ਕਾਲੇ ਭਾ ਨੇ ਦੱਸਿਆ ਵੀ ਸਰਕਾਰਾਂ ਜਦੋਂ ਚਾਹੁਣ ਇਹਨੂੰ ਰੋਕ ਸਕਦੀਆਂ, ਲੇਕਿਨ ਇਹਦੇ ਵਿੱਚ ਜਦੋਂ ਤਾਂ ਵੱਡੀ ਗੱਲ ਹੋ ਜਾਂਦੀ, ਜਿੱਦਾਂ ਹੁਣ 119 ਬੰਦੇ ਮਰ ਗਏ ਤੇ ਹੁਣ ਹਰ ਜਥੇਬੰਦੀ, ਹਰ ਪਾਰਟੀ, ਹਰ ਗਰੁੱਪ ਕੋਈ ਆਪਣੇ ਆਪ ਨੂੰ ਜੋ ਕਹਿੰਦਾ ਕਿ ਮੈਂ ਚੈਰਿਟੀ ਦੇ ਕੰਮ ਕਰਦਾ, ਲੋਕ ਭਲਾਈ ਦੇ ਕੰਮਾਂ ਲਈ ਕਰਦਾ, ਉਹ ਸਾਰੇ ਉਹਨਾਂ ਪਰਿਵਾਰਾਂ ਨਾਲ ਦੁੱਖ ਪ੍ਰਗਟਾਉਂਦੇ ਫਿਰਦੇ ਆ। ਲੇਕਿਨ ਇਹਦੀਆਂ ਰੋਕਥਾਮ ਕਿੱਦਾਂ ਕੀਤੀ ਜਾਵੇ ਕਿ ਆਉਣ ਵਾਲੇ ਸਮੇਂ 'ਚ ਇਹੋ ਜਿਹੀਆਂ ਘਟਨਾਵਾਂ ਨਾ ਵਾਪਰਨ? ਇਹ ਹੈ ਕਿ ਜੀ ਮਗਰਮੱਛ ਦੇ ਹੰਝੂ, ਹਾਂਜੀ, ਇਹ ਮਗਰਮੱਛ ਦੇ ਹੰਝੂ ਵਹਾ ਕੇ ਉੱਥੇ ਆਪਣੀ ਗੱਲ ਕਰਕੇ ਜੀ ਮਾੜੀ ਹੋਈ ਹੈ ਜੀ ਅਸੀਂ ਐਕਸ਼ਨ ਲਵਾਂਗੇ ਜੀ, ਬੰਦੇ ਸਸਪੈਂਡ ਕਰਾਂਗੇ। ਜੇ ਤੁਸੀਂ ਹੁਣ 4 SHO, 3 DSP ਤੇ 7 ਐਕਸਾਈਜ਼ ਸਸਪੈਂਡ ਕਰਦੇ, ਕੀ ਸਜਾਓ? ਕੱਲ ਨੂੰ ਬਹਾਲ ਵੀ ਹੋ ਜਾਣਗੇ। ਲੇਕਿਨ ਜਿਨ੍ਹਾਂ ਦੇ ਪਰਿਵਾਰ ਦੇ ਜੀ ਚਲੇ ਗਏ, ਕੀ ਉਹ ਵਾਪਸ ਲਿਆ ਦੇਣਗੇ? ਹਾਂਜੀ ਹਾਂਜੀ। ਜਿੰਨਾ ਚਿਰ ਦਰਾਮੇਵਾਲ ਸਾਹਿਬ ਜੀ, ਜਿੰਨਾ ਚਿਰ ਤੱਕ ਅਸੀਂ ਸੜਕਾਂ ਤੇ ਨਹੀਂ ਆਵਾਂਗੇ, ਇਕੱਠੇ ਹੋ ਕੇ ਸਰਕਾਰ ਦਾ ਜਲੂਸ ਨਹੀਂ ਕੱਢਾਂਗੇ, ਉਹਨਾਂ ਚਿਰ ਇਹ ਪੋਲੀਟੀਸ਼ੀਅਨ ਬੰਦੇ ਦੇ ਬਣ ਕੇ ਕਦੀ ਵੀ। ਲੇਕਿਨ ਸਾਡੇ ਚ ਏਕਾ ਨਹੀਂ ਹੈਗਾ, ਕਿਉਂਕਿ ਉਹ ਕਹਿੰਦੇ ਆ ਵੋਟਾਂ ਅਸੀਂ ਪਾਉਣੀਆਂ, ਸ਼ਰਾਬ ਵੇਚਣ ਵਾਲਿਆਂ ਦੂਜਿਆਂ ਨਹੀਂ ਪਾਉਣੀਆਂ। ਸ਼ਰੀਫ ਆਦਮੀ ਕਹਿੰਦਾ ਦਫਾ ਕਰੋ, ਮੈਂ ਕੀ ਲੈਣਾ, ਜਿੱਦਾਂ ਚੱਲੀ ਜਾਣ ਦਿਓ ਤੁਸੀਂ। ਇਸ ਕਰਕੇ ਸਰਕਾਰ ਨੂੰ, ਲੋਕਾਂ ਨੂੰ ਸੜਕਾਂ ਤੇ ਆਉਣਾ ਪਊਗਾ, ਲੋਕਾਂ ਨੂੰ ਰੌਲਾ ਪਾਉਣਾ ਪਊਗਾ, ਤੇ ਫਿਰ ਜਾ ਕੇ ਮਾੜਾ ਮੋਟਾ ਜਿਹੜਾ ਵਾ ਉਹ ਸੁਧਾਰ ਹੋ ਸਕਦਾ ਵਾ। ਅਦਰਵਾਈਜ਼ ਕੋਈ ਸੁਧਾਰ ਨਹੀਂ ਹੋ ਸਕਦਾ। ਤੁਹਾਨੂੰ ਦੱਸਦਾ ਵੀ 2000 ਕਰੋੜ ਰੁਪਇਆ ਦਾ, ਜਿਹਦਾ ਕਿੰਨੇ ਬੰਦੇ ਭਾਈਵਾਲ ਹੋਣਗੇ, ਕੀ ਕੁਛ ਹੋਊਗਾ? ਤੇ ਲੋਕ, ਇੱਕ ਤੁਹਾਨੂੰ ਦੱਸ ਦਿਆਂ ਮੈਂ, ਤੁਸੀਂ ਕਰੋਨਾ ਦੀ ਗੱਲ ਕੀਤੀ ਹੈ। ਹਾਂਜੀ, ਕਰੋਨਾ ਇੱਕ ਅਜਿਹੀ ਬਿਮਾਰੀ ਜਿਹੜੀ ਅਮੀਰਾਂ ਨੂੰ ਪੈਂਦੀ ਹੈ, ਗਰੀਬਾਂ ਨੂੰ ਕੁਛ ਨਹੀਂ ਕਹਿੰਦੀ ਹੈ। ਹਾਂਜੀ, ਜਿੰਨੇ ਤੁਸੀਂ ਵੇਖੋ ਹੁਣ ਤੱਕ ਅਮੀਰ ਕਾਬੂ ਆਇਆ, ਹਿੰਦੁਸਤਾਨ ਦਾ ਹੋਮ ਮਿਨਿਸਟਰ ਕਾਬੂ ਆ ਗਿਆ ਵਾ। ਯੂਪੀ ਦੀ ਇੱਕ ਜਿਹੜੀ ਤੁਹਾਡੀ ਆਪਣੀ ਮੰਤਰੀ ਵਿਚਾਰੀ, ਉਹ ਡੈਥ ਹੋ ਗਈ, ਉਹਨੂੰ 18 ਜੁਲਾਈ ਨੂੰ ਹੋਇਆ ਸੀ ਕਰੋਨਾ, ਤੇ ਡੈਥ ਹੋ ਗਈ ਕੱਲ ਉਹਦੀ। ਜਿਹੜਾ ਯੂਪੀ ਦਾ ਪ੍ਰਧਾਨ ਹੈਗਾ ਭਾਜਪਾ ਦਾ, ਉਹ ਕਾਬੂ ਆ ਗਿਆ, ਉਹਨੂੰ ਕਰੋਨਾ ਹੋ ਗਿਆ ਵਾ। ਮੇਰਾ ਕਹਿਣ ਤੋਂ ਭਾਵ ਇਹ ਹੈ ਵੀ ਕਰੋਨਾ ਦੀ ਬਿਮਾਰੀ ਜਿਹੜੀ ਆ ਉਹ ਗਰੀਬਾਂ ਵਾਸਤੇ ਨਹੀਂ। ਕੋਈ ਗਰੀਬ ਜਿਹੜੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੱਥੀਂ ਮਿਹਨਤ ਕਰਦੇ, ਉਹਨਾਂ ਨੂੰ ਕਰੋਨਾ ਨੇ ਕੀ ਕਹਿਣਾ। ਲੇਕਿਨ ਆਹ ਜਿਹੜੀ ਅਲਕੋਹਲ ਦੀ ਬਿਮਾਰੀ, ਉਹ ਗਰੀਬਾਂ ਤੇ ਕਾਲ ਜਿਗਰੀ, ਉੱਥੇ ਗਰੀਬ ਮਰ ਰਹੇ ਨੇ,
ਇਸ ਕਰਕੇ ਲੋਕਾਂ ਨੂੰ ਸੜਕਾਂ ਤੇ ਆਉਣਾ ਪਊ, ਸਰਕਾਰ ਦੇ ਖਿਲਾਫ ਜਿਹੜੀ ਆਵਾਜ਼ ਬੁਲੰਦ ਕਰਨੀ ਪਊ। ਜਦੋਂ ਆਉਣਗੇ ਅਗਲੀ ਵਾਰੀ ਵੋਟ ਲੈਣ ਵਾਸਤੇ ਕਹਿਣਾ ਪਊਗਾ ਭਾਈ ਲਿਖ ਕੇ ਦੇ, ਜੇ ਸਾਡੇ ਇਲਾਕੇ 'ਚੋਂ ਨਸ਼ੇ ਬੰਦ ਕਰਾਂਗੇ ਤੈਨੂੰ ਫਿਰ ਵੋਟ ਦੇਣੀ, ਤੇ ਵੋਟ ਨਹੀਂ ਫਿਰ ਗੱਲ ਬਣੂਗੀ, ਉਦੋਂ ਦੀ ਗੱਲ ਬਣਨੀ। ਪਰ ਪੱਟੀ ਸਾਹਿਬ ਜੀ। ਤੁਹਾਨੂੰ ਚੇਤਾ ਹੋਣਾ ਜਦੋਂ ਕਰੋਨਾ ਤੇ ਕਰਫਿਊ ਸ਼ੁਰੂ ਹੋਇਆ, ਸਭ ਤੋਂ ਪਹਿਲਾਂ ਪੰਜਾਬ ਨੇ ਕਰਫਿਊ ਲਾਇਆ ਤੇ ਪੰਜਾਬ ਦੇ ਮੁੱਖ ਮੰਤਰੀ ਜਦੋਂ ਮੁੜ ਕੇ ਠੇਕੇ ਬੰਦ ਹੋ ਗਿਆ, ਸਭ ਤੋਂ ਪਹਿਲਾਂ ਕੈਪਟਨ ਸਾਹਿਬ ਨੇ ਕਿਹਾ ਕਿ ਜੇ ਫਰੂਟ ਵੇਚ ਸਕਦੇ ਆ, ਸਬਜ਼ੀਆਂ ਵੇਚ ਸਕਦੇ ਆ, ਦਾਲਾਂ ਵੇਚ ਸਕਦੇ ਆ, ਤੇ ਸ਼ਰਾਬ ਤੇ ਬੰਦ ਆਉਂਦੀ ਆ, ਸੀਲ ਹੁੰਦੀ ਆ, ਇਹ ਕਿਉਂ ਨਹੀਂ ਵੇਚ ਸਕਦੇ, ਸਾਨੂੰ ਇਹਦੀ ਇਜਾਜ਼ਤ ਦਿੱਤੀ ਜਾਵੇ। ਉਹਨਾਂ ਨੇ ਕੇਂਦਰ ਤੋਂ ਮੰਗ ਕੇ ਇਜਾਜ਼ਤ ਲਈ ਕਿ ਸਾਨੂੰ ਘਾਟਾ ਬਹੁਤ ਪੈ ਰਿਹਾ, ਤੇ ਫਿਰ ਉਹ ਸੂਬੇ ਦਾ ਕੌਣ ਰਖਵਾਲਾ ਹੋਊ? ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ ਜੀ, ਆਹ ਜਿਹੜੀ ਸਬਜ਼ੀਆਂ ਦੀ ਗੱਲ ਨਹੀਂ ਕੀਤੀ ਉਹਨਾਂ ਨੇ, ਸਭ ਤੋਂ ਪਹਿਲਾਂ ਗੱਲ ਉਹਨਾਂ ਸੈਂਟਰ ਨੂੰ ਪੱਤਰ ਲਿਖਿਆ ਵੀ ਸਾਨੂੰ ਠੇਕੇ ਖੋਲਣ ਦੀ ਇਜਾਜ਼ਤ ਦਿੱਤੀ ਜਾਵੇ। ਹਾਂਜੀ, ਲਾਕਡਾਊਨ ਲੱਗਾ, ਕਰਫਿਊ ਲੱਗਾ, ਜੇ ਤੁਸੀਂ ਠੇਕੇ ਤੋਂ ਸ਼ਰਾਬ ਲੈ ਕੇ ਆ ਰਹੇ, ਪੁਲਿਸ ਨੇ ਘੇਰ ਲਿਆ, ਹਾਂ ਵੀ ਕਿੱਧਰ ਤੂੰ ਚੁੱਕੇ ਵੀ, ਉਹ ਕਹਿੰਦਾ ਸ਼ਰਾਬ ਲੈ ਕੇ ਚੰਗਾ ਜਾਓ, ਫਿਰ ਕੋਈ ਗੱਲ ਨਹੀਂ, ਫੇਰ ਹੀ ਪੁੱਛਿਆ ਤੁਹਾਨੂੰ। ਮਤਲਬ ਸਾਡੀਆਂ ਸਰਕਾਰਾਂ ਆਪ ਸਾਨੂੰ ਸ਼ਰਾਬ ਪੀਣ ਲਈ ਮਜਬੂਰ ਕਰ ਰਹੀਆਂ, ਪੀਓ, ਡਟ ਕੇ ਪੀਓ। ਹਾਂਜੀ, ਬਿਲਕੁਲ। ਇੱਕ ਜਸਟਿਸ ਜੈਨ ਹੁੰਦੇ ਸੀ ਇੱਥੇ ਜੀ, ਹਾਈ ਕੋਰਟ ਦੇ ਚੀਫ ਜਸਟਿਸ ਹਨ, ਉਹਨਾਂ ਨੇ ਸੋਚਿਆ ਯਾਰ ਅਸੀਂ ਜਿਹੜੇ ਜੁਡੀਸ਼ਰੀ ਵਾਲੇ ਆ, ਅਸੀਂ ਟੁੱਟੇ ਨਹੀਂ ਨਾ ਲੋਕਾਂ ਨਾਲੋਂ, ਕਿਉਂ ਨਾ ਅਸੀਂ ਕੀ ਵੈਲਫੇਅਰ ਦਾ ਕੰਮ ਕਰੀਏ। ਉਹਨਾਂ ਨੇ ਆਪਣੇ ਸੈਸ਼ਨ ਜੱਜਸ ਦੀ ਬਾਕੀ ਜਦੋਂ ਮੀਟਿੰਗ ਕਾਲ ਕੀਤੀ ਵੀ ਆਪਾਂ ਜਿਹੜੇ ਨਸ਼ਿਆਂ ਦੇ ਖਿਲਾਫ ਮੁਹਿੰਮ ਵਿੱਢੀਏ, ਲੋਕਾਂ ਜਾਈਏ, ਲੋਕਾਂ ਨਾਲ ਮੀਟਿੰਗਾਂ ਕਰੀਏ, ਸੈਮੀਨਾਰ ਕਰੀਏ, ਲੋਕਾਂ ਨੂੰ ਦੱਸੀਏ ਨਸ਼ੇ ਮਾੜੇ ਹੁੰਦੇ ਆ। ਹਾਂਜੀ, ਉਹਨਾਂ ਨੇ ਅੰਮ੍ਰਿਤਸਰ ਆ ਕੇ ਇੱਕ ਪ੍ਰੈਸ ਕਾਨਫਰੰਸ ਕਰ ਲਈ, ਜੈਨ ਸਾਹਿਬ ਨੇ, ਮਾੜੀ ਕਿਸਮ ਉਹਨਾਂ ਦੀ। ਉਹਨਾਂ ਨੇ ਪ੍ਰੈਸ ਕਾਨਫਰੰਸ ਅੱਧਾ ਘੰਟਾ ਲਾਇਆ ਜੀ, ਅਸੀਂ ਆਹ ਕੀਤਾ ਜੀ, ਅਸੀਂ ਇੰਝ ਕੀਤਾ ਜੀ, ਅਸੀਂ ਆਹ ਨਸ਼ੇ ਬੰਦ ਕਰਾਇਆ ਜੀ, ਇੱਥੇ ਕਰਾਇਆ ਜੀ, ਆਹ ਕਰਾਇਆ ਜੀ। ਮੈਂ ਕਿਹਾ ਜੀ ਬਿਲਕੁਲ ਚੰਗਾ ਕੀਤਾ ਤੁਸੀਂ, ਬਹੁਤ ਚੰਗਾ ਕੀਤਾ ਜੈਨ ਸਾਹਿਬ, ਅਸੀਂ ਤੁਹਾਡੀ ਤਾਰੀਫ ਕਰਦੇ ਵੀ ਜੇ ਤੁਸੀਂ ਤੁਹਾਡੀ ਜੁਡੀਸ਼ੀਅਲ ਫਸਾਈ ਹੈ ਤੇ। ਪਰ ਮੈਨੂੰ ਇੱਕ ਗੱਲ ਦੱਸ ਦਿਓ, ਜਿਹੜੀ ਸਰਕਾਰ ਸ਼ਰਾਬ ਵੇਚਦੀ ਆ, ਕੀ ਉਹ ਨਸ਼ਾ ਨਹੀਂ? ਕੀ ਉਹਨੂੰ ਬੰਦ ਕਰਾਓਗੇ? ਉਸ ਜੱਜ ਕੋਲੇ ਕੋਈ ਜਵਾਬ ਨਹੀਂ ਸੀ, ਤੇ ਮੈਨੂੰ ਉਹਨੇ 15 ਸੈਕਿੰਡ ਬਾਅਦ ਜਵਾਬ ਦਿੱਤਾ ਸੀ ਵੀ ਸਰਦਾਰ ਜੀ ਮੈਂ ਤੁਹਾਡੇ ਸਵਾਲ ਦਾ ਜਵਾਬ ਹੁਣ ਨਹੀਂ ਦੇ ਸਕਦਾ। ਮੈਂ ਕਿਹਾ 6 ਮਹੀਨੇ ਬਾਅਦ ਇਹਦਾ ਕੋਈ ਫਾਇਦਾ ਨਹੀਂ ਹੁੰਦਾ, ਉਦੋਂ ਤੁਸੀਂ ਰਿਟਾਇਰ ਹੋ ਜਾਣਾ। ਬਿਲਕੁਲ ਬਿਲਕੁਲ ਬਿਲਕੁਲ। ਇਸ ਕਰਕੇ ਮੇਰਾ ਕਹਿਣ ਤੋਂ ਭਾਵ ਸਰਕਾਰਾਂ ਸ਼ਰਾਬ ਸਾਨੂੰ ਆਪ ਪਿਆ ਰਹੀਆਂ ਨੇ, ਹਟਾ ਦੇ ਰਹੀਆਂ, ਪੀਓ, ਡਟ ਕੇ ਪੀਓ, ਕੋਈ ਗੱਲ ਹੀ ਨਹੀਂ ਹੈਗੀ। ਜਿਹੜੀ ਤੁਹਾਨੂੰ 100 ਰੁਪਏ ਦੀ ਬੋਤਲ ਤੁਸੀਂ 500 ਦੀ ਵੇਚਦੇ ਹੋ, ਤਾਂ ਤੁਹਾਨੂੰ ਫਾਇਦਾ ਹੀ ਹੋਇਆ ਉੱਥੇ, ਹੈਗਾ ਜੀ। ਫਾਇਦਾ ਹੀ ਹੈ ਜੀ, ਕੋਈ ਨਾ ਕੋਈ ਬਚਦਾ। ਤਦੀ ਤੇ ਕੈਪਟਨ ਸਾਹਿਬ ਨੇ ਕਿਹਾ ਸੀਗਾ ਕਿ ਅਸੀਂ ਸਰਕਾਰ ਚਲਾਉਣੀ ਆ, ਫਿਰ ਠੇਕੇ ਖੋਲਣ ਦੀ ਇਜਾਜ਼ਤ ਕੇਂਦਰ ਸਰਕਾਰ ਦਊਗੀ। ਠੇਕੇ ਖੋਲਣ ਦੀ ਉਹਨਾਂ ਨੇ ਹੋਰ ਕਿਸੇ ਗੱਲ ਨਹੀਂ ਕੀਤੀ, ਠੇਕੇ ਦੀ ਗੱਲ ਕੀਤੀ ਸੀ, ਬਿਲਕੁਲ ਠੇਕੇ ਦੀ ਗੱਲ, ਠੇਕੇ ਖੋਲਣ ਦੀ ਇਜਾਜ਼ਤ ਦਿੱਤੀ ਸਾਨੂੰ। ਹਾਂਜੀ ਹਾਂਜੀ ਹਾਂਜੀ, ਰੰਧਾਵਾ ਸਾਹਿਬ, ਕਿਉਂਕਿ ਸਮੇਂ ਤੇ ਹੋਇਆ ਇਹ ਗੱਲ, ਕਦੀ ਤਾਂ ਪੰਜਾਬੀਆਂ ਦੀ ਨੌਜਵਾਨੀ ਨੂੰ ਚਿੱਟੇ ਦੀ ਲਪੇਟ 'ਚ ਲਿਆ ਕੇ ਮਾਰਨ ਦੀ ਗੱਲ ਕੀਤੀ, ਕਦੀ ਪੰਜਾਬੀਆਂ ਨੂੰ 84 ਦੇ ਦੌਰ ਵਿੱਚ ਮਾਰਨ ਦੀ ਗੱਲ ਕੀਤੀ, ਕਦੀ ਪੰਜਾਬੀਆਂ ਨੂੰ ਬਾਹਰ ਭੇਜਣ ਦੇ ਝਾਂਸੇ ਦੇ ਕੇ ਉਧਰ ਛੋਟੇ ਮੁਲਕਾਂ 'ਚ ਭੇਜ ਕੇ ਉੱਥੇ ਮਾਰਨ ਦੀ ਗੱਲ ਹੁੰਦੀ, ਕਦੀ ਕਿਸੇ ਤਰ੍ਹਾਂ ਗੱਲ ਹੁੰਦੀ। ਲੇਕਿਨ ਅੱਜ ਜੋ ਇਹ ਦੌਰ ਚੱਲਿਆ ਕਿ ਸ਼ਰਾਬ ਦੇ ਵਿੱਚ ਜ਼ਹਿਰਾਂ ਪਾ ਕੇ ਪੰਜਾਬੀਆਂ ਨੂੰ ਮਾਰਨ ਦੀ ਗੱਲ ਕਰੋ, ਕਿ ਇਹ ਚੀਜ਼ਾਂ ਦੇਖ ਕੇ ਪੰਜਾਬੀਆਂ ਨੂੰ ਅਕਲ ਆਊਗੀ ਜਾਂ ਨਹੀਂ ਆਊਗੀ? ਦੇਖੋ ਜੀ ਬਲਿਆਰ ਸਿੰਘ ਜੀ, ਗੱਲ ਇਹ ਆ ਭਈ ਕੁਐਸਚਨ ਤੁਹਾਡਾ ਬੜਾ ਇਹ ਵੀ ਆ, ਜਿਹੜੀ ਪੰਜਾਬ ਆ ਇਹਦੇ ਨਾਲ ਪਹਿਲਾਂ ਤੋਂ ਹੀ ਵਿਤਕਰਾ ਹੁੰਦਾ ਆ, ਹਰੇਕ ਪਾਸਿਓਂ ਸਿੱਖਾਂ ਦੇ ਨਾਲ ਹਮੇਸ਼ਾ ਹੀ ਵਿਤਕਰਾ ਹੋਇਆ, ਹਮੇਸ਼ਾ ਹੀ। ਇਹਨਾਂ ਨੂੰ ਜਦੋਂ ਸਾਡੀ ਪੀੜ੍ਹੀ ਥੋੜੀ ਜਿਹੀ ਉੱਚੀ ਹੁੰਦੀ ਦੀਦੀ ਆ, ਸਰਕਾਰ ਦੀਆਂ ਅੱਖਾਂ 'ਚ ਅਸੀਂ ਸਿੱਖ ਜਿਹੜੇ ਆ ਉਹ ਰੜਕਣੇ ਸ਼ੁਰੂ ਹੋ ਜਾਂਦੇ ਆ। ਜਿੱਦਾਂ ਕਿ ਪਹਿਲਾਂ ਚਿੱਟੇ ਦੀ ਲਪੇਟ ਕਿੰਨੇ ਚੜ੍ਹ ਗਿਆ, ਉਦੋਂ ਪਹਿਲਾਂ ਦੇਖੋ 84 ਅਸੀਂ 84 ਵੇਲੇ ਇੱਥੇ ਸੀ, 84 ਅਸੀਂ ਆਪਣੀਆਂ ਅੱਖਾਂ 'ਚ ਹੰਢਾਈ ਜਾਣੀ ਜੰਗ, ਮੁੰਡੇ ਚੱਕ ਕੇ ਘਰਾਂ ਤੋਂ ਪੁਲਿਸ ਨੇ ਸ਼ਰੇਆਮ ਗੋਲੀਆਂ ਮਾਰਤੀਆਂ ਦਰਿਆਵਾਂ ਤੇ ਲਿਜਾ ਕੇ। ਉਹ ਦੇਖ ਲਓ ਕਿੰਨਾ 25,000 ਕੇਸ ਜਿਹੜੇ ਸੀ ਉਹ ਸਾਰੇ ਉਹ ਸੁਰਦ-ਬੁਰਦ ਪਤਾ ਹੀ ਨਹੀਂ ਲੱਗਾ ਕਿੱਥੇ ਰੋਏ, ਕਿੱਥੇ ਦੀ ਲਾਸ਼ ਕੀ ਸੀਗਾ ਕੀ ਨਹੀਂ। ਪੰਜਾਬ ਦੇ ਮੁੰਡੇ ਇਹਨਾਂ ਦੀਆਂ ਹਮੇਸ਼ਾ ਅੱਖਾਂ 'ਚ ਰੜਕਦੇ, ਕਿਉਂਕਿ ਪੰਜਾਬੀ ਕਦੀ ਵੀ ਗੁਲਾਮੀ ਨਹੀਂ ਮੰਨਣੀ ਚਾਹੁੰਦਾ, ਕਿ ਅਸੀਂ ਗੁਲਾਮ ਨਹੀਂ ਹੋਣੇ ਚਾਹੁੰਦੇ, ਅਸੀਂ ਹਿੰਦੁਸਤਾਨ ਦੇ ਵਾਸੀ ਹਾਂ। ਸਾਡੀ ਜਵਾਹਰ ਲਾਲ ਸਾਹਿਬ ਜੀ ਨਾਲ ਗੱਲ ਹੋਈ ਸੀ ਉਸ ਵੇਲੇ ਵੀ ਅਸੀਂ ਹਿੰਦੁਸਤਾਨ ਦੇ ਵਾਸੀ ਬਣ ਕੇ ਰਹਿਣਾ ਚਾਹੁੰਦੇ ਹਾਂ। ਉਹਨਾਂ ਨੇ ਕਿਹਾ ਸੀ ਸਿੱਖਾਂ ਨੂੰ ਪੂਰੇ ਹੱਕ ਮਿਲਣਗੇ, ਅਸੀਂ ਆਜ਼ਾਦੀ ਚਾਹੁੰਦੇ ਹਾਂ, ਨਾ ਕਿ ਅਸੀਂ ਖਾਲਿਸਤਾਨ ਚਾਹੁੰਦੇ ਹਾਂ, ਨਾ ਅਸੀਂ ਖਾਲਿਸਤਾਨ ਦੇ ਹਾਮੀ ਹਾਂ, ਪਰ ਸਾਨੂੰ ਆਜ਼ਾਦੀ ਤਾਂ ਹੋਣੀ ਚਾਹੀਦੀ ਆਪਣੀ ਗੱਲਬਾਤ ਕਰਨ ਦੀ। ਉਹ ਆਜ਼ਾਦੀ ਅਸੀਂ ਮੰਗਦੇ ਕਰਕੇ ਅਸੀਂ ਇਹਨਾਂ ਦੀਆਂ ਅੱਖਾਂ 'ਚ ਰੱਖਦੇ ਹਾਂ। ਕਦੀ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਕਦੀ ਸਾਡੇ ਗੁਰਦੁਆਰਿਆਂ ਤੇ ਅਟੈਕ, ਡਾਂਗਮਾਰ ਗੁਰਦੁਆਰਾ ਸਾਹਿਬ ਖਤਮ ਕਰ ਦਿੱਤਾ ਗਿਆ, ਕਦੀ ਕਿਸੇ ਨੇ ਕੋਈ ਗੱਲ ਨਹੀਂ ਚੱਕੀ। ਸਰਕਾਰ ਕਦੀ ਵੀ ਸਾਡੇ ਸਿੱਖੀ ਧਰਮ ਲਈ ਕਦੀ ਵੀ ਕੋਈ ਗੱਲ ਕਰਨ ਲਈ ਤਿਆਰ ਨਹੀਂ ਰਹਿੰਦਾ ਹਰ ਵੇਲੇ। ਤੁਸੀਂ ਦੇਖੋ ਭਈ ਸਿੱਖਾਂ ਦੇ ਨਾਲ ਹੀ ਵਿਤਕਰਾ ਕਿਉਂ,
ਪੰਜਾਬੀ ਦੇ ਵਿੱਚ ਜਦੋਂ ਅਸੀਂ ਆਜ਼ਾਦ ਦੇਸ਼ ਕਰਾਇਆ ਉਸ ਵੇਲੇ ਅਸੀਂ 85% 90% ਸਿੱਖਾਂ ਦੀਆਂ ਕੁਰਬਾਨੀਆਂ ਸਾਡੇ ਪੰਜਾਬ ਦੇ ਲਈ ਆ। ਜਲਿਆਂਵਾਲਾ ਬਾਗ ਦਾ ਖੂਹ ਜਿਹੜਾ ਉਹ ਸਿੱਖਾਂ ਦੀਆਂ ਜਾਨਾਂ ਜਿਹੜੀਆਂ ਵਿੱਚ ਡਿੱਗ ਡਿੱਗ ਕੇ ਬੰਦਿਆਂ ਨਾਲ ਭਰ ਗਿਆ ਸੀ ਡੈਰ ਦਾ ਬਦਲਾ ਲੈਣ ਲਈ। ਹੁਣ ਆਪਾਂ ਪਿੱਛੇ ਜਿਹਾ ਮਨਾ ਕੇ ਹਟੇ ਸ਼ਹੀਦ ਊਧਮ ਸਿੰਘ ਦਾ ਦਿਨ, ਸ਼ਹੀਦੀ ਦਿਨ। ਬਿਲਕੁਲ ਉਹ ਦੇਖ ਲਓ ਬਈ, ਉਹ ਸਾਡੇ ਸਿੰਘ ਜਜ਼ਬੇ ਵਾਲੇ ਸੀ ਜਿਨ੍ਹਾਂ ਨੇ 23-24 ਸਾਲ ਵੇਟ ਕੀਤੀ ਇਸ ਗੱਲ ਦੀ ਤੇ ਆਪਣੇ ਦੇਸ਼ ਦਾ ਬਦਲਾ ਲੈ ਕੇ ਆਪਣਾ ਨਾਂ, ਦੇਸ਼ ਦਾ ਨਾਂ ਫੇਰ ਵੀ ਉੱਚਾ ਕੀਤਾ ਬਾਹਰਲੇ ਮੁਲਕ 'ਚ ਜਾ ਕੇ। ਅਸੀਂ ਇਦਾਂ ਦੇ ਆ, ਅਸੀਂ ਬਾਰਡਰਾਂ ਤੇ ਲੜਦੇ ਆ, ਅਸੀਂ ਜਿੱਥੇ ਵੀ ਪੁਲਿਸ 'ਚ ਅਸੀਂ ਸਿੱਖ ਮੋਹਰੇ ਹੁੰਦੇ ਆ। ਤੁਸੀਂ ਆ ਚਾਈਨਾ ਦੀ ਗੱਲ ਹੋਈ, ਹੁਣ ਕਿੰਨੇ ਸਿੱਖ ਉੱਥੇ ਮੋਹਰੇ ਜਦ ਹੁਣ ਐਨ ਹਿੱਕਾਂ ਡਾਹ ਕੇ ਖੜੇ ਤਾਂ ਠੱਲ ਪਈ ਆ, ਨਹੀਂ ਤਾਂ ਪਹਿਲਾਂ ਕਿੱਦਾਂ ਅਟੈਕ ਹੋਏ, ਕਿੰਨੇ ਮੁੰਡੇ, 4 ਮੁੰਡੇ ਸਾਡੇ ਪੰਜਾਬ ਦੇ ਜਿਹੜੇ ਪਹਿਲੇ ਗਰੁੱਪ ਦੇ ਵਿੱਚ ਮਰੇ ਸੀ ਪੰਜਾਬ ਦੇ ਸਿੱਖ। ਬਿਲਕੁਲ ਉਹਨਾਂ ਦੇ ਲਈ ਕੋਈ ਹਾਰਾ ਨਾਰਾ ਨਹੀਂ, ਕਿਉਂਕਿ ਸਾਨੂੰ ਕਹਿੰਦੇ ਆ 2% ਆ, 2% ਦੇ ਹਿਸਾਬ ਨਾਲ ਅਸੀਂ 4 ਤਾਂ ਆਉਂਦੇ ਹੀ ਨਾ ਸੀ, ਫੇਰ ਵੀ ਸਾਡੇ 4 ਸ਼ਹੀਦ ਹੋ ਗਏ। ਅਸੀਂ ਤਾਂ ਹਰੇਕ ਥਾਂ ਦੇਸ਼ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨ ਨੂੰ ਤਿਆਰ ਆ। ਪਰ ਆਹ ਜੋ ਸਰਕਾਰਾਂ ਕਰ ਰਹੀਆਂ ਸਾਡੇ ਦੇ ਨਾਲ, ਆ ਹੁਣ ਪੰਜਾਬ ਨੂੰ ਨਸ਼ੇ ਦੇ ਨਾਲ ਪਹਿਲਾਂ ਚਿੱਟੇ ਨੇ ਖਤਮ ਕਰਤਾ, ਹੁਣ ਆ ਦੇਖ ਲਓ ਵੀ ਸ਼ਰੇਆਮ ਸਰਕਾਰੀ ਬੰਦਿਆਂ ਦੇ ਬੰਦੇ ਆ ਉਹ ਜਿਹੜੇ ਵੇਚ ਰਹੇ ਆ ਉੱਥੇ। ਅੱਜ YouTube ਦਾ ਮੀਡੀਆ ਜਿਹੜਾ ਮੀਡੀਆ ਜੁਗ ਆ, ਮੀਡੀਆ ਦੇ ਉੱਤੇ ਕੱਲੀ ਕੱਲੀ ਖਬਰ ਆ ਰਹੀ ਆ ਜੀ, ਇੱਥੇ ਕਿਹਦਾ ਬੰਦਾ ਵੇਚ ਰਿਹਾ ਜੀ, ਕਿਹਦਾ ਇਹ PA ਆ, ਕੌਣ ਇਹਦਾ MLA ਆ ਜੀ, ਕੀ ਇਹ ਕਰਦੇ ਆ, ਕਿੱਥੋਂ ਨਸ਼ਾ ਆਉਂਦਾ। ਨਸ਼ਾ ਕੋਈ ਜਿੱਦਾਂ ਕਾਲੇ ਨੇ ਕਿਹਾ ਜਾਂ ਭੱਟੀ ਸਾਹਿਬ ਨੇ ਕਿਹਾ, ਨਸ਼ਾ ਕਿਤੇ ਘਰਾਂ ਚੋਂ ਨਹੀਂ ਬਣ ਕੇ ਆਉਂਦਾ। ਜੇ ਇੱਕ ਪਿੰਡ ਦੀ ਭੱਠੀ ਦੇ ਵਿੱਚੋਂ ਜ਼ਹਿਰੀਲੀ ਸ਼ਰਾਬ ਪੀ ਕੇ ਇੰਨੇ ਬੰਦੇ ਮਰ ਗਏ ਤਾਂ ਉਹ ਇੱਕ ਪਿੰਡ ਦੇ ਮਰਨੇ ਚਾਹੀਦੇ ਸੀ, ਨਾ ਕਿ ਸਾਰੇ ਇਲਾਕੇ ਦੇ। ਇਹ ਤਾਂ 5-7 ਇਲਾਕਿਆਂ ਦੇ ਵਿੱਚ ਜਾ ਕੇ ਬੰਦੇ ਜਿਹੜੇ ਪੂਰੇ ਹੋਏ ਆ। ਤੁਸੀਂ ਉਹਨਾਂ ਗਰੀਬਾਂ ਦੀਆਂ ਜਾ ਕੇ ਹਾਂ ਸੁਣੋ ਵੀ ਜਿਹੜੀ ਤੁਹਾਨੂੰ ਉਹਨਾਂ ਨੇ ਦੁਰਸੀਸ ਦੇਣੀ ਆ ਵੀ ਜਿਨ੍ਹਾਂ ਦਾ ਇੱਕੋ ਇੱਕ ਭਰਾ ਜਾਂ ਇੱਕੋ ਇੱਕ ਕਿਸੇ ਨਿਆਣਿਆਂ ਦਾ ਪੇ, ਕਿਸੇ ਦਾ ਭਰਾ, ਕਿਸੇ ਦਾ ਚਾਚਾ, ਕਿਸੇ ਦਾ ਤਾਇਆ, ਜਿਨ੍ਹਾਂ ਦੇ ਘਰ ਉੱਜੜ ਗਏ ਜਾਂ ਜਿਨ੍ਹਾਂ ਦੇ ਘਰ ਬਰਬਾਦ ਹੋ ਗਏ, ਪਤਾ ਤਾਂ ਉਹਨਾਂ ਨੂੰ ਲੱਗਦਾ ਜਿੱਥੇ ਚੁੱਲ੍ਹਿਆਂ ਦੇ ਵਿੱਚ ਰੋਟੀ ਨਹੀਂ ਪੱਕਣੀ, ਜਿਨ੍ਹਾਂ ਦੇ ਕਮਾਈ ਕਰਨ ਵਾਲੇ ਬੰਦੇ ਚਲੇ ਗਏ। ਲੇਕਿਨ ਮੈਂ ਰਣੀ ਤੇਰਾ ਰੰਧਾਵਾ ਸਾਹਿਬ ਕਿ ਤੁਸੀਂ ਵਿਸਤਾਰ ਸੇ ਦੱਸਿਆ, ਕਾਲੇ ਭਾਜੀ ਇੰਨਾ ਕੁਛ ਹੁੰਦਾ, ਇੰਨਾ ਕੁਛ ਹੋ ਕੇ ਕੀ ਪੰਜਾਬੀ ਇਸ ਤੋਂ ਕੋਈ ਸਬਕ ਸਿੱਖਣਗੇ? ਕਿ ਮੈਂ ਨਹੀਂ ਕਹਿੰਦਾ ਕਿ ਕਿਉਂਕਿ ਜਿਹੜੀ ਸ਼ਰਾਬ ਆ ਨਾ ਤਾਂ ਕਿਸੇ ਨੇ ਪੀਣੀ ਛੱਡਣੀ ਆ ਤੇ ਨਾ ਕੋਈ ਪੀਣੀ ਛੱਡਣੀ ਚਾਹੁੰਦਾ, ਕਿਉਂਕਿ ਪੰਜਾਬੀ ਜਿੱਦਾਂ ਰੰਧਾਵਾ ਸਾਹਿਬ ਨੇ ਕਿਹਾ ਕਿਸੇ ਦੀ ਈਨ ਨਹੀਂ ਮੰਨਦੇ। ਪੰਜਾਬੀ ਨੂੰ ਜੇ ਕਿਸੇ ਨੂੰ ਧੱਕੇ ਨਾ ਕਹੋ ਤੂੰ ਸ਼ਰਾਬ ਛੱਡ ਦਿਓ, ਕਦੀ ਨਹੀਂ ਛੱਡੂਗਾ, ਚਾਹੇ ਉਹਦੇ ਘਰ ਦੇ ਜ਼ੋਰ ਲਾ ਲੈਣ। ਲੇਕਿਨ ਪੰਜਾਬੀ ਇਹ ਚੀਜ਼ ਤੋਂ ਸਬਕ ਸਿੱਖਣਗੇ ਕਿ ਅਸੀਂ ਵਧੀਆ ਸ਼ਰਾਬ ਲੈ ਕੇ ਪੀ ਲਈਏ, ਠੇਕੇ ਚੋਂ ਵਧੀਆ ਮਹਿੰਗੀ ਸ਼ਰਾਬ ਲੈ ਕੇ ਪੀਏ, ਜਿੰਨਾ ਤੁਹਾਡੀ ਚਲੋ ਸਿਹਤ ਨੂੰ ਤਾਂ ਉਹ ਵੀ ਨੁਕਸਾਨ ਕਰਦੀ, ਪਰ ਓਨਾ ਨਹੀਂ ਕਰਦੀ ਜਿੱਦਾਂ ਆਹ ਇੱਕਦਮ ਪੀ ਕੇ ਇੱਕਦਮ ਹੀ ਮਰ ਜਾਣਾ। ਉਹਦੇ ਕੀ ਕਹਿਣਾ ਚਾਹੁੰਦੇ ਪੰਜਾਬੀਆਂ ਲਈ ਕੁਛ ਗੱਲ? ਰਾਮੇਵਾਲ ਸਾਹਿਬ, ਤੁਹਾਡੀ ਗੱਲ ਠੀਕ ਹੈ, ਜਾਗਰਤ ਤਾਂ ਆਊਗੀ, ਜਾਗਰਤ ਤਾਂ ਆਊਗੀ, ਪਰ ਜਾਗਰਤ ਆਉਣ ਨੂੰ ਬਹੁਤ ਸਮਾਂ ਲੱਗ ਜਾਂਦਾ। ਅੱਗੇ ਨੂੰ ਬਹੁਤ ਜ਼ਿਆਦਾ ਸਿਆਣੇ ਲੋਕ ਹੈ, ਪਰ ਹੌਲੀ ਹੌਲੀ ਇਹਨਾਂ ਚੀਜ਼ਾਂ ਤੋਂ ਸਬਕ ਲੈ ਲੈਣਾ ਚਾਹੀਦਾ। ਜਿਹੜੀ ਸਾਡੀ ਗਰੀਬ ਭਾਈ ਜਨਤਾ ਹੈ, ਗਰੀਬ ਪਰਿਵਾਰਾਂ 'ਚ ਇਹ ਬੰਦੇ ਸ਼ਰਾਬ ਪੀ ਕੇ ਮਰੇ ਆ, ਇਹਦੇ 'ਚ ਕੋਈ ਵਧੀਆ ਬੰਦਾ ਜੈ 4 ਪੈਸੇ ਵਾਲਾ ਉਹ ਕਿਸੇ ਦੀ ਡੈਥ ਨਹੀਂ ਹੋਈ। ਇਹ ਜਿਹੜੀ ਕਿ ਜਾਂ ਜਦੋਂ ਅਸੀਂ ਛੋਟੇ ਹੁੰਦੇ ਸੀ ਉਦੋਂ ਤੁਹਾਨੂੰ ਵੀ ਪਤਾ ਵੀ ਘੋੜੀ ਤੇ ਸ਼ਰਾਬ ਵੇਚਦੇ ਹੁੰਦੇ ਸੀਗੇ, ਜਾਂ ਸਾਈਕਲ ਦੇ ਮਗਰ ਟਿਊਬ ਰੱਖ ਕੇ ਸ਼ਰਾਬ ਵੇਚਦੇ ਸੀਗੇ। ਉਹ ਸ਼ਰਾਬ ਜਿਹੜੀ ਦਰਿਆਵਾਂ ਦੇ ਕੰਢੇ ਤੇ ਨਿਕਲਦੀ ਸੀ, ਉਹਦੇ ਨਾਲ ਕਦੇ ਕੋਈ ਬੰਦਾ ਨਹੀਂ ਮਰਿਆ। ਉਹਦੇ ਨਾਲ ਜੇ ਬੰਦਾ ਮਰਦਾ ਸੀ ਤੇ ਜਦੋਂ ਉਹ ਸ਼ਰਾਬੀ ਹੋ ਜਾਂਦਾ ਸੀ, ਰਾਤ ਨੂੰ ਗਰਮੀ ਦੇ ਵਿੱਚ ਉਹਨੇ ਸ਼ਰਾਬ ਪੀ ਲੈਣੀ ਤੇ ਉਹਨੂੰ ਜਦੋਂ ਪਾਣੀ ਨਹੀਂ ਸੀ ਮਿਲਦਾ ਉਦੋਂ ਉਹ ਸ਼ਰਾਬ ਪੀ ਕੇ ਬੰਦਾ ਮਰਿਆ, ਪਰ ਸ਼ਰਾਬ ਨਾਲ ਨਹੀਂ ਮਰਿਆ, ਪਾਣੀ ਦੁੱਖੋਂ ਬੰਦਾ ਮਰੇ ਸੁਣੇ। ਪਰ ਇਹ ਜਿਹੜੀ ਕੈਮੀਕਲ ਵਾਲੀਆਂ ਸ਼ਰਾਬਾਂ, ਜਿੱਦਾਂ ਪੱਟੀ ਸਾਹਿਬ ਨੇ ਕਿਹਾ, ਇਹ ਸਾਨੂੰ ਮਜ਼ਾਰੇ ਗੌਰਮੈਂਟ ਦੇ ਖਿਲਾਫ ਸੜਕਾਂ ਤੇ ਉਤਰਨਾ ਪਊਗਾ। ਇਹ ਗਰੀਬ ਜਨਤਾ ਨੂੰ, ਗਰੀਬ ਲੋਕਾਂ ਨੂੰ ਮਾਰ ਰਹੀ ਆ। ਜਿੰਨੇ ਵੀ ਦਿਹਾੜੀਦਾਰ ਬੰਦੇ ਆ, ਇਹ ਤਬਕਾ ਛੋਟੇ ਬੰਦੇ ਆ, ਅਮੀਰ ਬੰਦਿਆਂ ਨੇ ਤਾਂ ਪੀਣੀ ਵਧੀਆ ਲੈ ਕੇ ਠੇਕੇ ਤੋਂ, ਉਹ ਤਾਂ 500-700 1000 2000 ਵਾਲੀ ਬੋਤਲ ਲੈਣੀ ਆ ਤੇ ਇਹਨਾਂ ਨੇ ਪੀਣੀ ਆ 10-15 ਰੁਪਏ ਦੀ ਗਲਾਸੀ ਹੁੰਦੀ ਹੋਣੀ ਆ ਤੇ ਉਹ ਗਲਾਸੀ 'ਚ ਹੀ ਪਾ ਦਿੰਦੇ ਆ। ਗਲਾਸੀ ਘਰੋਂ ਲੈ ਜਾਣੀ ਆ, ਘਰੇ ਲੈ ਇੱਕ ਉੱਥੇ ਪੀ ਜਾਣੀ, ਇੱਕ ਘਰ ਨੂੰ ਲੈ ਜਾਣੀ ਆ। ਇਹ ਜ਼ਹਿਰੀਲੀ ਸ਼ਰਾਬ ਗਰੀਬ ਲੋਕਾਂ ਲਈ ਆ, ਗਰੀਬ ਲੋਕ ਮਰ ਰਿਹਾ, ਗੌਰਮੈਂਟ ਪੈਸੇ ਬਣਾ ਰਹੀ ਆ, ਮੰਤਰੀ ਪੈਸੇ ਬਣਾ ਰਹੇ ਆ, ਤੇ ਜਿਹੜੇ ਉਹ ਪਿੰਡ ਦੇ ਨਕੰਮੇ ਲੋਕ ਆ, ਵਿਹਲੜ ਲੋਕ ਆ, ਜਿਹੜੇ ਇੱਕ ਦੇ ਉਹਨਾਂ ਨੂੰ 50 ਰੁਪਏ ਬਣ ਗਿਆ ਬੋਤਲ ਮਗਰ, ਉਹਨਾਂ ਨੂੰ ਨਹੀਂ ਵੀ ਕਿਸੇ ਦਾ 1 ਮਰ ਗਿਆ ਜਾਂ 2 ਮਰ ਗਿਆ, ਉਹਨਾਂ ਨੂੰ ਆਪਦੇ ਪੈਸੇ ਨਾਲ। ਇਹ ਗੌਰਮੈਂਟਾਂ ਦੇ ਕੰਮ ਹੈ। ਜੇ ਗੌਰਮੈਂਟਾਂ ਸਿੱਧੀ ਉਂਗਲੀ ਨਾਲ ਘਿਓ ਨਹੀਂ ਨਿਕਲਦਾ ਤੇ ਲੋਕਾਂ ਨੂੰ ਛਿੱਤਰ ਚੱਕਣਾ ਪਊਗਾ ਗੌਰਮੈਂਟ ਦੇ ਦੁਆਲੇ।
ਜਿੱਦਾਂ ਪੱਟੀ ਸਾਹਿਬ ਨੇ ਕਿਹਾ ਸੜਕਾਂ ਤੇ ਉਤਰਨਾ ਪਊਗਾ ਤੇ ਸਾਨੂੰ ਵੀ ਬਾਹਰੋਂ ਇਹਨਾਂ ਲੋਕਾਂ ਨੂੰ ਸਪੋਰਟ ਕਰਨੀ ਚਾਹੀਦੀ ਆ ਕਿ ਤੁਸੀਂ ਤੁਰੋ। ਇਹ ਜਿਨ੍ਹਾਂ ਲੋਕਾਂ ਦੇ ਹੁਣ ਪਰਿਵਾਰਾਂ ਦੇ ਜੀ ਤੁਰ ਗਏ ਆ ਉਹਨਾਂ ਲੋਕਾਂ ਨੂੰ ਵੀ ਸੜਕਾਂ ਤੇ ਆਉਣਾ ਚਾਹੀਦਾ। ਚੁੱਪ ਕਰਕੇ ਨਹੀਂ ਬਹਿ ਜਾਣਾ ਚਾਹੀਦਾ ਵੀ ਬੰਦੇ ਮਰਵਾ ਲੈ ਤੇ ਚੁੱਪ ਕਰਕੇ ਬਹਿ ਜਾਣ, ਦਾਰੂ ਉਵੇਂ ਵੀ ਕੀ ਜਾਵੇ ਤੇ ਕੱਲ ਨੂੰ ਹੋਰ ਪਿੰਡਾਂ ਦੇ ਵਿੱਚ 100-200 ਬੰਦਾ ਹੋਰ ਮਰ ਜਾਏ। ਪੱਟੀ ਸਾਹਿਬ, ਮੈਂ ਤੁਹਾਡੇ ਕੋਲੋਂ ਜਾਣਨਾ ਚਾਹਾਂਗਾ ਕਿਉਂਕਿ ਤੁਸੀਂ ਪੱਤਰਕਾਰੀ ਨਾਲ ਵੀ ਜੁੜ ਕੇ ਰਹੇ ਹੋ। ਜੇ ਜਿੱਦਾਂ ਕਾਲੇ ਭਾ ਨੇ ਕਿਹਾ, ਜਿੱਦਾਂ ਤੁਸੀਂ ਵੀ ਕਿਹਾ ਕਿ ਲੋਕਾਂ ਨੂੰ ਸੜਕਾਂ ਤੇ ਆਉਣਾ ਚਾਹੀਦਾ, ਮੁਜ਼ਾਹਰੇ ਕਰਨੇ ਚਾਹੀਦੇ ਸਰਕਾਰ ਦੇ ਖਿਲਾਫ। ਜੇ ਅਕਾਲੀ ਦਲ ਦੇ ਲੀਡਰ ਲੋਕਾਂ 'ਚ ਗਏ ਆ ਕਿ ਅਸੀਂ ਤੁਹਾਡੇ ਨਾਲ ਹਮਦਰਦੀ ਜਤਾਉਂਦੇ ਆ, ਆਮ ਆਦਮੀ ਪਾਰਟੀ ਦੇ ਲੀਡਰ ਗਏ, ਜੇ ਖਹਿਰਾ ਸਾਹਿਬ ਲੋਕਾਂ 'ਚ ਗਏ ਤੇ ਕੈਪਟਨ ਸਾਹਿਬ ਨੇ ਉਹਨਾਂ ਨੂੰ ਕਹਿਤਾ ਕਿ ਇਹ ਤੁਸੀਂ ਰੋਟੀਆਂ ਸੇਕਦੇ ਆ, ਕਿਉਂਕਿ ਆਪਾਂ ਇੱਕ ਦੂਜੇ ਨੂੰ ਤਾਨੇ ਦੇਣ ਲੱਗੇ ਤਾਂ ਬਹੁਤ ਛੇਤੀ ਦੇ ਦਿੰਦੇ ਆ ਕਿ ਤੂੰ ਸਾਡੇ ਵਿਰੁੱਧ ਤਦ ਗੱਲ ਕਰਦਾ ਕਿ ਤੂੰ ਵੀ ਆਪਣੀ ਸਿਆਸਤ 'ਚ ਚਮਕਾਉਣੀ ਚਾਹੁੰਦਾ। ਕਿ ਲੋਕੀ ਉਹ ਚੀਜ਼ ਵਿੱਚ ਫਸ ਕੇ ਤਾਂ ਨਾ ਰਹਿ ਜਾਣਗੇ ਕਿ ਜਾਂ ਲੋਕੀ ਜਾਗਰਤ ਹੋਣਗੇ ਇਸ ਚੀਜ਼ ਤੋਂ? ਪੱਟੀ ਸਾਹਿਬ, ਜਿੱਥੋਂ ਤੱਕ ਲੋਕਾਂ ਦੀ ਗੱਲ, ਮੈਂ ਇਹ ਤੁਹਾਨੂੰ ਦੱਸ ਦਿਆਂ ਵੀ ਜੇ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਅਵੇਅਰ ਹੈਗੇ ਤੇ ਸਿਆਸਤ ਪ੍ਰਤੀ ਪੰਜਾਬ ਦੇ ਲੋਕ ਅਵੇਅਰ ਹੈਗੇ। ਹਾਂਜੀ। ਲੇਕਿਨ ਪੰਜਾਬ ਦੇ ਲੋਕਾਂ ਨੂੰ ਕੋਈ ਰਸਤਾ ਨਹੀਂ ਦਿਸ ਰਿਹਾ ਇਸ ਵੇਲੇ, ਸਵਾਏ ਅਕਾਲੀ ਭਾਜਪਾ ਤੇ ਕਾਂਗਰਸ ਸਵਾਏ ਗਾਂ ਦਿਸ ਨਹੀਂ ਰਿਹਾ। ਉਹਨਾਂ ਨੇ ਕੋਸ਼ਿਸ਼ ਕੀਤੀ ਆਮ ਆਦਮੀ ਪਾਰਟੀ ਨੂੰ ਅਡਾਪਟ ਕਰਨ ਦੀ, ਲੇਕਿਨ ਉਹ ਪਹਿਲਾਂ ਹੀ ਖੱਖੜੀਆਂ ਕਰੇਲੇ ਹੋ ਗਈ ਤੇ ਵਿਚਾਰੀ ਚਲੀ ਗਈ ਉਹ। ਹਾਂਜੀ। ਇਸ ਕਰਕੇ ਉਹ ਲੋਕ ਦੁਖੀ ਨੇ ਵੀ ਅਸੀਂ ਕਿਹਦੀ ਆਖੇ ਲੱਗੀਏ। ਭਾਵੇਂ ਸੁਖਬੀਰ ਸਿੰਘ ਬਾਦਲ ਨੇ ਕਹਿਤਾ ਅਸੀਂ ਤੁਹਾਡੇ ਨਾਲ, ਤੁਹਾਡੇ ਸੜਕਾਂ ਦੇ ਬੈਠਾ। ਤੁਸੀਂ ਇਹ ਗੱਲ ਕਹੀ ਸੀ ਆਪਣੀ ਸਪੀਚ ਦੇ ਵਿੱਚ ਕਿ ਜਿਹੜੇ ਲੋਕ ਵਿਹਲੇ ਨੇ ਧਰਨੇ ਮੁਜ਼ਾਹਰੇ ਕਰਨੇ ਸ਼ੁਰੂ ਕਰ ਦਿੰਦੇ ਆ। ਕੀ ਹੁਣ ਤੁਸੀਂ ਵਿਹਲੇ ਸ਼ਾਮਲ ਹੋ ਕਿ ਕੰਮ ਕਰਨਾ ਸ਼ਾਮਲ ਹੋ? ਉਹਨਾਂ ਨੂੰ ਇਹ ਵੀ ਸਪਸ਼ਟ ਕਰਨਾ ਪਊਗਾ। ਜਿਹੜੀ ਕੈਪਟਨ ਸਾਹਿਬ ਦੀ ਗੱਲ ਆ, ਕੈਪਟਨ ਆ ਰਜਵਾੜਾ ਸ਼ਾਹੀ, ਉਹ ਅੱਜ ਵੀ ਰਾਜਾ ਵਾਂਗੂ ਕੰਮ ਕਰਦਾ, ਉਹ ਮਹਾਰਾਜਾ ਵਾਂਗੂ ਵਿਚਰਦਾ। ਉਹਨੂੰ ਕੋਈ ਇਹੋ ਜਿਹੀ ਗੱਲ ਨਹੀਂ ਕੋਈ ਜੋ ਆਂਦੇ ਜੀਵੇ ਕਿ ਮਰੇ ਕੋਈ ਸੁਥਰਾ ਘੋਲ ਖਰੇ ਪੀਵੇ, ਉਹਦੀ ਇਹ ਹਾਲ ਆ। ਲੇਕਿਨ ਇਹ ਗੱਲ ਹੈਗੀ ਆ, ਉਹਦੇ ਕੋਲੇ ਕੋਈ ਜੀਵੇ ਸੁਥਰਾ ਘੋਲ ਪਤਾਸੇ, ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ। ਇਸ ਕਰਕੇ ਕੈਪਟਨ ਸਾਹਿਬ ਦੀ ਜਿਹੜੀ ਗੱਲ ਆ, ਉਹਨੂੰ ਉਹਦੇ ਐਡਵਾਈਜ਼ਰ ਇਸ ਵੇਲੇ ਜਿਹੜੇ ਘੇਰੇ ਐਤਕੀ ਲੱਗੇ ਆ ਨਾ, ਉਹ ਐਡਵਾਈਜ਼ਰ ਬਹੁਤੇ ਸਿਆਣੇ ਨਹੀਂ, ਉਹਨੂੰ ਸਹੀ ਗਾਈਡ ਨਹੀਂ ਕਰ ਰਹੇ ਹੋ। ਜਿਹਦੀ ਗਾਈਡ, ਜਦੋਂ ਤੁਹਾਨੂੰ ਇੱਕ ਜਿਹੜਾ ਚੀਫ ਸੈਕਟਰੀ ਹੁੰਦਾ ਨਾ ਜੀ, ਚੀਫ ਸੈਕਟਰੀ ਇਹ ਮੁੱਖ ਮੰਤਰੀ ਦੀਆਂ ਅੱਖਾਂ ਕੰਨ ਸਭ ਕੁਝ ਹੁੰਦਾ। ਉਹ ਦੱਸਦਾ ਸੂਬੇ 'ਚ ਕੀ ਹੋ ਰਿਹਾ ਜੀ। ਚੀਫ ਸੈਕਟਰੀ ਨੇ ਜਾ ਕੇ ਦੱਸਣਾ ਹੀ ਕੁਛ ਨਹੀਂ ਉਹਨੂੰ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਤੇ ਫਿਰ ਤੁਸੀਂ ਕੀ ਕਰੋਗੇ? ਤੁਹਾਡਾ ਜਿਹੜਾ ਡੀਜੀਪੀ ਆ ਉਹ ਕੀ ਕਹਿ ਰਿਹਾ ਵੀ ਜਿਹੜੇ ਪਾਕਿਸਤਾਨ ਕਰਤਾਰਪੁਰ ਸਿੱਖ ਜਾਂਦੇ ਉਹ 6 ਘੰਟਿਆਂ 'ਚ ਉੱਥੋਂ ਅੱਤਵਾਦੀ ਟ੍ਰੇਨਿੰਗ ਲੈ ਕੇ ਆ ਸਕਦੇ। ਕਿਹਾ ਨਾ ਕਿਹਾ? ਸਿੱਖਾਂ ਨੇ ਦਾ ਰੋਸ ਮਨਾਇਆ, ਡਟ ਕੇ ਮਨਾਇਆ, ਸਾਰਾ ਰੋਸ ਕੀਤਾ ਤੇ ਉਹਨੂੰ ਮੁੜ ਕੇ ਮਾਫੀ ਮੰਗਣੀ ਪਈ। ਇਸ ਤਰੀਕੇ ਨਾਲ ਜੋ ਸਿੱਖ ਖੜੇ ਹੋ ਜਾਣਗੇ ਨਾ, ਪੰਜਾਬ ਦੇ ਲੋਕ ਅਵੇਅਰ ਆ, ਪੰਜਾਬ ਦੇ ਲੋਕ ਅਵੇਅਰ ਹੋ ਜਾਣਗੇ ਤੇ ਇਹ ਪੋਲੀਟੀਸ਼ੀਅਨ ਲੰਮੇ ਪੈ ਜਾਣਗੇ ਅਗਲੇ ਇਹਨਾਂ ਦੇ ਪਾਸੇ। ਸਿਰਫ ਸਿਆਪਾ ਇਹੋ ਗੱਲ, ਮੈਂ ਅਕਾਲੀ ਆ ਤੂੰ ਕਾਂਗਰਸੀ ਆ, ਇਹਦੇ ਵਿੱਚੋਂ ਨਿਕਲ ਕੇ ਇਹਨਾਂ ਨੂੰ ਇਨਸਾਨੀਅਤ ਦੀ ਗੱਲ ਕਰਨੀ ਪਊਗੀ। ਜਿੱਦਣ ਇਨਸਾਨੀਅਤ ਦੀ ਗੱਲ ਕਰਨਗੇ ਉਦੋਂ ਪੰਜਾਬ ਫਿਰ ਖੁਸ਼ਹਾਲ ਹੋਏਗਾ ਤੇ ਪੰਜਾਬ ਦੇ ਵਿੱਚ ਸਰਕਾਰ ਲੋਕਾਂ ਦੀ ਸਰਕਾਰ ਉਦੋਂ ਬਣੇਗੀ। ਮੈਂ ਪੱਟੀ ਸਾਹਿਬ ਤੁਹਾਨੂੰ ਇਹੀ ਪੁੱਛਿਆ ਸੀਗਾ ਕਿਉਂਕਿ ਜਿਹੜੀਆਂ ਸਿਆਸੀ ਲੋਕ ਹੁੰਦੇ ਆ ਉਹਨਾਂ ਨੇ ਇੱਕ ਦੂਜੇ ਤੇ ਤਾਨੇ ਲਾ ਕੇ ਲੋਕਾਂ ਨੂੰ ਭੰਬਲ ਭੂਸੇ 'ਚ ਪਾ ਦੇਣਾ। ਕਿਸੇ ਨੇ ਕਹਿਣਾ ਜੀ ਅਕਾਲੀ ਹੁਣ ਤੁਹਾਡੀਆਂ ਅੱਖਾਂ ਪੂੰਝਣ ਆ ਗਏ, ਕਿਸੇ ਨੇ ਕਹਿਣਾ ਜੀ ਕਾਂਗਰਸ ਵਾਲੇ ਕੁਛ ਕਰਦੇ ਨਹੀਂ। ਜਿਸ ਤਰ੍ਹਾਂ ਰਵਨੀਤ ਬਿੱਟੂ ਨੇ ਪੰਚਾਇਤਾਂ ਨੂੰ ਇਲਾਮਾ ਦੇ ਦਿੱਤਾ ਕਿ ਪੰਚਾਇਤ ਮੈਂਬਰਾਂ ਦਾ ਫਰਜ਼ ਬਣਦਾ, ਸਰਪੰਚਾਂ ਦਾ ਫਰਜ਼ ਬਣਦਾ, ਪ੍ਰਸ਼ਾਸਨ ਦਾ ਨਹੀਂ ਬਣਦਾ। ਤੇ ਲੇਕਿਨ ਜੇ ਮੈਂ ਤਾਂ ਪੁੱਛਿਆ ਤੁਹਾਨੂੰ ਇਹ ਆ ਕਿ ਕੀ ਇਸ ਭੰਬਲ ਭੂਸੇ ਵਿੱਚ ਪੈ ਕੇ ਪੰਜਾਬ ਦੇ ਲੋਕ ਇਸ ਗੱਲ ਤੋਂ ਪਾਸੇ ਤਾਂ ਨਾ ਹਟ ਜਾਣਗੇ ਜਾਂ ਮੁਜ਼ਾਹਰੇ ਕਰਨਗੇ? ਨਹੀਂ, ਮੈਂ ਤੁਹਾਨੂੰ ਪਹਿਲਾਂ ਕਹਿਤਾ ਜੀ, ਮੈਂ ਤੁਹਾਨੂੰ ਇਹ ਗੱਲ ਕਹੀ ਆ ਵੀ ਜਿਹੜੇ ਲੋਕ ਕਹਿੰਦੇ ਸੀ ਮੁਜ਼ਾਹਰੇ ਕਰਨੇ ਤੇ ਧਰਨੇ ਲਾਉਣੇ ਵਿਹਲਿਆਂ ਦਾ ਕੰਮ ਆ, ਉਹ ਪਹਿਲਾਂ ਆਪਣੀ ਸਥਿਤੀ ਸਪਸ਼ਟ ਕਰਨ। ਦੂਸਰੀ ਜੀ, ਲੋਕਾਂ ਨੂੰ ਅਕਾਲੀ ਭਾਜਪਾ ਦਾ ਜਿਹੜਾ ਟੈਗ ਆ ਉਹ ਲਾ ਕੇ ਸਾਹਮਣੇ ਆਉਣਾ ਪਊ। ਮੈਂ ਸਿੱਧੀ ਗੱਲ ਕਦਮ ਕਹਿ ਦਿੰਦਾ, ਉਹ ਇਕੱਠੇ ਹੋ ਕੇ ਸਾਂਝੇ ਰੂਪ ਸਾਹਮਣੇ ਆਉਣਗੇ ਤੇ ਫਿਰ ਪੰਜਾਬ ਦਾ ਕੁਝ ਬਣ ਜੂ, ਲੋਕਾਂ ਦਾ ਕੁਝ ਬਣ ਜੂ। ਜੇ ਨਹੀਂ ਆਉਂਦੇ ਏਦਾਂ ਹੀ ਲੋਕ ਮਰਦੇ ਰਹਿਣਗੇ, ਏਦਾਂ ਹੀ ਖਪਦੇ ਰਹਿਣਗੇ। ਇਹ ਆਉਣਗੇ ਆਪਣੇ ਮਗਰਮੱਛ ਤੇ ਜੂਆ ਕੇ ਜਾਣਗੇ, ਕਿਸੇ ਨੂੰ ਕੋਈ ਫਾਇਦਾ ਨਹੀਂ ਹੋਏਗਾ, ਇਹ ਆਪਣੀ ਰੋਟੀਆਂ ਸੇਕਦੇ ਰਹਿਣਗੇ। ਬਿਲਕੁਲ ਰਾਈਟ ਆ ਜੀ। ਤੇ ਆਪਣੇ ਕਿਉਂਕਿ ਆਪਣਾ ਸਮਾਂ ਆਪਣੀ ਰਫਤਾਰੇ ਤੁਰਿਆ ਜਾਂਦਾ, ਇਸ ਤੋਂ ਪਹਿਲਾਂ ਮੈਂ ਹੋਰ ਤੁਹਾਨੂੰ ਸਵਾਲ ਪੁੱਛਾਂ। ਰੰਧਾਵਾ ਸਾਹਿਬ, ਇੰਗਲੈਂਡ ਦੇ ਵਿੱਚ ਕਰੋਨਾ ਅੱਗੇ ਨਾਲੋਂ ਬਹੁਤ ਵੱਧ ਗਿਆ ਕਿਉਂਕਿ ਆਪਾਂ ਨੂੰ ਜਿੱਥੇ ਇੰਗਲੈਂਡ 'ਚ ਲੋਕੀ ਦੇਖ ਰਹੇ, ਸੁਣ ਰਹੇ ਆ, ਪੂਰੇ ਯੂਰਪ 'ਚ ਦੇਖ ਰਹੇ ਆ ਤੇ ਉਹ ਪੂਰੀ ਦੁਨੀਆ ਹੀ ਦੇਖ ਰਿਹਾ।
ਤੁਸੀਂ ਇੱਕ ਸੰਖੇਪ ਵਿੱਚ ਕੀ ਕਹਿਣਾ ਚਾਹੁੰਦੇ ਹੋ ਵੀ ਕਰੋਨਾ, ਕਿਉਂਕਿ ਆਪਣੇ ਕੋਲ 10 ਮਿੰਟ ਰਹਿੰਦੀ, ਇਸ ਕਰਕੇ ਆਪਾਂ ਇਹਦੀ ਗੱਲ ਵੀ ਲੋਕਾਂ ਨਾਲ ਸਾਂਝੀ ਕਰਦੇ ਜਾਈਏ ਇੰਗਲੈਂਡ ਦੀ ਧਰਤੀ ਦੇ। ਦੇਖੋ ਜੀ ਬਲਿਹਾਰ ਸਿੰਘ ਜੀ, ਕਰੋਨਾ ਜਿਹੜਾ ਹੁਣ ਇੱਥੇ ਹਾਲੇ ਕੋਈ ਘਟਦਾ ਨਹੀਂ ਦੀਦਾ, ਕਿਉਂਕਿ ਹੁਣ ਆਪਣੇ ਸਮੈਤਕ ਦਾ ਏਰੀਆ ਪੂਰੀ ਰੈੱਡ ਜ਼ੋਨ ਦੇ ਵਿੱਚ ਆ ਚੁੱਕਾ। ਫਿਰ ਹਾਂਜੀ ਪੈਰੀਵਾਰ, ਗ੍ਰੇਟ ਵਾਰ, ਇਹ ਸਾਰਾ ਏਰੀਆ ਇਧਰਲਾ ਏਰੀਆ ਆ ਚੁੱਕਾ। ਹੁਣ ਗੱਭੇ ਹੈਂਡਜ ਵਰਤ ਰਹਿ ਜਾਂਦਾ, ਹੋ ਸਕਦਾ ਹੈਂਡਜ ਵਰਤ ਵੀ ਵਿੱਚ ਥੋੜਾ ਬਹੁਤਾ ਲੋਕਡਾਊਨ ਆ ਜਾਵੇ, ਕਿਉਂਕਿ ਇਹ ਬਿਮਾਰੀ ਦਾ ਪਤਾ ਨਹੀਂ ਲੱਗਦਾ ਕਿਹੜੇ ਬੰਦੇ ਕੋਲ ਹੈਗੀ ਕਿਹੜੇ ਕੋਲ ਨਹੀਂ। ਉਹ ਬੰਦੇ ਇੱਕ ਬਿਲਕੁਲ ਦੂਜੇ ਨੂੰ ਜਦੋਂ ਕ੍ਰੋਸ ਕਰਦੇ ਆ ਤਾਂ ਇੱਕ ਦੂਜੇ ਕੋਲੋਂ ਚਲੇ ਜਾਂਦੀ ਆ। ਆਮ ਤੁਸੀਂ ਦੇਖੋ ਸਮੈਤਕ ਦੇ ਵਿੱਚ ਹੁਣ ਨੇ ਪੁਲਿਸ ਨੇ ਕੁਛ ਇਹ ਰੋਡ ਜਿਹੜੇ ਆ ਉਹ ਮੋਹਰੇ ਉਹਨਾਂ ਨੇ ਰੈੱਡ ਜ਼ੋਨ ਦੇ ਵਿੱਚ ਲਾ ਕੇ ਉਹ ਬੰਦ ਕਰ ਦਿੱਤੇ ਤੇ ਬਾਹਰੋਂ ਬੰਦੇ ਨੇ ਜਨ ਜਾਣਾ ਉਹਨੂੰ ਚੈੱਕ ਕਰਕੇ ਅੰਦਰ ਵਾੜਿਆ ਜਾਵੇ। ਕੁਛ ਇਦਾਂ ਦੇ ਸਾਧਨ ਕੀਤੇ ਆ। ਕੁਝ ਤੁਸੀਂ ਦੇਖਿਆ ਪਰਸੋਂ ਜੇ ਆਪਾਂ ਇਕੱਠੇ ਹੀ ਸੀ ਸ਼ਾਇਦ, ਬਾਬੇ ਸੰਗ ਹਾਂਜੀ ਗੁਰਦੁਆਰੇ ਦੇ ਹਾਂਜੀ ਮੋਹਰੇ ਤੰਬੂ ਲੱਗਾ ਹੋਇਆ ਸੀ। ਉਹ ਉਹ ਤੰਬੂ ਵੀ ਟੈਸਟ ਇਸੇ ਸੈਂਟਰ ਗੱਲ, ਬਣਾਉਣੀ। ਹਾਂ ਉਹ ਨਹੀਂ, ਟੈਸਟ ਉਹ ਸੈਂਟਰ ਟੈਸਟ ਹੀ ਆ। ਉਹ ਸੈਂਟਰ, ਇਸੇ ਕਰਕੇ ਹਾਂ ਉਹ ਹਾਂ ਇਸੇ ਕਰਕੇ ਟੈਸਟ ਸੈਂਟਰ ਨੂੰ ਨਹੀਂ ਖੋਲੇ ਆ ਇੱਕ ਦੋ, ਵੀ ਇਹ ਜਿਹੜੇ ਲੋਕ ਆ ਬਾਹਰੋਂ ਆ ਰਹੇ ਨਾ, ਕੋਈ ਕਰੋਨਾ ਵਾਲਾ ਅੰਦਰ ਨਾ ਜਾਵੇ, ਕੋਈ ਕਰੋਨਾ ਵਾਲਾ ਅੰਦਰੋਂ ਨਿਕਲ ਕੇ ਬਾਹਰ ਨਾ ਜਾਵੇ। ਸਥਿਤੀ ਜਿਹੜੀ ਇੱਥੇ ਵੀ ਤੁਹਾਨੂੰ ਪਤਾ ਹੀ ਆ, ਹੁਣ ਆਮ ਬੱਸਾਂ ਦੇ ਵਿੱਚ ਵੀ ਉਹ ਕਹਿੰਦੇ ਮਾਸਕ ਪਾ ਕੇ ਜਾਓ, ਦੁਕਾਨਾਂ ਦੇ ਵਿੱਚ, ਸਟੋਰਾਂ ਦੇ ਵਿੱਚ, ਪਰ ਲੋਕ ਫਿਰ ਵੀ ਬਹੁਤ ਸਿਆਣੇ ਆ ਜਿਹੜੇ ਇੱਥੇ ਲੋਕ ਜਿਹੜੇ ਆ ਉਹ ਮਾਸਕ ਵਰਤਦੇ ਆ। ਹਰੇਕ ਬੰਦੇ ਦੇ ਹੱਥ 'ਚ ਮਾਸਕ ਫੜਿਆ ਹੁੰਦਾ ਜਦੋਂ ਉਹ ਸ਼ੌਪ ਨੂੰ ਜਾਂਦਾ, ਰੋਡ ਤੇ ਜਾਂਦਾ, ਬੱਸ ਫੜਨੀ ਆ, ਹਾਂਜੀ ਟੈਕਸੀ ਫੜਨੀ ਆ, ਉਹ ਆਪਣਾ ਮਾਸਕ ਵਰਤ ਕੇ ਤਾਂ ਫਿਰ ਉਹ ਸੈਨਾਟਾਈਜ਼ਰ ਵਗੈਰਾ ਆਪਣੇ ਕੋਲ ਰੱਖ ਕੇ ਫਿਰ ਉਹ ਜਾਂਦੇ ਆ। ਇਸ ਕਰਕੇ ਇਹਦਾ ਬਚਾਅ ਹੀ ਆ, ਹਾਲੇ ਕੋਈ ਦਵਾਈ ਹੈ ਨਹੀਂ। ਪੱਟੀ ਸਾਹਿਬ, ਜੇ ਗੱਲ ਕੀਤੀ ਜਾਵੇ ਪੰਜਾਬ ਦੀ ਧਰਤੀ ਤੇ, ਕਿਉਂਕਿ ਉੱਥੇ ਮੈਂ ਵੀ ਲੋਕਾਂ ਨੂੰ ਰਾਬਤਾ ਕਾਇਮ ਰੱਖਦਾ, ਕਿ ਉੱਥੇ ਲੋਕਾਂ ਨੂੰ ਫੋਨ ਕਰਦਾ, ਪੁੱਛਦਾ, ਉੱਥੇ ਵੀ ਲਾਮਾ ਆ ਰਿਹਾ ਕਿ ਲੋਕੀ ਕਹਿੰਦੇ ਆ ਕਈਆਂ ਨੂੰ ਕਰੋਨਾ ਹੁੰਦਾ ਵੀ ਨਹੀਂ, ਉਹ ਵਿਚਾਰੇ ਡਰਦੇ ਛਿੱਕਦੇ ਵੀ ਨਹੀਂ, ਲੇਕਿਨ ਪੁਲਿਸ ਜਾਂ ਪ੍ਰਸ਼ਾਸਨ ਉਹਨਾਂ ਨੂੰ ਫਿਰ ਵੀ ਚੱਕ ਜਾਂਦਾ ਕਿ ਐਮਐਲਏ ਨੂੰ 3 ਲੱਖ ਰੁਪਈਆ ਮਿਲਦਾ, ਜੇ ਉਹ ਪੁਲਿਸ ਨੂੰ ਦਿੰਦਾ, ਡਾਕਟਰਾਂ ਨੂੰ ਦਿੰਦਾ, ਤੇ ਕੁਛ ਆਪਣੀ ਜੇਬ 'ਚ ਪਾਉਂਦਾ। ਕਿ ਇਹ 'ਚ ਕਿੰਨੀ ਕੁ ਸੱਚਾਈ ਆ? ਕੀ ਕਰੋਨਾ ਵਾਕਈ ਉੱਥੇ ਬਹੁਤ ਹੈ ਜਾਂ ਇਹ ਗੱਲਾਂ ਹੀ ਆ? ਅੱਜ ਦੀ ਡੇਟ ਦੇ ਵਿੱਚ ਇੰਡੀਆ ਦੇ ਵਿੱਚ ਜਿਹੜੇ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ 18 ਲੱਖ ਹੋ ਗਈ ਹੈ। ਹਾਂਜੀ ਪੰਜਾਬ ਦੇ ਵਿੱਚ ਗਿਣਤੀ 18,000 ਹੋ ਗਈ ਆ। ਹਾਂਜੀ 2 ਕਰੋੜ ਅਸੀਂ 138 ਕਰੋੜ ਦੇ ਵਿੱਚ ਸਿਰਫ 2 ਕਰੋੜ ਲੋਕਾਂ ਦੇ ਟੈਸਟ ਕੀਤੇ ਅਸੀਂ ਅੱਜ ਤੱਕ। ਹਾਂਜੀ ਜੇ 2 ਕਰੋੜ ਦੇ ਟੈਸਟ ਕੀਤੇ, ਬਾਕੀ ਐਵਰੇਜ ਤੁਸੀਂ ਆਪ ਕਰ ਲਓ ਕਿੰਨੀ ਬਣਦੀ ਹੈ। ਹਾਂਜੀ ਇਸ ਕਰਕੇ ਪੰਜਾਬ ਦੇ ਵਿੱਚ ਕਰੋਨੇ ਕਰਾਨੇ ਦਾ ਬਹੁਤਾ ਜ਼ੋਰ ਨਹੀਂ ਹੈਗਾ, ਕਿਉਂਕਿ ਇਹਨਾਂ ਲੋਕਾਂ ਦੀ ਇਮਿਊਨਿਟੀ ਸਟਰੋਂਗ ਆ। ਹਾਂਜੀ ਇਹ ਚੰਗਾ ਖਾਂਦੇ ਆ, ਚੰਗਾ ਪੀਂਦੇ ਆ। ਨਾਲ ਦੂਸਰੀ ਵੱਡੀ ਗੱਲ, ਜਿਹੜੇ ਅਸੀਂ ਮਸਾਲੇ ਖਾਂਦੇ ਆ ਨਾ ਪੰਜਾਬ ਦੇ ਲੋਕ ਬੜੇ ਕੜਵੇ, ਉਹ ਵੀ ਇੱਕ ਦਵਾਈ ਆ, ਉਹ ਵੀ ਇੱਕ ਸਾਡੇ ਵਾਸਤੇ ਔਸ਼ਧੀ ਆ। ਅਦਰਕ ਹੋ ਗਿਆ, ਥੋਮ ਹੋ ਗਿਆ, ਜਿਹੜੀ ਅਸੀਂ ਖਾਂਦੇ ਆ, ਗੰਢੇ ਖਾਂਦੇ ਪਾ ਕੇ ਤੜਕੇ ਲਾ ਕੇ, ਇਹ ਵੀ ਇੱਕ ਔਸ਼ਧੀ ਆ ਸਾਡੇ ਵਾਸਤੇ, ਕਈ ਬਿਮਾਰੀਆਂ ਦੂਰ ਕਰਦੇ ਆ। ਜਿਹੜੇ ਬਾਕੀ ਲੋਕ ਉਹ ਕਈ ਨਹੀਂ ਖਾਂਦੇ। ਕਈ ਹੁਣ ਸਾਡੇ ਹਿੰਦੂ ਵੀਰ ਨੇ ਜਿਹੜੇ ਜੈਨ ਧਰਮ ਨੂੰ ਰੱਖਦੇ ਆ ਜਾਂ ਬੁੱਧ ਧਰਮ ਨੂੰ, ਕਹਿੰਦੇ ਉਹ ਤਾਂ ਥੋਮ ਨਹੀਂ ਖਾਂਦੇ, ਗੰਢਾ ਨਹੀਂ ਖਾਂਦੇ, ਕੁਝ ਵੀ ਨਹੀਂ ਖਾਂਦੇ, ਹੋ ਬ੍ਰਹਮ ਕੁਮਾਰੀ ਦੇ ਆਸ਼ਰਮ ਕੁਝ ਨਹੀਂ ਖਾਂਦੇ ਹੋ। ਅੱਛਾ ਜੀ। ਇਸ ਕਰਕੇ ਪੰਜਾਬ ਦੇ ਵਿੱਚ ਤੇ ਇੰਡੀਆ ਦੇ ਵਿੱਚ ਇੰਨਾ ਜਿਹੜਾ ਕਰੋਨੇ ਦਾ ਕੋਈ ਬਹੁਤਾ, ਮੈਂ ਸੋਚਦਾ ਵੀ ਬਹੁਤਾ ਇਹਦਾ ਜ਼ੋਰ ਨਹੀਂ ਹੈਗਾ, ਲੇਕਿਨ ਫਿਰ ਵੀ ਇhtiyਾਤ ਵਰਤਣ ਦੀ ਲੋੜ ਹੈ। ਵੀ 2 ਕਰੋੜ ਬੰਦੇ ਦੇ ਵਿੱਚੋਂ 18 ਲੱਖ, ਮਤਲਬ ਸਿਰਫ 9% ਐਵਰੇਜ ਆਈ। ਹਾਂਜੀ ਸਾਡਾ 9,000 ਬੰਦਾ ਜਿਹੜਾ ਵਾ 1 ਲੱਖ ਦੇ ਵਿੱਚੋਂ ਜਿਹੜਾ ਵਾ ਉਹ ਤੁਹਾਡਾ 1 ਕਰੋੜ ਦੇ ਵਿੱਚੋਂ ਸਾਡਾ ਜਿਹੜਾ ਵਾ ਉਹ ਹੈਗਾ ਵਾ ਤੁਹਾਡਾ ਆਪਣਾ ਪੀੜਤਾ ਕਰੋਨਾ ਤੋਂ। ਤੇ ਪੰਜਾਬ ਦੇ ਉੱਤੇ ਬਹੁਤ ਘੱਟ ਆ। ਪੰਜਾਬ ਦੇ ਵਿੱਚ ਕਰੋਨਾ ਜਿਹੜਾ ਵਾ ਉਹ ਜਿਹੜੀ ਗੱਲ ਵੀਰ ਨੇ ਕਹੀ ਬਿਲਕੁਲ ਠੀਕ ਕਹੀ ਗਾ, ਵੀ ਕਰੋਨਾ ਦੀ ਡਿਗਰੀ ਹੁੰਦੀ ਕੋਈ ਨਾ ਕੋਈ। ਇਹ ਤੁਸੀਂ ਡਾਕਟਰ ਹਰਜਿੰਦਰ ਕੌਰ ਨੂੰ ਪੜ੍ਹੋ, ਉਹ ਕਹਿੰਦੀ ਪਹਿਲੇ ਦਿਨ ਤੋਂ ਲੈ ਕੇ ਤੇ ਚੌਥੇ ਦਿਨ ਤੱਕ ਕਰੋਨਾ ਜੋੜ ਪਾਉਂਦਾ, ਮੁੜ ਕੇ ਦਾ ਜੋਰ ਘਟਣਾ ਸ਼ੁਰੂ ਹੋ ਜਾਂਦਾ। 10ਵੇਂ ਦਿਨ ਤੱਕ ਤੁਸੀਂ ਆਪਣੀ ਰਿਪੋਰਟ ਚੈੱਕ ਕਰੋ, ਤੁਹਾਨੂੰ ਪੋਜ਼ਿਟਿਵ ਆਏਗਾ, ਲੇਕਿਨ ਕਰੋਨੇ ਦਾ ਤੁਹਾਡਾ ਪ੍ਰਭਾਵ ਲਗਭਗ ਖਤਮ ਹੋ ਜਾਏਗਾ। ਅੱਜ ਤੱਕ ਤੁਸੀਂ ਜੋ ਮਰਜ਼ੀ ਕਹਿ ਲਓ, ਕੋਈ ਟੈਸਟ ਕਿੱਟ ਅਜੇ ਹੀ ਨਹੀਂ ਬਣੀ ਜਿਹੜੀ 100% ਕਰੋਨਾ ਦੱਸ ਸਕੇ ਵੀ ਇਹਨੂੰ ਹੈਗਾ ਕਿ ਨਹੀਂ ਹੈਗਾ। ਅਜੇ ਤੱਕ ਨਹੀਂ ਕਿੱਟ ਬਣੀ ਕੋਈ। 70% ਤੱਕ ਦੱਸਦੀਆਂ ਨੇ, 100% ਤੱਕ ਕੋਈ ਘਟ ਨਹੀਂ ਅਜੇ ਤੱਕ। ਨਹੀਂ, ਲੇਕਿਨ ਫਿਰ ਵੀ ਕਰੋਨੇ ਦੀ ਪੱਟੀ ਸਾਹਿਬ, ਜਿਹੜਾ ਇੱਕ ਅਲਾਮਾ ਆ ਰਿਹਾ ਪੰਜਾਬ ਦੀ ਧਰਤੀ ਤੋਂ ਕਿ ਪੁਲਿਸ ਵਾਲੇ ਜਾਂ ਪ੍ਰਸ਼ਾਸਨ ਵਾਲੇ ਲੋਕਾਂ ਨੂੰ ਧੱਕੇ ਨਾਲ ਚੱਕ ਕੇ ਸੈਂਟਰਾਂ 'ਚ ਰੱਖ ਰਹੇ ਆ ਕਿ ਤੁਹਾਨੂੰ ਕਰੋਨਾ, ਉਹਨਾਂ ਨੂੰ ਕਰੋਨਾ ਹੁੰਦਾ ਵੀ ਨਹੀਂ, ਉਹਨਾਂ ਨੂੰ ਕੋਈ ਦਵਾਈ ਵੀ ਨਹੀਂ ਦਿੱਤੀ ਜਾਂਦੀ। 2 ਹਫ਼ਤੇ ਰੱਖਣ ਤੋਂ ਬਾਅਦ ਉਹਨਾਂ ਨੂੰ ਛੱਡ ਦਿੱਤਾ। ਕੋਈ ਸੈਂਟਰ ਨਾਲ ਲੈਂਦਾ 1000 ਰੁਪਈਆ ਰੋਟੀ ਦਾ ਉਹਨਾਂ ਕੋਲੋਂ ਰੋਜ਼ ਦਾ, ਕੋਈ ਲੈਂਦਾ 10,000 ਰੁਪਈਆ, ਉਹ ਪੈਸੇ ਕਮਾ ਰਿਹਾ। ਕੀ ਇਹ ਗੱਲਾਂ ਉਹ ਹੋਣੀਆਂ ਨਜਾਇਜ਼ ਆ ਕਿ ਨਹੀਂ? ਵੇਖੋ ਜੀ, ਇਹ ਗੱਲ ਪਿੱਛੇ ਜੇ ਹੋਈ ਸੀ,
ਹਾਂਜੀ ਉਹਦੇ ਵਿੱਚ ਅੱਜ ਵੀ ਇੱਕ ਹਸਪੀਟਲ ਤੇ ਇੱਕ ਲੈਬ ਦੇ ਉੱਤੇ ਮੁਕੱਦਮਾ ਦਰਜ ਹੋਇਆ। ਹਾਂਜੀ ਉਹ ਅੱਜ ਤੋਂ ਬਿੱਲਾਂ ਲੈ ਕੇ ਤੇ ਘਰਾਂ 'ਚ ਬੈਠੇ ਉਹ ਤਰੀਕਾ ਭੁਗਤ ਰਹੇ ਪੁਲਿਸ ਕੋਲੇ। ਅੱਛਾ ਲੇਕਿਨ ਜੀ ਅਫਸੋਸ ਇਸ ਗੱਲ ਦਾ ਵਾ, ਉੱਥੇ ਵੀ ਕੈਪਟਨ ਸਾਹਿਬ ਨੇ ਨਲਾਇਕੀ ਕੀਤੀ ਵੀ ਜਦੋਂ ਤੁਸੀਂ ਕਹਿਤਾ ਵੀ ਇਹਦੀ ਜਾਂਚ ਜਿਹੜੀ ਵਿਜੀਲੈਂਸ ਕਰੇਗੀ, ਕਿਉਂ ਵਿਜੀਲੈਂਸ ਲੈ ਕੇ ਪੁਲਿਸ ਨੂੰ ਦਿੱਤੀ ਸੀ ਮੁੜ ਕੇ? ਫਿਰ ਹਾਂਜੀ ਜ਼ਿਲ੍ਹਾ ਪੁਲਿਸ ਦੀ ਮਿਲੀ ਭੁਗਤਣ ਤੋਂ ਗਲਤ ਕੰਮ ਕਰਦੇ ਹੀ ਸੀਗੇ। ਉਹ ਲੈਬ ਵਾਲੇ ਕੀ ਕਰਦੇ ਸੀ? ਉਹ ਸਾਮੀ ਹਾਂਜੀ ਵੇਖਦੇ ਸੀ ਕਿ ਕਿਹੜੀ ਆ, ਉਹਨੂੰ ਕਹਿੰਦੇ ਤੇਰਾ ਕਰੋਨਾ ਪੋਜ਼ਿਟਿਵ ਆ, ਤੇਰੇ ਘਰ 'ਚ ਕਿੰਨੇ ਜੀ ਆ? ਮੇਰੇ 2 ਹਾਂਜੀ ਨੌਕਰ ਜੀ, ਇੱਕ ਮਾਲੀ, ਬਾਕੀ ਅਸੀਂ ਜੀ, ਸਾਡੇ ਘਰ ਦੇ 13 ਜੀ ਨੇ। ਉਹ ਕਹਿੰਦੇ ਠੀਕ, ਤੇਰਾ ਪੋਜ਼ਿਟਿਵ, ਬਾਕੀ ਵੀ ਚੈੱਕ ਕਰਾਓ। ਇੱਕ ਸਪੈਸੀਫਿਕ ਹਸਪੀਟਲ ਸੀਗਾ, ਉੱਥੇ ਭੇਜ ਦਿੰਦੇ ਸੀ, ਫਲਾਣੀ ਜਗ੍ਹਾ ਜਾ ਕੇ ਇਲਾਜ ਕਰਾ ਲਓ। ਉਹ ਹਾਂਜੀ ਜਾਂਦੇ ਸੀ, ਉਹ ਵੱਡੇ ਵੱਡੇ ਬਿੱਲ ਬਣਾ ਦਿੰਦੇ ਸੀ ਉਹਨਾਂ ਦੇ। ਤੁਹਾਡੀ ਗੱਲ ਠੀਕ ਆ ਵੀ ਇਹ ਗੱਲ ਜ਼ਰੂਰ ਹੈਗੀ ਆ, ਲੇਕਿਨ ਉਸ ਤੋਂ ਬਾਅਦ ਠੱਲ ਜ਼ਰੂਰ ਥੋੜੀ ਜਿਹੀ ਪਈ ਆ ਵੀ ਪੁਲਿਸ ਵਾਲੇ ਜੇ ਆਉਂਦੇ ਵੀ ਆ ਨਾ, ਅੱਗੇ ਵਾਲਾ ਹਾਂਜੀ ਧਾਵਾ ਨਹੀਂ ਹੈਗਾ ਵੀ ਚੁੱਕ ਕੇ ਲੈ ਜਾਓ, ਫੜ ਲਓ, ਤੁਸੀਂ ਕਰ ਲਓ। ਕਹਿੰਦੇ ਮੇਰੇ ਟੈਸਟ ਕਰੋ, ਟੈਸਟ ਕਰੋ, ਹਾਂਜੀ ਮੈਂ ਆਪੇ ਹੀ ਜਾਣ ਨੂੰ ਤਿਆਰ ਹਾਂ। ਮੈਂ ਨਹੀਂ ਵੀ ਮੈਂ ਆਪੇ ਹੀ ਜਾਣ ਨੂੰ ਤਿਆਰ ਹਾਂ। ਹੁਣ ਕੈਪਟਨ ਸਾਹਿਬ ਨੇ ਵੀ ਕਹਿਤਾ ਵੀ ਜਿਹੜਾ ਹਾਂਜੀ ਬੰਦਾ ਬਾਹਰੋਂ ਆਊਗਾ ਉਹਨੂੰ ਕਰੋਨਾ ਟੈਸਟ ਕਰਾਉਣ ਦੀ ਕੋਈ ਲੋੜ ਨਹੀਂ, 72 ਓਕੇ ਘੰਟੇ 'ਚ ਉਹਨੂੰ ਵਾਪਸ ਜਾਣਾ ਪਊਗਾ, ਆਪਣਾ ਟੈਸਟ ਦੀ ਕੋਈ ਲੋੜ ਨਹੀਂ ਹੈਗੀ। ਅੱਗੇ ਇੱਕ ਸਟੇਟ ਤੋਂ ਦੂਜੀ ਸਟੇਟ ਦੇ ਵਿੱਚ ਨਾਕੇ ਲੱਗੇ ਹੁੰਦੇ ਸੀ, ਉਹ ਚੁੱਕ ਦਿੱਤੇ ਗਏ। ਤੇ ਹੁਣ ਤੁਸੀਂ ਅੰਮ੍ਰਿਤਸਰ ਚਲੋ, ਦਿੱਲੀ ਨੌਨ ਸਟਾਪ ਤੁਸੀਂ ਪਹੁੰਚ ਸਕਦੇ ਹੋ ਜਾ ਕੇ, ਕੋਈ ਗੱਲ ਨਹੀਂ। ਅੱਗੇ ਅੱਛਾ ਇਹਨਾਂ ਅੱਛਾ ਨੇ ਜੰਗ ਦਾ ਘਟਿਆ ਜ਼ਰੂਰ ਆ। ਜਿਹੜਾ ਰੌਲਾ ਪਿਆ ਇਸ ਗੱਲ ਦਾ ਵੀ ਇਹ ਲੈਬਸ ਬਾਰੇ ਜਿਹੜੇ ਆ, ਸਾਡੀ ਜਿਹੜੀ ਆ ਕਰੋਨੇ ਨੂੰ ਅਜੇ ਦੱਸਣ ਦੀ ਕੋਈ ਕਿੱਟ ਪੂਰੀ ਇਹੋ ਜਿਹੀ ਨਹੀਂ ਬਣੀ। ਜੇ ਬੰਦਾ ਕਹਿ ਦੇਵੇ ਵੀ ਇਹਨੂੰ ਬੰਦੇ ਨੂੰ ਕਰੋਨਾ ਨਹੀਂ, ਉਹ ਜਿਹਨੂੰ ਚਲੋ ਹੁੰਦਾ ਉਹਨੂੰ ਵੀ ਕਿਸੇ ਵੇਲੇ ਮੈਂ ਪੋਜ਼ਿਟਿਵ ਕਹੇ, ਨੈਗੇਟਿਵ ਕਹਿੰਦੀ, ਨਹੀਂ ਤਾਂ ਵੀ ਮੈਂ ਪੋਜ਼ਿਟਿਵ ਕਹਿੰਦੀ। ਰਿਣੀ ਪੱਟੀ ਸਾਹਿਬ, ਤੁਹਾਡਾ ਕਿ ਤੁਸੀਂ ਦੱਸਿਆ ਕਾਲੇ ਭਾਅ, ਜਿਸ ਤਰ੍ਹਾਂ ਗੱਲ ਕੀਤੀ ਜਾਵੇ ਭਾਰਤ ਦੀ ਧਰਤੀ ਤੇ ਜਿੰਨੇ ਅਮੀਰ ਬੰਦਿਆਂ ਨੂੰ ਕਰੋਨਾ ਹੋਇਆ ਉਹਨਾਂ ਚੋਂ ਹਜੇ ਤੱਕ ਚਲੋ ਕਿਸੇ ਦੀ, ਮੈਂ ਨਹੀਂ ਕਹਿੰਦਾ ਮੌਤ ਹੋਵੇ, ਲੇਕਿਨ ਕਿਸੇ ਦੀ ਨਹੀਂ ਹੋਈ। ਜਿੰਨੇ ਕਰੋਨਾ ਨਾਲ ਮਰੇ ਹੁਣ ਤੇ ਗਰੀਬਾਂ ਦੀ ਗਿਣਤੀ ਜ਼ਿਆਦਾ ਕਰੋਨਾ 'ਚ ਮਰਨ ਵਾਲਿਆਂ ਨਾਲ। ਅਮਿਤਾਭ ਬੱਚਨ ਦੇ ਪੂਰੇ ਪਰਿਵਾਰ ਨੂੰ ਹੋਇਆ, ਉਹਨਾਂ 'ਚੋਂ ਸਾਰੇ ਤੰਦਰੁਸਤ ਆ। ਜੇ ਰਾਜਪਾਲ ਦੀ ਗੱਲ ਕਰੀਏ, ਗ੍ਰਹਿ ਮੰਤਰੀ ਦੀ ਗੱਲ ਕਰੀਏ, ਯੂਪੀ 'ਚ ਮਿਨਿਸਟਰਾਂ ਦੀ ਗੱਲ ਕਰੀਏ, ਰਾਜਸਥਾਨ ਦੀ ਮੁੱਖ ਮੰਤਰੀ ਪ੍ਰਾਣੀ ਦੀ ਗੱਲ ਕਰੀਏ, ਹੋਰ ਅਨੇਕਾਂ ਲੀਡਰ ਨੇ। ਜੇ ਕੇਜਰੀਵਾਲ ਦੀ ਗੱਲ ਕੀਤੀ ਜਾਵੇ, ਅਨੇਕਾਂ ਲੀਡਰ ਨੇ। ਲੇਕਿਨ ਤੁਸੀਂ ਇੰਗਲੈਂਡ ਦੀ ਧਰਤੀ ਤੇ ਰਹਿੰਦੇ ਹੋ, ਤੁਸੀਂ ਅੱਧੇ ਮਿੰਟ ਵਿੱਚ ਕੀ ਕਹਿਣਾ ਚਾਹੁੰਦੇ, ਕਿਉਂਕਿ ਆਪਣਾ ਸਮਾਂ ਸਮਾਪਤੀ ਵੱਲ ਵਧ ਰਿਹਾ? ਬਲਿਹਾਰ ਜੀ ਦੇਖੋ, ਕਰੋਨਾ ਬਿਮਾਰੀ ਤਾਂ ਬਹੁਤ ਬੇਦਰਦ ਬਿਮਾਰੀ ਹੈਗੀ ਆ। ਇਹਨੇ ਆਪਦਾ ਹਾਂਜੀ ਜਿਹੜਾ ਕਹਿਰ ਆ ਸਾਰੀ ਦੁਨੀਆ ਦੇ ਵਿੱਚ ਵਰਤਾਇਆ ਪਿਆ, ਕਿਉਂਕਿ ਐਡੇ ਐਡੇ ਕਾਰੋਬਾਰ ਸਾਰੇ ਮੁਲਕਾਂ ਨੂੰ ਠੱਪ ਕਰਕੇ ਰੱਖ ਦੇਣਾ ਤੇ ਬਿਮਾਰੀ ਭਿਆਨਕ ਕਰਕੇ ਇਹ ਸਾਰਾ ਕੁਝ ਹੋਇਆ। ਤੇ ਸਾਨੂੰ ਸਾਰੇ ਇੰਗਲੈਂਡ ਵਾਸੀਆਂ ਨੂੰ ਮੈਂ ਇਹ ਬੇਨਤੀ ਕਰੂੰਗਾ ਕਿ ਇਹਨੂੰ ਇੱਕ ਬਿਮਾਰੀ ਦੀ ਤਰ੍ਹਾਂ ਲੈ ਕੇ ਆਪਣੇ ਸੇਫਟੀ ਵਾਈਜ਼, ਜਿਸ ਤਰ੍ਹਾਂ ਸਾਨੂੰ ਸਾਡੀ ਗੌਰਮੈਂਟ ਪ੍ਰੇਰਿਤ ਕਰਦੀ ਆ, ਉਹਦੇ ਅਸੂਲਾਂ ਨੂੰ ਅਪਣਾਉਂਦੇ ਹੋਏ, ਉਹਦੇ ਅਸੂਲਾਂ ਨੂੰ ਖਿਆਲ 'ਚ ਰੱਖਦੇ ਹੋਏ ਆਪਦੇ ਬਚਾਅ ਦੇ ਵਿੱਚ ਲੋਕਾਂ ਦਾ ਤੇ ਆਪਦੇ ਪਰਿਵਾਰ ਦਾ ਬਚਾਅ ਕਰਨਾ ਚਾਹੀਦਾ। ਇਹ ਸਾਡਾ ਸਾਰੇ ਹੀ ਪਰਿਵਾਰਾਂ ਦਾ ਫਰਜ਼ ਬਣਦਾ ਹੈ ਕਿ ਅਸੀਂ ਇਸ ਬਿਮਾਰੀ ਨੂੰ ਬਿਮਾਰੀ ਸਮਝ ਕੇ, ਤੋਂ ਖਤਰਨਾਕ ਬਿਮਾਰੀ ਸਮਝ ਕੇ, ਇਹਦੇ ਭੈ ਵਿੱਚ ਰਹਿ ਕੇ ਬਚਾਓ ਵਿੱਚ ਹੀ ਬਚਾਓ ਦੇ ਕਾਰਨ ਕਰਕੇ ਅਸੀਂ ਬਚੀਏ ਤੇ ਲੋਕਾਂ ਨੂੰ ਬਚਾਈਏ। ਮੈਂ ਰਿਣੀ ਤੁਹਾਡਾ ਤਿੰਨਾਂ ਦਾ, ਜਿੱਥੇ ਮੈਂ ਖਾਸ ਕਰਕੇ ਰਿਣੀ ਹਾਂ ਸਰਦਾਰ ਜਸਵੀਰ ਸਿੰਘ ਜੀ ਪੱਟੀ ਸਾਹਿਬ ਉਹਨਾਂ ਦਾ, ਜਿਹਨਾਂ ਨੇ ਪੰਜਾਬ ਤੋਂ ਸਾਡੇ ਨਾਲ ਰਾਬਤਾ ਕਾਇਮ ਕੀਤਾ। ਰੰਧਾਵਾ ਸਾਹਿਬ ਤੁਹਾਡਾ ਰਿਣੀ ਆ, ਕਾਲਾ ਭਾਅ ਤੁਹਾਡਾ ਰਿਣੀ ਆ। ਇੱਥੇ ਮੈਂ, ਕਿਉਂਕਿ ਸਾਨੂੰ ਤੁਸੀਂ ਆਪਣੇ ਘਰਾਂ 'ਚ ਬੈਠੇ ਵੇਖ ਰਹੇ ਹੋ, ਸੁਣ ਰਹੇ ਹੋ, ਮੈਂ ਦੱਸਦਾ ਜਾਵਾਂ ਕਿ ਸਾਬਕਾ ਅਕਾਲੀ ਮੰਤਰੀ ਸਰਦਾਰ ਹਰੀ ਸਿੰਘ ਜੀਰਾ ਜੋ ਇਸ ਦੁਨੀਆ ਨੂੰ ਅਲਵਿਦਾ ਆਖ ਗਏ, ਮੈਂ ਪੂਰੇ ਪਰਿਵਾਰ ਨਾਲ ਇੱਥੇ ਹਮਦਰਦੀ ਜਤਾਉਣਾ, ਉੱਥੇ ਗੁਰੂ ਚਰਨਾਂ 'ਚ ਅਰਦਾਸ ਕਰਦਾ ਕਿ ਪੂਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਤੇ ਬਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ। ਸਰਦਾਰ ਹਰੀ ਸਿੰਘ ਜੀਰਾ ਜੋ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਸੋ ਸਾਡੇ ਵੱਲੋਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਮੇਰੀ ਪੂਰੀ ਟੀਮ ਅਤੇ ਆਪਣੇ ਦਾਸ ਬਲਿਹਾਰ ਸਿੰਘ ਰਾਮੇਵਾਲ ਨੂੰ ਬੁਲਾਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।